ਸ਼ੇਰੇ ਪੰਜਾਬ 600 AM ਤੇ ਨਿੱਘਾ ਹਾਰਦਿਕ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ ਸ਼ੋਅ ਲੈ ਕੇ ਤੁਹਾਡੀ ਸੇਵਾ 'ਚ ਹਾਜ਼ਰ ਹਾਂ। 1 ਦਸੰਬਰ ਦਾ ਦਿਨ ਹੈ, ਵਰਾ 2020 ਦਾ ਮੰਗਲਵਾਰ ਹੈ, 18 ਮੱਘਰ ਨਾਨਕ ਸੰਮਤ 552। ਨਿੱਘਾ ਹਾਰਦਿਕ ਸਵਾਗਤ ਹੈ। ਇਸ ਸਾਲ ਦਾ ਇੱਕੋ ਹੀ ਮਹੀਨਾ ਰਹਿ ਗਿਆ। ਜ਼ਿੰਦਗੀ ਗਈ ਮਿੱਤਰਾ, ਜ਼ਿੰਦਗੀ ਗਈ। ਅੱਜ ਦੇ ਇਸ ਸ਼ੋਅ ਦੇ ਵਿੱਚ ਤੁਹਾਡੇ ਪਹਿਲੇ ਹਿੱਸੇ ਦੇ ਵਿੱਚ ਤੁਹਾਡੇ ਸਨਮੁਖ ਕਰਾਂਗਾ ਦੇਸ਼ ਪੰਜਾਬ ਦੇ ਝਰੋਖੇ ਦੇ ਵਿੱਚੋਂ ਨਵਕਿਰਨ ਸਿੰਘ ਪੱਤੀ ਤੋਂ ਬਾਅਦ ਕੁਝ ਸਮਾਂ ਤੁਹਾਡੇ ਨਾਲ ਵੀ ਮੈਂ ਗੱਲਬਾਤ ਕਰਨੀ ਚਾਹੁੰਦਾ ਹਾਂ। ਖਬਰਾਂ ਦੀ ਸਾਂਝ ਹੋਏਗੀ, ਤੁਸੀਂ ਵੀ ਸ਼ਾਮਲ ਹੋਣਾ ਨਾਲ ਹੀ, ਕਿਉਂਕਿ ਗੱਲਾਂ ਬਾਤਾਂ ਤੁਸੀਂ ਪੰਜਾਬ ਦੇ ਚੱਲ ਰਹੇ ਸੰਘਰਸ਼ ਦੇ ਬਾਰੇ ਗੱਲਬਾਤ ਤੁਸੀਂ ਕਰਨੀ ਚਾਹੁੰਦੇ ਹੁੰਦੇ ਹੋ। ਕਈ ਵਾਰ ਸਮਾਂ ਨਹੀਂ ਮਿਲਦਾ ਅਤੇ ਤੁਸੀਂ ਨਾਲ ਹੀ ਪੱਤੀ ਹੋਣਾ ਤੋਂ ਬਾਅਦ ਕੋਈ ਉਹਦੇ ਮਨ ਦੇ ਵਿੱਚ ਗੱਲਬਾਤ ਹੋਵੇ ਉਹ ਕਰਨੀ। ਉਸ ਤੋਂ ਬਾਅਦ 10:10 ਤੇ ਸਿਟੀ ਆਫ ਸਰੀ ਦੇ ਕੌਂਸਲਰ ਮਨਦੀਪ ਸਿੰਘ ਨਾਗਰਾ ਤੁਹਾਡੇ ਸਨਮੁਖ ਹੋਣਗੇ। ਸਵਾਲ ਨੇ ਕਈ ਜਿਹੜੇ ਉਹਨਾਂ ਨੂੰ ਪੁੱਛਣ ਵਾਲੇ ਨੇ, ਖਾਸ ਤੌਰ 'ਤੇ ਘਰਾਂ ਦੀ ਜਿਹੜੀ ਫਾਈਨਲ ਅਪਰੂਵਲ ਹੈ ਉਹ ਨਹੀਂ ਹੋ ਰਹੀ। ਪਿਛਲੇ ਜਦ ਦਾ ਕੋਵਿਡ ਸ਼ੁਰੂ ਹੋਇਆ ਬਹੁਤ ਵਾਰ ਆਪਾਂ 1550 ਤੇ ਇਸ ਦੇ ਬਾਰੇ ਗੱਲਬਾਤ ਕੀਤੀ ਹੈ। ਇੰਸਪੈਕਟਰ ਵੜਦੇ ਨਹੀਂ, ਉਹ ਕਹਿੰਦੇ ਵੀ ਜੇ ਤੁਸੀਂ ਮੂਵ ਹੋ ਗਏ ਤਾਂ ਅਸੀਂ ਨਹੀਂ ਆਉਣਾ ਅੰਦਰ। ਕੁਝ ਅਸੀਂ ਵੀ ਕੀਤੀਆਂ ਹੋਈਆਂ ਆਕੂਪੈਂਸੀ ਪਰਮਿਟ ਲੈ ਕੇ ਫਾਈਨਲ ਅਪਰੂਵਲ ਤੋਂ ਪਹਿਲਾਂ ਸਾਲ ਰਹੀ ਜਾਂਦੇ ਨੇ, ਕਈ ਸਾਲ ਬਾਅਦ ਫਾਈਨਲ ਕਰਾਉਂਦੇ ਆ। ਕਹਿੰਦੇ ਕੋਈ ਨਾ, ਨਾਲੇ ਤਾਂ ਟੈਕਸ ਤੋਂ ਬਚਾਂਗੇ, ਨਾਲੇ ਘਰ 1 ਸਾਲ ਪੁਰਾਣਾ ਨਹੀਂ ਹੋਊ। ਕੀਤੀਆਂ ਤਾਂ ਅਸੀਂ ਵੀ ਹੋਈਆਂ, ਮੰਨਣਾ ਪਊ। ਸੋ ਉਹ ਗੱਲਬਾਤ ਕਰਨਗੇ। ਨਾਲ ਹੀ ਕੱਲ੍ਹ ਦੀ ਇੱਕ ਬਜਟ ਮੀਟਿੰਗ ਹੋ ਕੇ ਹਟੀ ਹੈ। ਬਜਟ ਦਾ ਕੱਲ੍ਹ ਕਿ ਅਗਲੇ ਸਾਲ ਦੇ ਜਿਹੜੇ ਬਜਟ ਨੇ ਉਸ ਬਜਟ ਦੇ ਬਾਰੇ ਵੀ ਗੱਲ ਕਰਨੀ ਚਾਹੁੰਦਾ। ਬਹੁਤ ਵੱਡਾ ਇੱਕ ਅਰੀਨਾ ਜਿਹੜਾ ਰੋਨਾ ਵਾਲੀ ਜਗ੍ਹਾ 'ਤੇ ਨਿਊਟਨ 'ਚ ਬਣਨ ਜਾ ਰਿਹਾ ਹੈ, ਉਸ ਦੇ ਬਾਰੇ ਕੀ ਉਸ ਦੇ ਫੰਡ ਰੱਖੇ ਗਏ ਨੇ। ਕਬੱਡੀ ਗਰਾਊਂਡ ਜਿਹੜਾ ਬਿਲਕੁਲ ਇੱਕ ਡੈਜ਼ਿਗਨੇਟਡ ਕਬੱਡੀ ਗਰਾਊਂਡ ਬਣ ਰਿਹਾ ਹੈ ਸਕਾਟ ਰੋਡ ਸਕਾਈ ਟ੍ਰੇਨ ਸਟੇਸ਼ਨ 'ਤੇ, ਉਹਦੇ ਬਾਰੇ ਗੱਲਬਾਤ ਕਰਾਂਗੇ। ਨਾਲ ਹੀ ਕੈਨੇਡੀਅਨ ਆਮ ਲੋਕਾਂ 'ਤੇ ਕਰਜ਼ਾ ਵਧ ਰਿਹਾ। ਫਾਈਨੈਂਸ਼ੀਅਲ ਪੋਸਟ ਨੇ ਅੱਜ ਇੱਕ ਖਬਰ ਦਿੱਤੀ ਹੈ ਕਿ ਐਵਰੇਜ ਕੈਨੇਡੀਅਨ 'ਤੇ $3 ਲੱਖ ਦੀ ਮੌਰਗੇਜ ਹੈ ਜਿਹੜੀ ਉਹ ਹੋ ਗਈ। ਡਿਸਪੋਜ਼ੇਬਲ ਇਨਕਮ 'ਤੇ ਪਹਿਲਾਂ ਗੱਲ ਕੀਤੀ ਵੀ $1 ਤੇ $1.70 ਦਾ ਕਰਜ਼ਾ, ਇਹਦੇ 'ਤੇ ਅੱਜ ਗੱਲਬਾਤ ਹੋਏਗੀ। ਪਿਛਲੇ 1 ਸਾਲ ਤੋਂ ਸਰਕਾਰਾਂ ਨੇ ਮੰਨੇ ਕੋਈ ਨਾ ਮੰਨੇ, ਦੱਸੇ ਨਾ ਕੋਈ ਦੱਸੇ, ਸੈਂਟਰ ਦੀ ਸਰਕਾਰ ਨੇ, ਫੈਡਰਲ ਗੌਰਮੈਂਟ ਨੇ ਬਹੁਤ ਮਦਦ ਕੀਤੀ, ਖਾਸ ਤੌਰ 'ਤੇ ਬਿਜ਼ਨਸ ਵਾਲਿਆਂ ਨੂੰ ਪੈਸੇ ਬਹੁਤ ਆਏ ਨੇ। ਹੁਣ ਦੱਸਣਾ ਨਹੀਂ ਕਿਸੇ ਨੇ। ਉਹਨਾਂ ਦੇ 75% ਜੇ ਰੈਵਨਿਊ ਲੂਜ਼ ਕਰ ਗਏ ਤਾਂ ਉਹਨਾਂ ਦੀ ਤਨਖਾਹ, ਹੁਣ ਰੈਂਟ ਦੀ ਗੱਲ ਚੱਲ ਰਹੀ ਹੈ, ਇਹਦੇ ਬਾਅਦ ਵੀ ਕਰਜ਼ਾ। ਇਸ 'ਤੇ ਗੱਲਬਾਤ ਹੋਏਗੀ। ਮਦਦ ਟਰੂਡੋ ਉਹਨਾਂ ਨੇ ਕੀਤੀ ਹੈ ਜਿਹੜੇ ਬਿਜ਼ਨਸ ਨੇ ਹੋਟਲਸ ਇੰਡਸਟਰੀ ਦੇ ਵਿੱਚ। ਇਹਦੇ 'ਚ ਹਾਰਡ ਹਿੱਟ ਹੋਏ ਹੈ ਬੈਂਕਟ ਹਾਲਾਂ ਵਾਲੇ, ਉਹਨਾਂ 'ਤੇ ਜਿਹੜੇ ਪ੍ਰੋਵਿੰਸ਼ੀਅਲ ਕੁਛ ਜਿਹੜਾ ਕੁੰਡਾ ਲੱਗਿਆ। ਅਤੇ ਬਿਜ਼ਨਸ ਦਾ ਪਾਰਟ ਹੈ, ਵਾਧਾ ਘਾਟਾ ਬਿਜ਼ਨਸ ਦੇ ਵਿੱਚ ਝੱਲਣਾ ਪੈਣਾ। ਇਹੀ ਫਰਕ ਹੈ ਨੌਕਰੀ ਕਰਨ ਵਾਲੇ ਅਤੇ ਨੌਕਰੀ ਦੇਣ ਵਾਲੇ ਦੇ ਵਿੱਚ। ਇਸ 'ਤੇ ਗੱਲਬਾਤ ਹੋਏਗੀ। ਸਮਾਂ ਇਹਦੇ ਵਿੱਚ ਮੈਂ ਜੇ ਬਚ ਗਿਆ ਤਾਂ ਇੱਕ ਗੱਲ ਜ਼ਰੂਰੀ ਕਰਨਾ ਚਾਹੁੰਦਾ ਹੈ ਕਿ ਉਮਰ ਦੇ ਹਿਸਾਬ ਦੇ ਨਾਲ ਸਾਡੀ ਜਿਵੇਂ ਉਮਰ ਹੈ ਤਿਵੇਂ ਸਾਡੇ ਰਹਿਣ ਸਹਿਣ ਦਾ ਢੰਗ ਜਿਹੜਾ ਹੈ ਉਹ ਬਦਲਣਾ ਚਾਹੀਦਾ ਜਾਂ ਨਹੀਂ। ਇਹ ਬੜੀ ਗੱਲ ਚੱਲਦੀ ਹੈ ਕਿ ਉਮਰ 17 ਦੀ ਹੋ ਗਈ, ਉਹ ਕਹਿੰਦਾ 17 ਦੀ ਨਹੀਂ ਹੈ, 17 ਦੀ ਆ ਉਮਰ, ਨਾ 17 ਦੀ ਕਹਿ। ਪਬਲਿਕ 'ਚ ਵਿਚਰਦੇ ਹਾਂ, ਧਾਰਮਿਕ ਸੰਸਥਾਵਾਂ 'ਚ ਵਿਚਰਦੇ ਹਾਂ, ਇਹ ਜਿਹੜੀ ਉਮਰ ਕਰਕੇ ਬਜ਼ੁਰਗਾਂ ਨੂੰ ਉੱਥੇ ਸੇਵਾ ਕਰਨ ਲਈ ਡਿਊਟੀਆਂ ਲਾਈਆਂ ਹੁੰਦੀਆਂ ਨੇ, ਉਹਨਾਂ ਦਾ ਅਕੀਦਾ, ਉਹਨਾਂ ਦਾ ਲੋਕਾਂ 'ਚ ਵਿਚਰਨਾ ਉਹ ਕਿਹੋ ਜਿਹਾ ਹੋਣਾ ਚਾਹੀਦਾ। ਇਸ 'ਤੇ ਵੀ ਗੱਲਬਾਤ ਹੋਏਗੀ ਜੇ ਸਮਾਂ ਬਚ ਗਿਆ ਤਾਂ ਇਹਦੇ ਵਿੱਚ, ਨਹੀਂ ਕੱਲ੍ਹ ਨੂੰ ਇਸ 'ਤੇ ਮੈਂ ਗੱਲਬਾਤ ਕਰਨੀ ਚਾਹੁੰਦੀ, ਕਿਉਂਕਿ ਕੁਝ ਨਾ ਕੁਝ ਖਬਰਾਂ ਕਮਿਊਨਿਟੀ ਦੇ ਵਿੱਚੋਂ ਆਉਂਦੀਆਂ ਰਹਿੰਦੀਆਂ ਨੇ ਜਿਹੜੀਆਂ ਸਤਿਕਾਰ ਤੋੜਦੀਆਂ ਨੇ ਕਿਤੇ। ਉਸ 'ਤੇ ਮੈਂ ਗੱਲਬਾਤ ਕਰਨੀ ਚਾਹੁੰਦੀ। ਇੱਕ ਸੱਚੀ ਘਟਨਾ ਦੇ ਆਧਾਰਿਤ 'ਤੇ ਗੱਲ ਹੋਏਗੀ, ਪਰ ਇਹ ਸੁਨੇਹਾ ਅਤੇ ਆਪਾਂ ਰਲ ਕੇ ਇੱਕ ਭਾਈਚਾਰੇ ਦੇ ਤੌਰ 'ਤੇ ਹੀ ਲੈਣਾ ਦੇਣਾ ਚਾਹੁੰਦੇ ਹਾਂ। SharePunjabRadio.ca 'ਤੇ ਲਿਸਨ ਲਾਈਵ ਥੋੜ੍ਹੀ ਜਿਹੀ ਮੁਸ਼ਕਲ ਹਲੇ ਐਪ ਦੀ। ਮੈਂ ਕਹਿ ਰਿਹਾ ਸੀ ਤੁਹਾਨੂੰ ਬਈ ਦਸੰਬਰ ਦੇ ਪਹਿਲੇ ਨਵੰਬਰ ਦੇ ਲਾਸਟ ਵੀਕ 'ਚ ਆਜੂ, ਪਰ ਕਿਸੇ ਸਮੇਂ ਵੀ ਹੁਣ ਐਪ ਤੁਹਾਡੇ ਲਈ ਆ ਸਕਦਾ। ਥੋੜ੍ਹਾ ਜਿਹਾ ਮੈਨੂੰ ਪਤਾ ਹੈ ਕਿ ਜਦ ਡਰਾਈਵਿੰਗ ਵਗੈਰਾ ਕਰਦੇ ਹੋ ਔਖਾ ਤਾਂ ਲੱਗਦਾ ਹੈ,
ਵੈਬਸਾਈਟ ਤੇ ਜਾ ਕੇ। ਪਰ ਜੇ ਵੈਬਸਾਈਟ ਤੇ ਇੱਕ ਵਾਰ ਲਿਸਨ ਲਾਈਵ ਦੱਬ ਦਿੰਦੇ ਹੋ ਤਾਂ ਚੱਲਦਾ ਰਹਿੰਦਾ। ਉਹ 2 ਵਾਰ ਦੱਬੇ ਤੇ ਫਿਰ ਸਲਿੱਪ ਜੀ ਵੀ ਕੱਢਦਾ। ਖਿਆਲ ਰੱਖਿਆ ਕਰੋ, ਜੇ ਸਲਿੱਪ ਨਿਕਲਣ ਲੱਗ ਜਾਵੇ ਤਾਂ ਮਤਲਬ 2 ਵਾਰ ਤੁਸੀਂ ਲਾਈਵ ਦੱਬਤਾ। ਬੰਦ ਕਰਕੇ ਕੇਰਾਂ ਹੀ ਦੱਬਣਾ ਬਰਕਤ ਕਰਕੇ। ਤੇ 604 204 0600 ਨੰਬਰ ਹੈ। 6042040600 ਆਨਲਾਈਨ ਨੰਬਰ ਹੈ। 604 729 1224 ਮੇਰਾ ਸੈੱਲ ਹੈ WhatsApp ਟੈਕਸਟ ਲਈ। ਹਰਜੀਤ ਸਿੰਘ ਗਿੱਲ ਸ਼ੋਅ ਨੂੰ ਤੁਸੀਂ ਸਪਾਂਸਰ ਕਰਨਾ ਚਾਹੁੰਦੇ ਹੋ, ਜਿੰਨੇ ਵਪਾਰੀ ਵੀਰ ਨੇ, ਤਾਂ ਉਸ ਨੂੰ ਤੁਸੀਂ ਸਪਾਂਸਰ ਕਰ ਸਕਦੇ ਹੋ। 6047291224 ਇਹ 'ਤੇ ਸੁਨੇਹਾ ਦੇ ਦਿਓ ਅਤੇ ਮੈਨੇਜਮੈਂਟ ਸੇਲਸ ਟੀਮ ਨੂੰ ਤੁਹਾਡਾ ਸੁਨੇਹਾ ਪਹੁੰਚਦਾ ਕਰ ਦੂੰਗਾ, ਸਵਾਰ ਕੇ ਦੱਸ ਕੇ, ਅਤੇ ਫਿਰ ਉਹ ਤੁਹਾਨੂੰ ਫੋਲੋ ਕਰਨਗੇ। SherePunjabRadio.ca ਵੈਬਸਾਈਟ ਹੈ। ਜੋ ਰੇਤੇ 'ਚ ਰਚ ਗਏ ਨੇ ਹੱਡਾਂ ਦੇ ਟੁਕੜੇ, ਜੋ ਬਣ ਗਏ ਵਰੋਲੇ ਗੁਲਾਬੀ ਜੇ ਮੁਖੜੇ। ਜੋ ਰੇਤੇ 'ਚ ਰਚ ਗਏ ਨੇ ਹੱਡਾਂ ਦੇ ਟੁਕੜੇ, ਜੋ ਬਣ ਗਏ ਵਰੋਲੇ ਗੁਲਾਬੀ ਜੇ ਮੁਖੜੇ। ਉਹ ਨਵਿਆਂ ਆਕਾਰਾਂ 'ਚ ਢਲਦੇ ਹੀ ਰਹਿਣੇ। ਇਹ ਤਾਂ ਚੱਕਰ ਨੇ, ਅਨੋਖੇ ਨੇ, ਚੱਲਦੇ ਹੀ ਰਹਿਣੇ। ਮੈਂ ਗੱਦੀਆਂ ਤੇ ਬਿਸਤਰ ਪੋਸ਼ਾਕਾਂ ਤੋਂ ਪੁੱਛਿਆ, ਮੈਂ ਹੀਰਾਂ ਤੋਂ ਪੁੱਛਿਆ, ਮੈਂ ਚਾਕਾਂ ਤੋਂ ਪੁੱਛਿਆ। ਉਹ ਕਹਿੰਦੇ ਕਿ ਬੂਟੇ ਤਾਂ ਫਲਦੇ ਹੀ ਰਹਿਣੇ, ਇਹ ਚੱਕਰ ਅਨੋਖੇ ਤਾਂ ਚੱਲਦੇ ਹੀ ਰਹਿਣੇ। ਇਹ ਗੁੰਦੀਆਂ ਜੋ ਗੁੱਤਾਂ, ਇਹ ਲਮਕਣ ਪਰਾਂਦੇ, ਇਹ ਕਿੱਥੋਂ ਸੀ ਆਏ, ਇਹ ਕਿੱਧਰ ਨੂੰ ਜਾਂਦੇ। ਇਹ ਮੌਸਮ ਨੇ, ਮੌਸਮ ਤਾਂ ਟਲਦੇ ਹੀ ਰਹਿਣੇ, ਇਹ ਚੱਕਰ ਅਨੋਖੇ ਤਾਂ ਚੱਲਦੇ ਹੀ ਰਹਿਣੇ। ਸਿਲਾਈ ਜਵਾਨੀ ਜਿਨ੍ਹਾਂ ਦੇ ਮੈਂ ਲੇਖਿਓ, ਚਾਦਰ ਦੇ ਤੋਤੇ ਉਡਾ ਕੇ ਨਹੀਂ ਵੇਖੇ। ਸਨੂਕਾਂ 'ਚ ਪਏ ਐਵੇਂ ਗਲਦੇ ਹੀ ਰਹਿਣੇ, ਇਹ ਚੱਕਰ ਅਨੋਖੇ ਤਾਂ ਚੱਲਦੇ ਹੀ ਰਹਿਣੇ। ਜਿਨ੍ਹਾਂ ਸਿਰ 'ਤੇ ਛੱਤ ਨਹੀਂ, ਨਾ ਪੈਰਾਂ 'ਚ ਜੋੜੇ, ਤੇ ਫਿਰ ਵੀ ਭਜਾਉਂਦੇ ਨੇ ਉਮਰਾਂ ਦੇ ਘੋੜੇ। ਉਹ ਭੁੱਖਾਂ ਦੇ ਤੇਹਾਂ 'ਚ ਪਲਦੇ ਹੀ ਰਹਿਣੇ, ਇਹ ਚੱਕਰ ਅਨੋਖੇ ਤਾਂ ਚੱਲਦੇ ਹੀ ਰਹਿਣੇ। ਮੈਨੂੰ ਆ ਕੇ ਪੁੱਛਦੀ ਸੀ ਮਜ਼ਹਬ ਦੀ ਟੋਲੀ, ਤੂੰ ਲਿਖਣਾ ਕਿਉਂ ਚਾਹੁੰਦਾ ਦਰਖਤਾਂ ਦੀ ਬੋਲੀ। ਇਹ ਕਾਸ਼ੀ ਬਨਾਰਸ ਤਾਂ ਬਲਦੇ ਹੀ ਰਹਿਣੇ, ਇਹ ਚੱਕਰ ਅਨੋਖੇ ਤਾਂ ਚੱਲਦੇ ਹੀ ਰਹਿਣੇ, ਇਹ ਚੱਕਰ ਅਨੋਖੇ ਤਾਂ ਚੱਲਦੇ ਹੀ ਰਹਿਣੇ। ਹਰਮਨਜੀਤ ਲਿਖਦਾ ਹੈ ਰਾਣੀ ਤੱਤ ਦੇ ਵਿੱਚ, ਖਿਆਲਾ ਕਲਾਂ ਪਿੰਡ ਹੈ ਮਾਨਸਾ ਦੇ ਨੇੜੇ। ਸ਼ੇਰੇ ਪੰਜਾਬ ਤੇ ਤੁਹਾਡਾ ਨਿੱਘਾ ਹਾਰਦਿਕ ਸਵਾਗਤ ਹੈ ਜੀ। ਫੇਰ ਹਰਜੀਤ ਸਿੰਘ ਗਿੱਲ ਸ਼ੋਅ ਦੇ ਵਿੱਚ ਨਵਕਿਨ ਸਿੰਘ ਪੱਤੀ ਹੋਰਾਂ ਦੇ ਨਾਲ ਆਪਾਂ ਹੁਣੇ ਗੱਲਬਾਤ ਸ਼ੁਰੂ ਕਰਦੇ ਹਾਂ। ਨਵਕਿਨ ਸਿੰਘ ਜੀ, ਸਵਾਗਤ ਤੁਹਾਡਾ, ਸਤਿ ਸ੍ਰੀ ਅਕਾਲ। ਸ਼ੁਕਰੀਆ ਗਿੱਲ ਸਾਹਿਬ, ਸਭ ਤੋਂ ਪਹਿਲਾਂ ਤੁਹਾਨੂੰ ਤੇ ਰੇਡੀਓ ਸ਼ੇਰੇ ਪੰਜਾਬ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਗਿੱਲ ਸਾਹਿਬ ਧੰਨਵਾਦ ਜੀ, ਬਹੁਤ ਬਹੁਤ। ਤੇ ਪਹਿਲੇ ਹਿੱਸੇ ਦੇ ਵਿੱਚ ਆਪਾਂ ਸੰਘਰਸ਼ ਦੀ ਉਹ ਗੱਲ ਕਰੀਏ। ਤੁਸੀਂ ਰਾਤ ਪਿੰਡ ਆਏ ਹੋ ਤੇ ਅੱਜ ਮੁੜ ਜਾਣਾ। ਜਦ ਤੁਰੇ ਸੀ ਦਿੱਲੀ ਵਾਲੇ ਸਰਹੱਦ ਤੋਂ, ਕਿਹੋ ਜਿਹਾ ਮਾਹੌਲ ਸੀ? ਮੀਟਿੰਗ ਆ ਜਿਹੜੀ ਕੱਲ੍ਹ ਤੁਹਾਡੇ ਤੋਂ ਬਾਅਦ ਤੁਸੀਂ ਕੋਲੇ ਸੋ ਜਾਂ ਸਰਜੀਤ ਸਿੰਘ ਫੂਲ ਉਹਨਾਂ ਨਾਲ ਵੀ ਗੱਲਬਾਤ ਕੀਤੀ, ਤੇ ਮੀਟਿੰਗ ਬੇਸਿੱਟਾ ਰਹੀ। ਕਿਹੋ ਜਿਹਾ ਮਾਹੌਲ ਸੀ ਜਦ ਤੁਸੀਂ ਸਰਹੱਦ ਤੋਂ ਤੁਰੇ? ਤੇ ਪੰਜਾਬ ਦੇ ਵਿੱਚ ਪਿੰਡ 'ਚ ਕਿਵੇਂ ਲੋਕ ਸੋਚਦੇ, ਜਿਹੜੇ ਪਿੰਡ 'ਚ ਰਹਿ ਗਏ, ਉਹਨਾਂ ਦੇ ਮਨ 'ਚ ਕੀ ਚੱਲ ਰਿਹਾ? ਦੇਖੋ ਗਿੱਲ ਸਾਹਿਬ, ਗੱਲ ਇਹ ਆ ਕਿ ਜਦੋਂ ਉੱਥੋਂ ਤੁਰੇ ਸੀ ਤਾਂ ਉੱਥੋਂ ਤੁਰਦਿਆਂ ਨੂੰ ਜਦੋਂ ਬਾਹਰ ਆਏ ਸੰਘਰਸ਼ ਦੇ ਵਿੱਚੋਂ, ਕਾਫਲੇ ਦੇ ਵਿੱਚੋਂ, ਤਾਂ ਮੁਸਲਮਾਨ ਭਾਈਚਾਰੇ ਦੇ ਲੋਕ, ਜਿਹੜੇ ਵੀ ਲੋਕ ਸੰਘਰਸ਼ ਚੋਂ ਬਾਹਰ ਆ ਰਹੇ ਸੀ, ਉਹਨਾਂ ਨੂੰ ਕੇਲੇ ਸਿਓ ਦੇ ਰਹੇ ਸੀ। ਸਾਨੂੰ ਵੀ ਉਹਨਾਂ ਨੇ ਲਗਭਗ 3 ਦਰਜਨਾਂ ਕੇਲਿਆਂ ਦੀਆਂ ਧੱਕੇ ਨਾਲ ਦਿੱਤੀਆਂ ਸੀ। ਕਿਹਾ ਵੀ ਇੱਥੇ ਕਿਸਾਨਾਂ ਨੂੰ ਜੋ, ਕਹਿੰਦੇ ਇੱਥੇ ਵੀ ਆਮ ਆ, ਕੋਈ ਗੱਲ ਨਹੀਂ, ਅਸੀਂ ਹੋਰ ਟਰੱਕ ਭਰ ਕੇ ਲਿਆ ਰਹੇ ਹਾਂ ਤੇ ਤੁਸੀਂ ਘਰੇ ਜਾ ਰਹੇ ਹੋ, ਬੱਚਿਆਂ ਲਈ ਲੈ ਕੇ ਜਾਓ। ਤਾਂ ਇਹ ਜਿਹੜਾ ਪਿਆਰ, ਇਹ ਜਿਹੜਾ ਸੁਘੜ ਸੁਨੇਹਾ ਮੁਸਲਿਮ ਭਾਈਚਾਰੇ ਦੇ ਵੱਲੋਂ ਦਿੱਤਾ ਜਾ ਰਿਹਾ ਕਿਸਾਨ ਸੰਘਰਸ਼ ਦੇ ਵਿੱਚ, ਉਹਨਾਂ ਨੂੰ ਲੱਗਦਾ ਗਿੱਲ ਸਾਹਿਬ ਵੀ ਸਾਡੀ ਸੁਰੱਖਿਆ ਹੁਣ ਹੋਣੀ ਹੈ। ਉਹ ਕਹਿੰਦੇ ਸਰਦਾਰ ਆ ਗਏ, ਸਰਦਾਰ ਜਾ ਰਹੇ ਨੇ, ਸਰਦਾਰ ਜੀ ਆਪ ਆ ਗਏ ਤਾਂ ਇਹ ਲੈ ਕੇ ਜਾਈਏ। ਤਾਂ ਇਹ ਬੜਾ ਪਿੰਡ ਤੱਕ ਗਿੱਲ ਸਾਹਿਬ ਰੂਹ ਖੁਸ਼ ਹੋ ਗਈ ਵੀ ਵਾਹ ਕਿਆ ਰੱਬ ਵਸਦਾ। ਅੱਜ ਇਹ ਵੀ ਲੱਗਿਆ ਵੀ ਸਾਡੇ ਸਰਦਾਰਾਂ ਤੇ ਮਾਣ ਕਰਦੇ ਨੇ ਜਿਹੜੇ ਮੁਸਲਿਮ ਭਾਈਚਾਰੇ ਦੀ ਕਮਿਊਨਿਟੀ ਹੈ, ਉਹਨਾਂ ਨੂੰ ਲੱਗਦਾ ਹੈਗਾ, ਕਿਉਂਕਿ 1.5% ਆ ਲਗਭਗ ਦੇਸ਼ ਦੇ ਵਿੱਚ, ਔਰ ਉਹ 15% ਦੇ ਲਗਭਗ ਨੇ, ਔਰ ਉਹਨਾਂ ਨੂੰ ਇਹ ਲੱਗਦਾ ਗਾ ਕਿ ਸਾਡੀ ਰੱਖਿਆ ਕਰਨਗੇ। ਉਹਨਾਂ ਨੂੰ ਇਹ ਲੱਗਦਾ ਕਿ ਦਿੱਲੀ ਜਿਹੜੀ ਉਹਨਾਂ ਨੇ ਵੀ ਘੇਰੀ ਸੀ ਲਾਕਡਾਊਨ ਤੋਂ ਪਹਿਲਾਂ, ਕਰੋਨਾ ਵਾਇਰਸ ਦੀ ਇਸ ਮਹਾਂਮਾਰੀ ਤੋਂ ਪਹਿਲਾਂ, ਉਦੋਂ ਸ਼ਹੀਨ ਬਾਗ ਦਾ ਮੋਰਚਾ ਸੀ ਦੇ ਖਿਲਾਫ ਪ੍ਰੋਟੈਸਟ, ਉਦੋਂ ਵੀ ਜਾ ਕੇ ਸਿੱਖਾਂ ਨੇ ਉਹਨਾਂ ਦੇ ਪੱਖ 'ਚ ਹਾਂ ਦਾ ਨਾਅਰਾ ਮਾਰਿਆ ਸੀ, ਗੁਰੂ ਦਾ ਲੰਗਰ ਲਾਇਆ ਸੀ, ਉਦੋਂ ਵੀ ਪ੍ਰੋਟੈਸਟ ਕੀਤੇ। ਤੇ ਹੁਣ ਫਿਰ
ਸੋ ਇਹ ਬੜੀ ਵਧੀਆ ਗੱਲ ਹੈ। ਜਦੋਂ ਪਿੰਡਾਂ ਦੇ ਵਿੱਚ ਗਿੱਲ ਸਾਹਿਬ ਜਿਹੜਾ ਮਾਹੌਲ ਹੈ, ਪਿੰਡਾਂ ਦੇ ਵਿੱਚ ਮਾਹੌਲ ਬੜਾ ਵਧੀਆ ਹੈ। ਚੰਨਨਾਲ ਪਿੰਡ ਹੈ ਗਿੱਲ ਸਾਹਿਬ, ਆਪਣੇ ਇਲਾਕੇ ਦੇ ਵਿੱਚ, ਤੁਹਾਡੀ ਨੇੜੇ ਰਿਸ਼ਤੇਦਾਰੀ ਹੈ ਤੇ ਤੁਸੀਂ ਵੀ ਉੱਥੇ ਬਹੁਤ ਗਏ ਹੋ। ਸਾਡੇ ਇਲਾਕੇ ਦੇ ਵਿੱਚ ਨਾ NRI ਦੇ ਪਿੰਡ ਦੇ ਤੌਰ ਦੇ ਉੱਤੇ ਮਸ਼ਹੂਰ ਹੈ ਵੀ ਇਹ ਤਾਂ ਜੀ ਪ੍ਰਵਾਸੀ ਭਾਰਤੀਆਂ ਦਾ ਪਿੰਡ ਹੈ, ਬੜਾ ਸੋਹਣਾ ਬਣਾਇਆ ਪਿੰਡ। ਉਸ ਪਿੰਡ ਦੀ ਗਿੱਲ ਸਾਹਿਬ ਅੱਜ ਸਟੋਰੀ ਵੀ ਕਵਰ ਕੀਤੀ ਕਿ ਉਸ ਪਿੰਡ ਦੇ ਵਿੱਚ ਲਗਭਗ 40 ਬੰਦੇ ਦਿੱਲੀ ਗਏ ਹੋਏ ਨੇ। ਸਤਿਕਾਰ ਕਮੇਟੀ ਉੱਥੇ, ਸਤਿਕਾਰ ਕਮੇਟੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਤਿਕਾਰ ਕਮੇਟੀ ਬਣੀ ਹੋਈ ਹੈ ਪਿੰਡ 'ਚ। ਸਤਿਕਾਰ ਕਮੇਟੀ 'ਚ ਸਾਰੇ ਨੌਜਵਾਨ ਨੇ। ਨੌਜਵਾਨਾਂ ਨੇ ਗਿੱਲ ਸਾਹਿਬ ਇਕੱਠੇ ਹੋ ਕੇ ਤਹਈਆ ਕਰ ਲਿਆ ਵੀ ਜਿਹੜੇ 40 ਬੰਦੇ ਦਿੱਲੀ ਗਏ ਹੋਏ ਨੇ ਉਹਨਾਂ ਦੇ ਖੇਤਾਂ 'ਚ ਸਪਰੇਅ ਵੀ ਆਪਾਂ ਕਰਨੀ ਹੈ, ਉਹਨਾਂ ਦੇ ਖੇਤਾਂ 'ਚ ਰੇਹ ਵੀ ਆਪਾਂ ਪਾਉਣਾ, ਉਹਨਾਂ ਦੇ ਖੇਤਾਂ 'ਚ ਪਾਣੀ ਵੀ ਆਪਾਂ ਲਾਉਣਾ। 40 ਬੰਦਿਆਂ ਦੀ ਉਹਨਾਂ ਨੇ ਬਣਾ ਕੇ ਲਿਸਟ ਗਿੱਲ ਸਾਹਿਬ 2 ਦਿਨ ਹੋ ਗਏ, ਉਹਨਾਂ ਨੇ 6 ਬੰਦੇ ਕਹਿੰਦੇ ਬਾਈ ਜੀ ਅਸੀਂ ਕੰਪਲੀਟ ਕਰ ਲਏ। ਮੈਂ ਫੋਨ ਤੇ ਗੱਲ ਕੀਤੀ ਉਹਨਾਂ ਨਾਲ, ਉਹ ਕਹਿੰਦੇ 34 ਬੰਦੇ ਰਹਿ ਗਏ, ਅਸੀਂ 6 ਬੰਦਿਆਂ ਦੇ ਖੇਤਾਂ 'ਚ ਸਾਰਾ ਕੰਮ ਕਰਤਾ। ਔਰ ਅਸੀਂ ਉਹ ਕਹਿੰਦੇ 1 ਹਫ਼ਤੇ ਦੇ ਵਿੱਚ ਪੂਰੇ ਪਿੰਡ ਦੇ ਜਿੰਨੇ ਬੰਦੇ ਦਿੱਲੀ ਗਏ ਆ ਸਾਰਿਆਂ ਦੇ ਕੰਮ ਕਰ ਦਿਆਂਗੇ। ਉਹ ਕਹਿੰਦੇ ਇਕੱਲੇ ਖੇਤਾਂ ਦੇ ਕੰਮ ਹੀ ਨਹੀਂ, ਅਸੀਂ ਉਹਨਾਂ ਦੇ ਘਰੇ ਗਏ ਆ, ਜਾ ਕੇ ਕਈ ਘਰਾਂ 'ਚ ਤਾਂ ਇਕੱਲੀਆਂ ਔਰਤਾਂ ਰਹਿ ਗਈਆਂ, ਮਰਦ ਚਲੇ ਗਏ। ਉਹ ਕਹਿੰਦੇ ਅਸੀਂ ਉਹਨਾਂ ਨੂੰ ਜਾ ਕੇ ਕਿਹਾ ਵੀ ਚਾਚੀ, ਤਾਈ, ਭਾਬੀ, ਮਾਸੀ ਜੋ ਵੀ ਲੱਗਦੀ ਆ ਵੀ ਘਰੇ ਚਾਹੇ ਆਟਾ ਪਿਹਾਉਣਾ ਹੋਵੇ, ਚਾਹੇ ਦਾਣਾ ਪਿਹਾਉਣਾ ਹੋਵੇ, ਚਾਹੇ ਕੋਈ ਸੌਦਾ ਮੰਗਵਾਉਣਾ ਹੋਵੇ, ਪੈਸੇ ਤੁਹਾਡੇ ਕੋਲ ਹੈਗੇ ਆ ਨਹੀਂ ਹੈਗੇ, ਹੈਗੇ ਆ ਘਰੇ ਪਿਆ ਤਾਂ ਫੜਾ ਦਿਓ, ਨਹੀਂ ਕੋਈ ਗੱਲ ਨਹੀਂ ਅਸੀਂ ਆਪੇ ਕਰ ਲਾਂਗੇ ਇੰਤਜ਼ਾਮ, ਸਾਨੂੰ ਮਾੜਾ ਜਿਹਾ ਫੋਨ ਮਾਰ ਦਿਓ, ਹਾਕ ਮਾਰ ਦਿਓ, ਅਸੀਂ ਸਾਰੇ ਇੰਤਜ਼ਾਮ ਆਪੇ ਕਰਾਂਗੇ। ਔਰ ਇਹੀ ਗੱਲ ਰੈਸਰ ਪਿੰਡ ਦੇ ਵਿੱਚੋਂ ਗਿੱਲ ਸਾਹਿਬ ਆ ਰਹੀ ਹੈ, ਇਹੀ ਨਾਈ ਵਾਲਾ ਚੋਂ ਆ ਰਹੀ ਹੈ। ਪੰਜਾਬ ਦੇ ਵਿੱਚੋਂ ਜਿਹੜੀ ਇਹ ਭਾਈਚਾਰਕ ਏਕਤਾ ਆ ਰਹੀ ਹੈ, ਕਿਉਂਕਿ ਜੰਗ ਜਦੋਂ ਲੜੀ ਜਾਂਦੀ ਹੈ, ਮੁਗਲਾਂ ਖਿਲਾਫ ਲੜੀ, ਸਾਡੇ ਗੁਰੂਆਂ ਪੀਰਾਂ ਨੇ ਲੜੀ, ਬੜੀਆਂ ਇਤਿਹਾਸ ਗਦਰ ਪਾਰਟੀ ਵੇਲੇ ਵੀ ਚੱਕੇ ਗਏ। ਕੁਛ ਲੋਕ ਫਰੰਟ ਤੇ ਰਹਿ ਕੇ ਜੰਗ ਲੜਦੇ ਹੁੰਦੇ ਨੇ ਤੇ ਕੁਛ ਲੋਕ ਪਿੱਛੇ ਰਹਿ ਕੇ ਸਹਿਯੋਗ ਕਰਦੇ ਹੁੰਦੇ ਨੇ, ਹੁੰਡੀ ਬਰਾਬਰਤਾ ਹੈ। ਜਿਹੜੇ NRI 10 ਰੁਪਏ ਵੀ ਭੇਜ ਰਹੇ ਨੇ ਨਾ, $10 ਜਾਂ 10 ਰੁਪਏ ਵੀ ਭੇਜ ਰਹੇ ਨੇ, ਉਹਦਾ ਯੋਗਦਾਨ ਵੀ ਉਨਾ ਹੀ ਹੈ। ਜਿਹੜਾ ਮੂਹਰੇ ਹੋ ਕੇ ਲੜ ਰਿਹਾ ਉਹਦਾ ਵੀ, ਤੇ ਜਿਹੜੇ ਖੇਤਾਂ 'ਚ ਜਾ ਕੇ ਪਾਣੀ ਦੇ ਰਹੇ ਨੇ ਉਹਦਾ ਵੀ ਉਨਾ ਹੀ ਹੈ। ਅਸਲ 'ਚ ਇੱਕ ਲਹਿਰ ਬਣ ਚੁੱਕੀ ਹੈ, ਜਿਹੜੀ ਲਹਿਰ ਇਸ ਪੰਜਾਬ ਦੀ ਫਿਜ਼ਾ ਦੇ ਵਿੱਚੋਂ ਦਿਖਾਈ ਦਿੰਦੀ ਹੈ। ਤੇ ਇਹੀ ਲਹਿਰ ਹੈ ਜਿਹੜੀ ਉਹ ਅਮਿਤ ਸ਼ਾਹ, ਨਰਿੰਦਰ ਮੋਦੀ, ਜਿਹੜੇ ਕਹਿੰਦੇ ਇਹ ਤਾਂ ਗੱਲ ਹੀ ਨਹੀਂ ਕਰਦੇ, ਪਹਿਲਾਂ ਕਹਿੰਦੇ ਸੀ ਅਸੀਂ ਤਾਂ ਜੀ ਗੱਲ ਤਾਂ ਕਰਾਂਗੇ ਜੇ ਇਹ ਜਾ ਕੇ ਉਹ ਨਿਰੰਕਾਰੀਆਂ ਵਾਲਾ ਜਿਹੜਾ ਬੁਰਾੜੀ ਮੈਦਾਨ ਆ ਉਹਦੇ 'ਚ ਬੈਠਣਗੇ, ਉਹ ਅੱਜ ਗੱਲ ਕਰਦੇ ਸੀਗੇ ਕਿਸਾਨਾਂ ਦੇ ਨਾਲ। ਤਾਂ ਇਹ ਜਿਹੜਾ ਧੁਰ ਅੰਦਰ ਤੱਕ ਹਿੱਲੇ ਨੇ, ਜਿਹੜੇ ਕਦੇ ਨਹੀਂ ਹਿੱਲੇ, ਜਿਹੜੇ ਕਹਿੰਦੇ ਸੀ ਅਸੀਂ ਜਿੱਤਾਂ ਦਰਜ ਕਰਦੇ ਤੁਰੇ ਆ ਰਹੇ ਹਾਂ, ਉਹਨਾਂ ਨੂੰ ਜੇ ਪੰਜਾਬੀਆਂ ਨੇ ਹਿਲਾਇਆ ਤਾਂ ਇਹ ਹੈ ਗਿੱਲ ਸਾਹਿਬ ਚੰਨਨਾਲ ਪਿੰਡ ਦੀ ਕਹਾਣੀ, ਜਿਹੜੀ ਘਰਾਂ 'ਚ ਜਾ ਕੇ ਵੀ ਤੁਸੀਂ ਜਾਓ ਅਸੀਂ ਪਾਣੀ ਲਾਵਾਂਗੇ। ਇਹ ਤੋਂ ਡਰਦਾ ਮੋਦੀ, ਹੋਰ ਕਿਸੇ ਤੋਂ ਨਹੀਂ ਡਰਦਾ ਜੀ। ਅੱਛਾ, ਜਿਹੜੇ ਆਪਣੇ ਮਾਨਸਾ ਕੋਲ ਦੇ ਬਾਬਾ ਧੰਨਾ ਸਿੰਘ ਪਿਛਲੇ ਦਿਨੀ ਸਵਰਗਵਾਸ ਹੋ ਗਏ ਐਕਸੀਡੈਂਟ 'ਚ, ਉਹਨਾਂ ਬਾਰੇ ਕੀ ਗੱਲਬਾਤ ਚੱਲ ਰਹੀ ਹੈ, ਕੀ ਖਬਰ ਹੈ ਪਰਿਵਾਰ ਦੇ ਬਾਰੇ, ਤੇ ਉਹਨਾਂ ਦੀ ਮਾਇਕ ਸਹਾਇਤਾ ਦੀ ਜੇ ਤੁਸੀਂ ਉੱਥੋਂ ਪਤਾ ਕਰੋ ਆਪਣੇ ਕੱਲ੍ਹ ਤੱਕ ਜਾਂ ਆਉਣ ਵਾਲੇ ਦਿਨਾਂ ਤੱਕ ਖਬਰ ਪਹੁੰਚਦੀ ਕਰੋ, ਤਾਂ ਉਹਨਾਂ ਲਈ ਆਪਾਂ ਇੱਥੇ ਕੋਸ਼ਿਸ਼ ਜਿਹੜੀ, ਕਿਉਂਕਿ ਗੱਲਾਂ ਚੱਲ ਪਈਆਂ, ਤੇ ਨਾਲ ਹੀ ਮੈਂ ਸੁਣਨ ਵਾਲਿਆਂ ਨੂੰ ਕਹਾਂ ਕਿ ਠੱਗ ਵੀ ਹੋ ਗਏ ਸ਼ੁਰੂ, ਪੇਜ ਬਣਾ ਲਏ, ਪੈਸੇ ਲੱਗੇ ਇਕੱਠੇ ਕਰਨ, ਠੱਗਾਂ ਤੋਂ ਬਚਿਓ। ਇਸ ਸਮੇਂ ਜਦ ਵੀ ਦੁਨੀਆ 'ਚ ਇਹੋ ਜਿਹਾ ਕੁਛ ਹੁੰਦਾ ਇਹੋ ਜਿਹਾ ਚੱਲਦੇ ਨੇ, ਕੋਈ ਜਥੇਬੰਦੀ ਪ੍ਰੋਪਰ ਹੋਵੇਗੀ ਆਉਣ ਵਾਲੇ ਸਮੇਂ 'ਚ, ਤੁਹਾਡਾ ਪੈਸਾ ਧੇਲਾ ਸਾਂਭਿਆ ਜਾਵੇ ਫੇਰ ਉਹ ਜਾਵੇ। ਬਾਬਾ ਧੰਨਾ ਸਿੰਘ ਦੇ ਪਰਿਵਾਰ ਦੇ ਬਾਰੇ ਸੁਣਨ ਵਾਲਿਆਂ ਨੂੰ ਦੱਸੋ ਜੀ। ਜੀ ਗਿੱਲ ਸਾਹਿਬ, ਦੇਖੋ ਜਿਹੜਾ ਕਿਸਾਨ ਸੰਘਰਸ਼ ਚੱਲਿਆ, ਇਸ ਕਿਸਾਨ ਸੰਘਰਸ਼ ਦਾ ਸਭ ਤੋਂ ਪਹਿਲਾ ਸ਼ਹੀਦ ਆ ਜਿਹੜਾ ਉਹ ਧੰਨਾ ਸਿੰਘ ਹੈ। ਮਾਨਸਾ ਜ਼ਿਲ੍ਹੇ ਦੇ ਵਿੱਚ ਖਿਆਲਾ ਚਹਿਲਾਂ ਪਿੰਡ ਨੂੰ ਬਿਲੋਂਗ ਕਰਦਾ ਗਾ ਉਹ। ਉਸ ਦੀ ਕਿਸਾਨ ਸੰਘਰਸ਼ ਦੌਰਾਨ ਟਰਾਲੀ ਪਲਟਣ ਕਾਰਨ ਜਿਹੜੀ ਮੌਤ ਹੈ, ਸ਼ਹਾਦਤ ਹੈ ਜਿਹੜੀ ਉਹ ਹੋਈ ਹੈ। ਉਸ ਤੋਂ ਬਾਅਦ ਦੂਜਾ ਸ਼ਹੀਦ ਜਿਹੜਾ ਹੋਇਆ ਗਿੱਲ ਸਾਹਿਬ ਇਸ ਕਿਸਾਨ ਸੰਘਰਸ਼ ਦੇ ਵਿੱਚ, ਉਹ ਧਨੌਲੇ ਦਾ ਉਹ ਵਿਅਕਤੀ ਹੈ ਜਿਹੜਾ ਉਹ ਟਰੈਕਟਰਾਂ ਦਾ ਮਕੈਨਿਕ ਗਿੱਲ ਸਾਹਿਬ, ਉਹਨੇ ਐਲਾਨ ਕੀਤਾ ਸੀ ਵੀ ਮੈਂ ਟਰੈਕਟਰ ਫ੍ਰੀ ਮਾਰੂ, ਜੇ ਕਿਸੇ ਨੂੰ ਵੀ ਕਿਤੇ ਵੀ ਦਿੱਲੀ ਤੱਕ ਟਰੈਕਟਰ ਖਰਾਬ ਹੋ ਜੇ। ਦਿੱਲੀ ਜਾ ਕੇ ਕਿਸਾਨ ਮੋਰਚੇ 'ਚ ਟਰੈਕਟਰ ਖਰਾਬ ਹੋ ਗਿਆ ਭਾਰਤੀ ਕਿਸਾਨ ਯੂਨੀਅਨ ਗਰਾਹਾਂ ਦਾ, ਉਹਨਾਂ ਨੇ ਫੋਨ ਮਾਰਿਆ, ਉਹ ਕਹਿੰਦੇ ਬਾਈ ਸਾਡਾ ਟਰੈਕਟਰ ਖਰਾਬ ਹੋ ਗਿਆ। ਕਹਿੰਦਾ ਬਾਈ ਆਇਆ, ਮੈਂ ਗੱਡੀ ਲਈ ਗਿੱਲ ਸਾਹਿਬ ਦਿੱਲੀ ਚਲਿਆ ਗਿਆ, ਜਾ ਕੇ ਉਹਨੇ ਟਰੈਕਟਰ ਸਮਾਰਿਆ, ਹਨੇਰਾ ਹੋ ਗਿਆ, ਉੱਥੇ ਹੀ ਸੌਂ ਗਿਆ ਕਿਸਾਨ ਮੋਰਚੇ ਦੇ ਵਿੱਚ ਹੀ ਆਪਦੀ ਕਾਰ 'ਚ, ਸਵਿਫਟ ਕਾਰ 'ਚ। ਰਾਤ ਨੂੰ ਪਤਾ ਨਹੀਂ ਕੀ ਹੋਇਆ, ਅਚਾਨਕ ਅੱਗ ਲੱਗ ਗਈ ਕਾਰ ਨੂੰ, ਵਿੱਚ ਜਿਉਂਦਾ ਹੀ ਚੜ ਗਿਆ। ਉਹ ਦੂਜਾ ਸ਼ਹੀਦ ਹੈ ਕਿਸਾਨ ਮੋਰਚੇ ਦਾ। ਤੀਜਾ ਸ਼ਹੀਦ ਗਿੱਲ ਸਾਹਿਬ ਕਿਸਾਨ ਮੋਰਚੇ ਦਾ, ਉਹਦੀ ਮੌਤ ਆ ਜਿਹੜੀ ਉਹ ਕੱਲ ਹੋਈ ਆ। ਉਹ ਕਿਸਾਨ ਮੋਰਚੇ ਦਾ ਸ਼ਹੀਦ ਹੈ ਸਮਰਾਲਾ ਨੇੜਲੇ ਪਿੰਡ ਖੱਟਰਾਂ ਦਾ ਕਿਸਾਨ ਗੱਜਣ ਸਿੰਘ, 55 ਸਾਲਾਂ ਦੀ ਉਹਦੀ ਉਮਰ ਹੈ। ਟਿਕਰੀ ਬਾਰਡਰ ਦੇ ਉੱਤੇ ਧਰਨੇ ਦੌਰਾਨ ਜਿਹੜੀ ਹਾਰਟ ਅਟੈਕ ਦੇ ਨਾਲ ਉਹਦੀ ਮੌਤ ਹੋਈ ਹੈਗੀ। ਉਹ ਇਹ
3 ਸ਼ਹੀਦ ਜਿਹੜੇ ਇਸ ਕਿਸਾਨ ਮੂਵਮੈਂਟ ਦੇ ਹੁਣ ਤੱਕ ਉਹ ਹੋ ਚੁੱਕੇ ਨੇ। ਇੱਕ ਮਾਨਸਾ ਡਿਸਟ੍ਰਿਕਟ ਦਾ, ਇੱਕ ਜਿਹੜਾ ਧਨੌਲੇ ਦਾ ਜਨਕਰਾਜ, ਤੇ ਤੀਜਾ ਜਿਹੜਾ ਉਹ ਖੱਤਰਾ ਪਿੰਡ ਦਾ ਸਮਰਾਲੇ ਕੋਲਦਾ ਗੱਜਣ ਸਿੰਘ 55 ਸਾਲਾ ਜਿਹਦੀ ਹਾਰਟ ਅਟੈਕ ਦੇ ਨਾਲ ਸੰਘਰਸ਼ ਦੇ ਵਿੱਚ ਹੀ ਮੌਤ ਹੋਈ ਹੈ। ਉਹ ਤਿੰਨਾਂ ਦੇ ਹੁਣ 3 ਸ਼ਹੀਦ ਆ ਜਿਹੜੇ ਉਹ ਹੋ ਚੁੱਕੇ ਨੇ। ਆਪਾਂ ਕੋਸ਼ਿਸ਼ ਕਰੂੰ ਮੈਂ ਕੱਲ ਤੱਕ ਕਿ ਇਹਨਾਂ ਪਤਾ ਕਰਾਂ ਕਿ ਇਹਨਾਂ ਦੇ ਕਿਸ ਤਰੀਕੇ ਦੇ ਹਾਲਾਤ ਨੇ ਘਰਾਂ ਦੇ, ਔਰ ਜਿਹੜਾ ਧਨੌਲੇ ਪਿੰਡ ਦਾ ਮਿਸਤਰੀ ਹੈ ਉਹਦੇ ਹਾਲਾਤ ਜਿਹੜੇ ਕੋਈ ਬਹੁਤੇ ਸਾਵੇਂ ਨਹੀਂ ਹੈਗੇ, ਪਰ ਉਹਦਾ ਅਜੇ ਤੱਕ ਸੰਸਕਾਰ ਨਹੀਂ ਕੀਤਾ। 2 ਦਿਨ ਹੋ ਗਏ। ਕਿਸਾਨ ਜਥੇਬੰਦੀ ਉਹਦਾ ਜਿਹੜੀ ਡੈਡ ਬੋਡੀ ਆ ਉਹ ਰੱਖੀ ਬੈਠੀ ਹੈ ਵੀ ਅਸੀਂ ਇਹਦਾ ਜਿਹੜਾ ਉਹ ਪੋਸਟਮਾਰਟਮ ਵੀ ਉਦੋਂ ਤੱਕ ਨਹੀਂ ਕਰਾਵਾਂਗੇ ਜਦੋਂ ਤੱਕ ਇਹਦੇ ਪਰਿਵਾਰ ਦੀ ਜਿਹੜੀ ਮੈਕ ਸਹਾਇਤਾ ਨਹੀਂ ਦਿੱਤੀ ਜਾਂਦੀ। ਕਿਉਂਕਿ ਗਿੱਲ ਸਾਹਿਬ ਜਿਹੜੀ ਉਹਦੀ ਮੈਂ ਤੁਹਾਨੂੰ ਫੋਟੋ ਵੀ ਸੈਂਡ ਕਰੂੰ, ਜਿਹੜੀ ਉਹਦੇ ਸਵਿਫਟ ਕਾਰ 'ਚ ਮੱਚਿਆ ਨਾ, ਸਵਿਫਟ ਕਾਰ ਦੇ ਮੂਹਰੇ ਵਾਰਨਟ ਦੇ ਉੱਤੇ ਉਹਦੇ ਉੱਤੇ ਲਿਖਿਆ ਹੋਇਆ ਗਾ ਸਪੈਸ਼ਲੀ ਉਹਦੀ ਆਪਦੀ ਕਾਰ ਤੇ ਕਿ ਜਿੱਥੇ ਵੀ ਕਿਤੇ ਕਿਸਾਨ ਸੰਘਰਸ਼ ਦੌਰਾਨ ਟਰੈਕਟਰ ਖਰਾਬ ਹੁੰਦਾ ਮੈਨੂੰ ਸੱਦੋ, ਆਹ ਮੇਰਾ ਫੋਨ ਨੰਬਰ ਹੈ। ਔਰ ਸਾਰੀ ਗੱਡੀ ਸੜ ਗਈ, ਉਹ ਉਵੇਂ ਦਾ ਉਵੇਂ ਲਿਖਿਆ ਪਿਆ ਉਹਦੇ ਉੱਤੇ। ਅੱਛਾ, ਦੁਨੀਆ ਭਰ ਦੇ ਰਾਜਨੀਤਿਕ ਜਿਹੜੇ ਨੇਤਾ ਨੇ ਉਹ ਕਿਸਾਨਾਂ ਦੇ ਜਿੱਥੇ ਸਾਡੀ ਬੜੀ ਵਸੋਂ ਹੈ ਉਹਦੇ ਲਈ ਗੱਲ ਕਰ ਰਹੇ ਨੇ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ, ਕੰਜ਼ਰਵੇਟਿਵ ਦੇ ਲੀਡਰ ਐਰਨ ਓਟੂਲ ਨੇ, NDP ਦੇ ਲੀਡਰ ਸਰ ਜਗਮੀਤ ਸਿੰਘ ਨੇ, ਸਾਰਿਆਂ ਨੇ ਸੁਨੇਹਾ ਦਿੱਤਾ ਹੈ ਕਿ ਅਸੀਂ ਕਿਸਾਨਾਂ ਦੇ ਨਾਲ ਹਾਂ ਅਤੇ ਸਾਰਿਆਂ ਸ਼ਹਿਰਾਂ ਦੇ ਵਿੱਚ ਆਥਣੇ ਜਵਾਕ ਜੱਲਾ ਸਾਡਾ ਟੱਬਰ ਲੈ ਕੇ ਬੜੇ ਬੜੇ ਬੋਰਡ ਖੜ੍ਹਦੇ ਨੇ ਸਰੀ 'ਚ। ਕੱਲ੍ਹ ਨੂੰ ਇੱਕ ਵੱਡੀ ਰੈਲੀ ਵੀ ਸਰੀ 'ਚੋਂ ਕੱਢੀ ਜਾ ਰਹੀ ਹੈ ਜਿਹੜੀ ਭਾਰਤੀ ਸਫਾਰਤਖਾਨੇ ਤੱਕ ਜਾਣੀ ਹੈ, ਡਾਊਨਟਾਊਨ ਤੱਕ। ਟਰੂਡੋ ਦੇ ਕਹਿਣ 'ਤੇ, ਕੈਨੇਡਾ ਦੀ ਸਰਕਾਰ ਦੇ ਕਹਿਣ 'ਤੇ, ਪ੍ਰਧਾਨ ਮੰਤਰੀ ਦੇ BJP ਵਾਲੇ ਔਖੇ ਹੋਏ ਨੇ। ਕਿਹਨੇ ਕੀ ਕਿਹਾ? ਜੀ ਗਿੱਲ ਸਾਹਿਬ ਦੇਖੋ, ਇਹ ਲੋਹੇ ਲਾਖੇ ਹੋ ਗਏ ਵੀ ਜਿਹੜਾ ਕੈਨੇਡਾ ਦਾ ਪ੍ਰਧਾਨ ਮੰਤਰੀ ਆ ਉਹ ਕਿਉਂ ਬੋਲਿਆ, ਕਿਉਂਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਦੇ ਬੋਲਣ ਦੇ ਨਾਲ ਇਹ ਜਿਹੜੀ ਆਵਾਜ਼ ਆ ਉਹ ਅੰਤਰਰਾਸ਼ਟਰੀ ਪੱਧਰ ਤੱਕ ਚਲੀ ਗਈ। ਇਹ ਤਾਂ ਕੌਮੀ ਮੀਡੀਆ ਦੇ ਸਾਡੇ ਜਿਹੜੇ ਨਿਊਜ਼ ਚੈਨਲ ਨੇ ਗਿੱਲ ਸਾਹਿਬ, ਉਹਨਾਂ ਨੂੰ ਰੋਕੀ ਬੈਠੇ ਸੀ ਵੀ ਤੁਸੀਂ ਕਵਰ ਨਹੀਂ ਕਰਨਾ। ਕੌਮੀ ਮੀਡੀਆ ਵਾਲੇ ਕਵਰ ਨਹੀਂ ਕਰ ਰਹੇ, ਇਹ ਤਾਂ ਜਿਹੜਾ ਚੈਨਲ ਕਵਰ ਕਰ ਰਹੇ ਨੇ ਕੋਈ ਆਪਣੇ ਵਰਗੇ ਜਿਹੜੇ ਪ੍ਰਵਾਸੀ ਭਾਰਤੀ ਚਲਾਉਂਦੇ ਤੁਹਾਡੇ ਵਰਗੇ ਬੰਦੇ ਜਿਹੜੇ ਯੂਰਪ ਦੇ ਨਾਲ ਗੱਲ ਕਰਦੇ ਨੇ, ਜਿਨ੍ਹਾਂ ਨੂੰ ਹੈ ਨਹੀਂ ਵੀ ਅਸੀਂ ਭਾਰਤ ਆਵਾਂਗੇ ਤਾਂ ਸਾਨੂੰ ਇੱਥੇ ਫੁੱਲ ਵਿਛਾਉਣਗੇ, ਇਹ ਉਹ ਗੱਲ ਕਰਦੇ ਨੇ। ਜਾਂ ਸੋਸ਼ਲ ਮੀਡੀਆ ਕਿਸਾਨਾਂ ਦਾ ਸਹਾਈ, ਜਾਂ ਕੁਛ ਖੇਤਰੀ ਮੀਡੀਆ ਦੇ ਚੈਨਲ ਨੇ, ਜਾਂ ਪੰਜਾਬ ਦੇ ਕੁਛ ਸੋਸ਼ਲ ਮੀਡੀਆ ਦੇ ਚੈਨਲ ਨੇ ਜਿਹੜੇ ਕਿਸਾਨਾਂ ਦੀ ਆਵਾਜ਼ ਕਰ ਰਹੇ ਨੇ। ਅਦਰਵਾਈਜ਼ ਜਿਹੜਾ ਭਾਰਤ ਦਾ ਕੌਮੀ ਮੀਡੀਆ, ਜਿਹਨੂੰ ਖੋਤੀ ਮੀਡੀਆ ਵੀ ਕਿਹਾ ਜਾਂਦਾ, ਭਜਾਉਂਦੇ ਵੀ ਨੇ ਉੱਥੋਂ ਕਿਸਾਨ ਕਿ ਜਾਓ ਇੱਥੋਂ ਨਿਕਲ ਜਾਓ, ਸਾਨੂੰ ਨਹੀਂ ਤੁਹਾਡੀ ਲੋੜ, ਤਾਂ ਉਹ ਕਿਸਾਨਾਂ ਦੀ ਗੱਲ ਨਹੀਂ ਕਰ ਰਿਹਾ। ਸੋ ਜਿਹੜੀ ਇਹ ਜਸਟਿਨ ਟਰੂਡੋ ਨੇ ਕਰਿਆ, ਦੇਖੋ ਉਹਨੇ ਅੰਤਰਰਾਸ਼ਟਰੀ ਪੱਧਰ ਤੱਕ ਕਿਸਾਨਾਂ ਦੀ ਇੰਟਰਨੈਸ਼ਨਲ ਮੀਡੀਆ 'ਚ ਆਵਾਜ਼ ਪਹੁੰਚਾਤੀ। ਸਿੱਧੇ ਤੌਰ ਦੇ ਉੱਤੇ ਹਿੱਕ ਠੋਕ ਕੇ ਕਹਿਤਾ ਵੀ ਕਿਸਾਨਾਂ ਨਾਲ ਮੈਨੂੰ ਕਹਿੰਦੇ ਬੜਾ ਹੇਜ ਹੈ, ਬੜੀ ਹਮਦਰਦੀ ਹੈ। ਠੰਡ ਦੇ ਦਿਨਾਂ ਦੇ ਵਿੱਚ ਪੰਜਾਬ ਦਾ ਕਿਸਾਨ ਹੈਗਾ ਜਿਹੜਾ ਉਹ ਸੜਕਾਂ ਦੇ ਉੱਤੇ ਬੈਠਾ ਹੈਗਾ। ਸੋ ਉਸ ਤੋਂ ਬਾਅਦ ਜਿਹੜਾ ਭਾਰਤ ਦੀ ਹਕੂਮਤ ਆ ਇਹ ਬਹੁਤ ਤੜਫ ਉੱਠੀ। ਭਾਰਤ ਸਰਕਾਰ ਦੇ ਨੁਮਾਇੰਦੇ ਕਹਿੰਦੇ ਸਾਡਾ ਘਰੇਲੂ ਮਸਲਾ ਹੈ, ਔਰ ਕੋਈ ਰਾਈਟ ਨਹੀਂ ਕਹਿੰਦੇ ਜਸਟਿਨ ਟਰੂਡੋ ਨੂੰ ਕਿ ਉਹ ਇਸ ਮਸਲੇ 'ਚ ਸਾਡੇ 'ਚ ਦਖਲ ਦੇਵੇ। ਔਰ ਭਾਰਤ ਦੇ ਸਫਾਰਤਖਾਨੇ ਨੇ ਤਾਂ ਇੱਥੋਂ ਤੱਕ ਕਿਹਾ ਗਿਆ ਕਿ ਜਸਟਿਨ ਟਰੂਡੋ ਨੂੰ ਜਿਹੜਾ ਉਹ ਇਹ ਤਾਂ ਨਹੀਂ ਕਹਿਣਾ ਚਾਹੀਦਾ ਸੀ। ਸੋ ਇਹ ਜਿਹੜਾ ਜਸਟਿਨ ਟਰੂਡੋ ਬੋਲੇ, ਉਦੋਂ ਬਾਅਦ ਗਿੱਲ ਸਾਹਿਬ ਇੰਗਲੈਂਡ ਦੇ ਜਿਹੜੇ MP ਨੇ ਤਰਨਜੀਤ ਸਿੰਘ ਢੇਸੀ, ਉਹਨਾਂ ਨੇ ਕਿਸਾਨ ਸੰਘਰਸ਼ ਦੀ ਹਮਾਇਤ ਕਰਤੀ। ਸੋ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਹੁਣ ਇਹ ਜਿਹੜੀ ਖਬਰ ਆ ਗਈ ਉਹ ਚੱਲ ਪਈ। ਉਸ ਤੋਂ ਬਾਅਦ ਅਮਰੀਕਾ ਦਾ ਜਿਹੜਾ ਨਿਊਯਾਰਕ ਟਾਈਮਜ਼ ਆ ਔਰ ਲੰਡਨ ਦਾ ਜਿਹੜਾ ਦੀ ਗਾਰਡੀਅਨ ਹੈ, ਉਹਦੇ ਸਮੇਤ ਕਈ ਜਿਹੜੇ ਇੰਟਰਨੈਸ਼ਨਲ ਪ੍ਰੈਸ ਹੈ ਉਹਨਾਂ ਨੇ ਕਿਸਾਨ ਸੰਘਰਸ਼ ਦੀਆਂ ਰਿਪੋਰਟਾਂ ਨੂੰ ਪ੍ਰਮੋਟਾਂ ਨਾਲ ਦਿਖਾਉਣਾ ਸ਼ੁਰੂ ਕਰਤਾ। ਔਰ ਜਸਟਿਨ ਟਰੂਡੋ, ਰੱਖਿਆ ਮੰਤਰੀ ਸੱਜਣ ਸਿੰਘ, NDP ਦੇ ਕੌਮੀ ਪ੍ਰਧਾਨ ਜਗਮੀਤ ਸਿੰਘ, ਕੈਨੇਡਾ ਤੇ ਬ੍ਰਿਟੇਨ ਦੇ ਹੋਰ ਬਹੁਤ ਸਾਰੇ ਜਿਹੜੇ ਸੰਸਦ ਮੈਂਬਰ ਨੇ ਉਹ ਇਸ ਮਸਲੇ ਦੇ ਉੱਤੇ ਬੋਲ ਰਹੇ ਨੇ। ਦੇਖੋ ਚੈਨਲਾਂ ਨਹੀਂ ਆ ਰਹੀ, ਬਹੁਤ ਸਾਰੇ ਜੀ ਨਿਊਜ਼ ਹੋ ਗਿਆ ਕਿਸਾਨਾਂ ਦੀ, ਪਰ ਨਿਊਯਾਰਕ ਟਾਈਮਜ਼ ਦੀ ਰਿਪੋਰਟ ਜਿਹੜੀ ਅੱਜ ਛਪੀ ਹੈ ਉਹਦੇ 'ਚ ਉਹਨਾਂ ਨੇ ਕਿਹਾ ਕਿ ਜਿਹੜਾ ਉਹ ਕਹਿੰਦੇ ਕਿਸਾਨਾਂ ਨੂੰ ਡਰ ਹੈ ਕਿ PM ਮੋਦੀ ਦੇ ਖਾਸ ਮੁਕੇਸ਼ ਅੰਬਾਨੀ ਤੇ ਗੌਤਮ ਅਡਾਨੀ ਵਰਗੇ ਕਾਰਪੋਰੇਟਾਂ ਦੇ ਹੱਥਾਂ 'ਚ ਕਿਸਾਨਾਂ ਦੀ ਕਮਾਂਡ ਆ ਜਿਹੜੀ ਉਹ ਚਲੀ ਜਾਊਗੀ। ਜਿਹੜੀ ਐਡੀ ਗੱਲ ਨਿਊਯਾਰਕ ਟਾਈਮਜ਼ ਦੇ ਵਿੱਚ ਛਪੀ ਆ ਉਹਦੇ ਲਈ ਗਿੱਲ ਸਾਹਿਬ ਵੈਲਕਮ ਕਰਨਾ ਚਾਹੀਦਾ ਤੁਹਾਡੇ ਕੈਨੇਡਾ ਦੇ ਪ੍ਰਧਾਨ ਮੰਤਰੀ ਨੂੰ। ਔਰ ਤੁਹਾਡੇ ਸਿਰਫ ਕਿਉਂਕਿ ਪ੍ਰਧਾਨ ਮੰਤਰੀ ਜੇ ਬੋਲਿਆ, ਮੈਨੂੰ ਲੱਗਦਾ ਜੇ ਤੁਹਾਡੀ ਦਬਾਅ ਆ ਤਾਂ ਬੋਲਿਆ ਉਹ ਵੀ, ਅਦਰਵਾਈਜ਼ ਤਾਂ ਉਹਨੇ ਵੀ ਨਹੀਂ ਸੀ ਬੋਲਣਾ। ਸੋ ਵੈਲਕਮ ਕਰਨਾ ਚਾਹੀਦਾ। ਅਸੀਂ ਬੜੀ ਹਮਦਰਦੀ ਪ੍ਰਗਟ ਕਰਦੇ ਹਾਂ ਕਿ ਜਿਹੜਾ ਪ੍ਰਵਾਸੀ ਭਾਰਤੀ ਵੀਰ ਬੈਠੇ ਨੇ ਸਾਡੇ, ਉਹਨਾਂ ਨੇ ਆਪਦੇ ਪ੍ਰਧਾਨ ਮੰਤਰੀ ਤੇ ਦਬਾਅ ਪਾਇਆ ਤੇ ਉਹ ਬੋਲਿਆ। ਉਧਰੋਂ ਫਿਰ ਇੰਗਲੈਂਡ ਵਾਲਿਆਂ ਨੇ ਬੋਲਣਾ ਸ਼ੁਰੂ ਕੀਤਾ। ਦੀ ਗਾਰਡੀਅਨ ਲੰਡਨ ਦੀ ਇੱਕ ਰਿਪੋਰਟ ਅੱਜ ਛਪੀ ਹੈ,
ਉਹਦੇ 'ਚ ਕਿਸਾਨੀ ਸੰਘਰਸ਼ ਬਾਰੇ ਲਿਖਿਆ ਗਿਆ ਕਿ ਜਿਵੇਂ ਹੀ ਕਿਸਾਨ ਦਿੱਲੀ ਵੱਲ ਕੂਚ ਕਰਨ ਲੱਗੇ, ਕੁਝ ਤਾਂ ਦਿੱਲੀ ਵੱਲ ਨੂੰ ਵੱਧ ਗਏ, ਪਰ ਵੱਡੀ ਗਿਣਤੀ 'ਚ ਕਿਸਾਨਾਂ ਨੂੰ ਮੁੱਖ ਬਾਰਡਰਾਂ ਤੇ ਬੈਰੀਗੇਟ ਲਗਾ ਕੇ ਜਾਂ ਦਿਆਲੀ ਤਾਰ ਲਗਾ ਕੇ ਰੋਕਣ ਦੀ ਕੋਸ਼ਿਸ਼ ਕੀਤੀ ਗਈ। ਸੋ ਇਹ ਜਿਹੜਾ ਕੁਛ ਲਿਖਿਆ ਗਾ ਬੜਾ ਬਾਕਮਾਲ ਹੈ। ਔਰ ਇਸ ਵਿਸ਼ੇ ਦੇ ਉੱਤੇ ਜਿਹੜਾ ਦੇਖੋ NDP ਤੇ ਟਰੂਡੋ ਨੇ ਬਿਆਨ ਦਿੱਤਾ, ਉਹ ਤੇ ਸ਼ਿਵ ਸੈਨਾ ਲੀਡਰ ਪ੍ਰਿਅੰਕਾ ਚਤੁਰਵੇਦੀ ਉਹਨੇ ਭਾਰਤ ਕਿਹਾ ਕਿ ਇਹ ਭਾਰਤ ਦੇ ਅੰਦਰੂਨੀ ਮਾਮਲਿਆਂ 'ਚ ਦਖਲਅੰਦਾਜ਼ੀ ਨਾ ਕਰੇ, ਧਮਕੀ ਸਿੱਧੇ ਤੌਰ ਦੇ ਉੱਤੇ ਉਹਨੇ ਦਿੱਤੀ ਹੈਗੀ। ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਲੋਕਾਂ ਨੇ ਟਵੀਟ ਕੀਤੇ ਨੇ ਭਾਰਤੀ ਜਨਤਾ ਪਾਰਟੀ ਦੇ ਜੁੜਿਆ ਹੋਏ ਨੇ, ਉਹਨਾਂ ਨੇ ਵੀ ਕਿਹਾ ਗਾ ਕਿ ਸਾਡਾ ਅੰਦਰੂਨੀ ਮਸਲਾ ਔਰ ਇਹਦੇ ਵਿੱਚ ਜਿਹੜੇ ਬਾਹਰਲੇ ਲੀਡਰ ਨੇ ਉਹ ਇੰਟਰਫੀਰੈਂਸ ਨਾ ਕਰਨ। ਜੀ ਗੱਲ ਸਾਹਿਬ, ਕੰਗਣਾ ਰਣੌਤ ਕੁਛ ਨਹੀਂ, ਜੇ ਉਦੋਂ ਪਹਿਲਾਂ ਵੀ ਵੇਖਦੇ ਹਾਂ ਤੇ ਹੁਣ ਤੱਕ ਜਿਹੜਾ ਬੰਬੇ ਤੋਂ ਸ਼ੁਰੂ ਹੋਇਆ ਰਾਖੀ ਸਵੰਤ ਵਾਲਾ ਕੰਮ ਹੈ, ਜਬੜੀਆਂ ਮਾਰਦੀ ਹੈ। ਪਿਛਲੇ ਦਿਨੀ ਮਾਤਾ ਦੇ ਬਾਰੇ ਉਸਨੇ ਗੱਲ ਕੀਤੀ। ਕੰਗਣਾ ਰਣੌਤ ਦੀ ਰੇਲ ਬਹੁਤ ਬਣੀ ਹੋਈ ਹੈ ਹੁਣ, ਟਰੈਕਟਰ ਟੂ ਟਵਿੱਟਰ ਵਾਲਿਆਂ ਨੇ ਬੱਸ ਕਰਾਈ ਪਈ ਹੈ, ਉਹਦੇ ਬਾਰੇ ਕੀ ਖਬਰ ਹੈ? ਜੀ ਗੱਲ ਸਾਹਿਬ, ਅਸਲ ਦੇ ਵਿੱਚ ਇੱਕ ਆਪਣੇ ਪੰਜਾਬੀ 'ਚ ਕਹਾਵਤ ਹੈ ਨਾ ਕਿ ਫੁੱਟ ਸਮਝ ਕੇ ਕਪਾਹ ਦੇ ਨੂੰ ਨਾ ਮੂੰਹ 'ਚ ਪਾ ਜੀ, ਕਹੀ ਦਾ ਫੁੱਟ ਸਮਝ ਕੇ। ਉਹ ਇਹ ਅਸਲ ਦੇ ਵਿੱਚ ਨਾ ਕੰਗਣਾ ਰਣੌਤ ਨੇ ਪਿਛਲੇ ਦਿਨਾਂ ਦੇ ਵਿੱਚ ਅਸਲ ਦੇ ਵਿੱਚ ਇਹ ਅੱਜ ਕੱਲ੍ਹ ਵਿਹਲੇ ਨੇ ਗਿੱਲ ਸਾਹਿਬ, ਅੱਜ ਜਿੰਨੇ ਗਾਇਕ ਨੇ, ਜਿੰਨੇ ਇਹ 10-10, 15-15 ਲੱਖ ਲੈਣ ਵਾਲੇ ਆਪਣੇ ਪੰਜਾਬੀ ਨੇ ਜਿਹੜੇ ਪਹਿਲਾਂ ਇਹਨਾਂ ਨੇ ਕਮਾਦਾਂ ਵਾਲੇ ਗੀਤ ਗਾਏ, ਹੁਣ ਇਹ ਕਿਸਾਨ ਸੰਘਰਸ਼ 'ਚ ਜਾਂਦੇ ਨੇ ਕਿਉਂਕਿ ਹੁਣ ਵਿਹਲੇ ਨੇ ਇਹ। ਅਸਲ ਦੇ ਵਿੱਚ ਇਹਨਾਂ ਨੂੰ ਪਤਾ ਹੈ ਵੀ ਅਸੀਂ ਇੱਥੇ ਜਾਈਏ, TRP ਦਾ ਮਸਲਾ ਹੈ, ਇਹੀ ਕੰਗਣਾ ਰਣੌਤ ਦਾ ਮਸਲਾ ਹੈ। ਕੰਗਣਾ ਰਣੌਤ ਅਸਲ ਦੇ ਵਿੱਚ ਰਾਖੀ ਸਵੰਤ ਦੀ ਤਰ੍ਹਾਂ ਆਏ ਦਿਨ ਬਿੰਗੇ ਟੇਢੇ ਬਿਆਨ ਦਿੰਦੀ ਆ, ਉਦੋਂ ਬਾਅਦ ਉਹ ਚਰਚਾ 'ਚ ਆਉਂਦੀ ਆ, ਸੁਰਖੀਆਂ ਬਟੋਰਦੀ ਆ ਔਰ ਭਾਰਤੀ ਜਨਤਾ ਪਾਰਟੀ ਦੀ ਬੋਲੀ ਬੋਲਦੀ ਆ। ਉਹ ਸਿੱਧੇ ਤੌਰ ਦੇ ਉੱਤੇ ਪਿਛਲੇ 'ਚ ਜਿਵੇਂ ਸ਼ਿਵ ਸੈਨਾ ਨੇ ਉਹਨੇ ਕੀਤਾ, ਜਿਵੇਂ ਬੰਬੇ ਜਾ ਕੇ ਕੀਤਾ, ਮੈਨੂੰ ਤਾਂ ਇਹ ਲੱਗਦਾ ਵੀ ਉਹ ਮਾਨਸਿਕ ਰੋਗਣ ਹੈਗੀ ਔਰ ਉਹਦਾ ਇਲਾਜ ਕਰਾਉਣਾ ਚਾਹੀਦਾ। ਮੈਂਟਲੀ ਡਿਸਟਰਬ ਹੋ ਚੁੱਕੀ ਹੈਗੀ ਉਹ। ਨਸ਼ਿਆਂ ਦੇ ਮਸਲੇ ਦੇ ਉੱਤੇ ਉਹ ਬੋਲਦੀ ਸੀ ਔਰ ਨਸ਼ਿਆਂ ਦੇ ਮਸਲੇ ਤੇ ਆਪ ਘਿਰ ਗਈ ਉਹ। ਖੈਰ, ਭਾਰਤੀ ਜਨਤਾ ਪਾਰਟੀ ਦੀ ਦੋ ਬੰਦਿਆਂ ਨੂੰ ਅੱਜ ਕੱਲ੍ਹ ਸਭ ਤੋਂ ਵੱਦ ਸ਼ਾਇਰ, ਇੱਕ ਉਹ ਜਿਹੜਾ ਅਰਨਬ ਗੋਸਵਾਮੀ ਹੈ ਤੇ ਦੂਜੀ ਕੰਗਣਾ ਰਣੌਤ, ਇਹ ਦੋਨੇ BJP ਵਾਲਿਆਂ ਨੇ ਪਾਲੇ ਹੋਏ ਨੇ ਬਿਆਨ ਦੇਣ ਦੇ। ਹੁਣ ਕੰਗਣਾ ਰਣੌਤ ਨੇ ਜਿਹੜਾ ਟਵੀਟ ਕੀਤਾ, ਉਹ ਟਵੀਟ ਜਿਹੜਾ ਉਹਨੂੰ ਪੁੱਠਾ ਪੈ ਗਿਆ। ਉਹਨੇ ਗਿੱਲ ਸਾਹਿਬ ਟਵੀਟ ਕੀ ਕੀਤਾ, ਸ਼ਹੀਨ ਬਾਗ ਦਾ ਜਿਹੜਾ ਮੋਰਚਾ ਲੱਗਿਆ ਉਹਦੇ ਵਿੱਚ ਇੱਕ ਬਜ਼ੁਰਗ ਮਾਈ, ਉਹ ਸ਼ਹੀਨ ਬਾਗ ਦੀ ਦਾਦੀ ਦੇ ਨਾਂ ਨਾਲ ਮਸ਼ਹੂਰ ਹੋਈ ਔਰ ਉਹਦਾ ਵੀ ਕੁੱਬ ਪਿਆ ਹੋਇਆ 90 ਤੋਂ ਉੱਤੇ ਕੱਟੀ ਹੋਈ ਉਹ ਦਾਦੀ। ਅੱਜ ਗਿੱਲ ਸਾਹਿਬ ਮੈਂ ਵਿੱਚ ਦੀ ਤੁਹਾਨੂੰ ਗੱਲ ਦੱਸ ਰਿਹਾ ਵੀ ਅੱਜ ਉਹ ਦਾਦੀ ਕਿਸਾਨ ਸੰਘਰਸ਼ ਦੇ ਵਿੱਚ ਹਮਾਇਤ ਦੇਣ ਪਹੁੰਚੀ ਸੀ, ਮੁਸਲਿਮ ਔਰਤ, ਆਗੂ ਮੁਸਲਿਮ, ਸ਼ਹੀਨ ਬਾਗ ਦੀ ਉਹ ਦਾਦੀ। ਪਰ ਪੁਲਿਸ ਵਾਲਿਆਂ ਨੇ ਉਹਨੂੰ ਫੜਿਆ, ਗ੍ਰਿਫਤਾਰ ਕੀਤਾ, ਕਿਸਾਨਾਂ ਦੇ ਨੇੜੇ ਨਹੀਂ ਢੁਕਣ ਦਿੱਤਾ ਔਰ ਗ੍ਰਿਫਤਾਰ ਕਰਕੇ ਉਹਨੂੰ ਉਹਦੇ ਘਰੇ ਛੱਡਿਆ। ਇਹ ਕਹਿੰਦੇ ਮੁੜ ਕੇ ਨਾ ਹੀ ਤੋਂ। ਇਹ ਦਿੱਲੀ ਪੁਲਿਸ ਦੀ ਜਿਹੜੀ ਸਭ ਤੋਂ ਵੱਡੀ ਅੱਜ ਜਿਹੜੀ ਉਹ ਬਦਤਮੀਜ਼ੀ ਉਹਨਾਂ ਨੇ ਕੀਤੀ ਹੈ। ਉਹਨਾਂ ਨੂੰ ਇਹ ਲੱਗਦਾ ਸ਼ਾਇਦ ਕਿ ਇਹਨਾਂ ਦੀ ਜੋਟੀ ਨਾ ਪੈ ਜੇ। ਦੋ ਮਾਈਨੋਰਟੀਜ਼ ਨੇ ਜਿਹੜੀਆਂ ਅੱਜ ਦੇ ਸਮੇਂ 'ਚ ਸਭ ਤੋਂ ਵੱਧ ਪੀੜਤ ਨੇ, ਇੱਕ ਮੁਸਲਿਮ, ਇਹਨਾਂ ਦੀ ਕਿਤੇ ਜੋਟੀ ਨਾ ਹੋ ਜੇ, ਇਹ ਉਹਨਾਂ ਨੂੰ ਗੱਲ ਜਿਹੜੀ ਉਹ ਸ਼ੋਭਦੀ ਨਹੀਂ। ਉਹ ਕੰਗਣਾ ਰਣੌਤ ਨੇ ਕੀ ਕੀਤਾ ਗਿੱਲ ਸਾਹਿਬ, ਉਹ ਸ਼ਹੀਨ ਬਾਗ ਵਾਲੀ ਬੇਬੇ ਤੇ ਇੱਕ ਜਿਹੜੀ ਇਹ ਆਪਣੀ ਪੰਜਾਬ ਵਾਲੀ ਬਿਰਧ ਮਾਈ ਆ ਮਹਿੰਦਰ ਕੌਰ, ਇਹਦੀ ਦੋਨਾਂ ਦੀਆਂ ਫੋਟੋਆਂ ਇੱਕ ਦੂਜੇ ਨਾਲ ਲਗਭਗ ਮਿਲਦੀਆਂ ਨੇ। ਉਹਨੇ ਕੀ ਕੀਤਾ, ਟਵੀਟ ਤੇ ਦੋਨਾਂ ਦੀਆਂ ਫੋਟੋਆਂ ਪਾਈਆਂ। ਉਹ ਕਹਿੰਦੀ ਵੀ 100 ਰੁਪਏ 'ਚ ਮਿਲਦੀਆਂ ਨੇ ਇਹ ਬੀਬੀ ਔਰ 100 ਰੁਪਏ ਦਿਹਾੜੀ ਦੇ ਉੱਤੇ ਲਿਆਉਂਦੇ ਨੇ ਔਰ ਲਿਆ ਕੇ ਚਰਚਾ ਦਾ ਵਿਸ਼ਾ ਬਣਾਉਂਦੇ ਨੇ। ਉਹ ਆਪਣੇ ਵਾਲੀ ਬੇਬੇ ਕਹਿੰਦੀ ਵੀ ਤੂੰ, ਉਹਨੇ ਗਿੱਲ ਸਾਹਿਬ ਇਹਨੂੰ ਬੜਾ ਜਵਾਬ ਤਕੜਾ ਦਿੱਤਾ ਹੈ ਮਹਿੰਦਰ ਕੌਰ ਨੇ। ਉਹ ਕਹਿੰਦੀ ਤੂੰ 100 ਰੁਪਏ ਦੀ ਗੱਲ ਕਰਦੀ ਆ ਵੀ ਮੈਨੂੰ 100 ਰੁਪਏ 'ਚ ਲੈ ਕੇ ਜਾਂਦੇ ਨੇ, ਸਾਰੀ ਉਮਰ ਮੇਰੀ ਲੰਘ ਗਈ। ਉਹ ਕਹਿੰਦੀ ਜਿੰਨੇ ਮੈਂ ਘਰੇ ਕੰਮ ਕਰਦੀ ਆ, ਮੱਝਾਂ ਮੈਂ ਬੰਨ੍ਹਦੀ ਆ, ਉਹ ਕਹਿੰਦੀ ਮੱਝਾਂ ਨੂੰ ਦਾਣਾ ਮੈਂ ਪਾਉਣੀ ਆ, ਕੱਖ ਪੱਠੇ ਦੇ ਜਿਹੜੇ ਮੈਂ ਚਕਾ ਕੇ ਲਿਆਉਣੀ ਆ। ਉਹ ਕਹਿੰਦੀ ਮੈਂ ਤਾਂ 500-600 ਦਾ ਕੰਮ ਕਰਦੀ ਆ, ਮੈਂ 100 ਰੁਪਏ 'ਚ ਉੱਥੇ ਧਰਨੇ ਤੇ ਥੋੜੀ ਨਾ ਜਾਊਂਗੀ। ਤੈਨੂੰ ਕਹਿੰਦੀ ਮੈਂ 600 ਦਿੰਨੀ ਆ, ਤੂੰ ਆ ਤੈਨੂੰ 500 ਵੱਧ ਦਿੰਨੀ ਆ। ਬਾ ਕਮਾਲ ਉਸ ਬੇਬੇ ਨੇ ਜਿਹੜੇ ਜਵਾਬ ਮਹਿੰਦਰ ਕੌਰ ਨੇ ਦਿੱਤੇ ਨੇ। 90 ਨੂੰ ਟੁੱਟੀ ਹੋਈ ਆ ਬੇਬੇ ਔਰ ਬੇਬੇ ਕਹਿੰਦੀ ਆ ਵੀ ਮੈਂ ਸਬਜ਼ੀਆਂ ਦਾ ਕੰਮ ਕਾਸ਼ਤ ਵੀ ਕਰਦੀ ਆ ਔਰ ਪੁੱਤ ਪੋਤਿਆਂ ਦੀ ਜ਼ਿੰਦਗੀ ਦੇ ਨਾਲ ਹੁਣ ਕਿਸਾਨ ਸੰਘਰਸ਼ ਦੇ ਵਿੱਚ ਜਾਨੀ ਆ। ਤਾਂ ਮੈਂ ਕਹਿੰਦੀ ਇਸ ਕਰਕੇ ਨਹੀਂ ਜਾਂਦੀ ਵੀ ਜਿਵੇਂ ਕੰਗਣਾ ਰਣੌਤ ਬੋਲਦੀ ਆ ਵੀ 100 ਰੁਪਏ ਕਰਕੇ ਚਲੀ ਗਈ। ਉਹ ਕਹਿੰਦੀ ਮੈਂ ਇਸ ਕਰਕੇ ਜਾਨੀ ਆ ਕਿ ਮੇਰੀ ਜ਼ਿੰਦਗੀ ਨਾ ਗਈ, ਹੁਣ ਪੁੱਤ ਪੋਤਿਆਂ ਦੀ ਜ਼ਿੰਦਗੀ ਬਣਾਵਾਂ, ਹੁਣ ਸਾਡੇ ਲੋਕਾਂ ਦੇ ਉੱਤੇ ਕਹਿਰ ਨਾ ਆਵੇ, ਮੇਰੀ ਤਾਂ ਉਮਰ ਇਸ ਲੇਖੇ ਲੱਗੀ ਹੈ, ਇਸ ਕਰਕੇ ਜਾਨੀ ਆ। ਕੰਗਣਾ ਰਣੌਤ ਦੇ ਖਿਲਾਫ ਟਵੀਟ ਬਹੁਤ ਹੋ ਰਹੇ ਨੇ ਤੁਹਾਡੇ ਇੱਥੇ, ਕੈਨੇਡਾ ਤੋਂ, ਅਮਰੀਕਾ ਤੋਂ, ਇੰਗਲੈਂਡ ਤੋਂ, ਪੂਰੀ ਦੁਨੀਆ 'ਚ ਵਸਦੇ ਪੰਜਾਬੀ ਨੇ ਜਿਹੜੇ ਉਹਨਾਂ ਨੇ ਕੰਗਣਾ ਰਣੌਤ ਦੇ ਨੱਕ 'ਚ ਦਮ ਲਿਆ ਕੇ ਰੱਖਤਾ। ਮੈਨੂੰ ਲੱਗਦਾ ਕੰਗਣਾ ਰਣੌਤ ਵੀ ਦਿਲ ਸਾਹਿਬ ਸੋਚਦੀ ਹੋਊਗੀ ਕਿੱਥੇ ਪੰਗਾ ਲੈ ਲਿਆ। ਜੀ
ਰਾਜਨੀਤੀ ਕੀ ਹੋ ਰਹੀ ਹੈ? ਕੈਪਟਨ ਹੋਣੀ ਕੀ ਕਰ ਰਹੇ ਨੇ? ਖੱਟਰ ਦੇ ਕੁਝ ਜਿਹੜੇ ਵਿਧਾਇਕ ਨੇ ਉਹ ਹਿਲਜੁਲਾ ਕਰ ਰਹੇ ਨੇ ਜੀ। ਗਿੱਲ ਸਾਹਿਬ ਇਹਨਾਂ ਦੀਆਂ ਚੂੜਾਂ ਹਿੱਲ ਚੁੱਕੀਆਂ ਨੇ ਭਾਰਤੀ ਜਨਤਾ ਪਾਰਟੀ ਦੀਆਂ। ਇਹਨਾਂ ਦੀ ਜਾਨ ਆ ਜਿਹੜੀ ਉਹ ਹਰਿਆਣੇ 'ਚ ਫਸੀ ਹੋਈ ਆ। ਔਰ ਜਦੋਂ ਗਿੱਲ ਸਾਹਿਬ ਸੁਹਾਗਾ ਵੱਜਦਾ ਨਾ ਵਾਹਣ ਦੇ ਵਿੱਚ, ਖੇਤ ਦੇ ਵਿੱਚ, ਉਹ ਸਾਰਾ ਕੁਝ ਪੱਧਰ ਕਰਦਾ ਤੁਰਿਆ ਜਾਂਦਾ। ਤੇ ਜੇ ਮਾੜਾ ਮੋਟਾ ਕੋਈ ਰਸਤੇ ਦੇ ਵਿੱਚ ਲੱਕੜ ਦਾ ਕੋਈ ਕਿੱਲਾ, ਕੋਈ ਹੋਰ ਕੋਈ ਦਰਖਤ ਵਗੈਰਾ ਖੜਾ ਹੋਵੇ, ਉਹ ਵੀ ਨਾਲ ਪੱਟ ਕੇ ਲੈ ਜਾਂਦਾ। ਔਰ ਜਦੋਂ ਇਹ ਸੁਹਾਗਾ ਵੱਜਿਆ ਨਾ ਗਿੱਲ ਸਾਹਿਬ, ਆਪਣੇ ਪੰਜਾਬ ਵਾਲੇ ਜਦੋਂ ਗਏ ਹਰਿਆਣੇ 'ਚ, ਉਹਨਾਂ ਨੇ ਵੀ ਜੀ ਆਇਆਂ ਕਿਹਾ। ਹਰਿਆਣੇ ਦੇ ਕਿਸਾਨਾਂ ਨੇ ਵੀ, ਜਦੋਂ ਸ਼ੰਭੂ ਮੋਰਚਾ ਉੱਧਰੋਂ ਚੀਕੇ ਵਾਲਾ ਬਾਰਡਰ, ਇੱਧਰੋਂ ਖਨੌਰੀ ਵਾਲਾ ਬਾਰਡਰ, ਉੱਧਰੋਂ ਡੱਬ ਵਾਲੀ ਵਾਲਾ ਬਾਰਡਰ, ਜਦੋਂ ਪੰਜਾਬੀ ਗਏ ਰਣ ਤੱਤੇ ਜੂਝਦੇ, ਉਦੋਂ ਦਿੱਲੀ ਤੱਕ ਗੂੰਜ ਪੈਂਦੀ ਤੁਰੀ ਗਈ ਹਰਿਆਣੇ ਦੇ ਵਿੱਚ ਹੀ। ਔਰ ਹੁਣ ਹਰਿਆਣਾ ਸਾਰਾ ਉੱਥੇ ਜਾਣ ਲੱਗ ਗਿਆ। ਹੁਣ ਕਿਸਾਨ ਮੋਰਚੇ 'ਚ ਮੈਂ ਦੇਖ ਰਿਹਾ ਵੀ ਜਿੱਥੇ ਬੋਲੇ ਸੋ ਨਿਹਾਲ ਦੇ ਨਾਅਰੇ ਵੱਜਦੇ ਨੇ, ਉੱਥੇ ਨਾਲ ਦੂਜੇ ਬੰਨੇ ਹਰਿਆਣਵੀ ਵੀ ਬੈਠੇ ਨੇ। ਉਹ ਵੀ ਕਹਿੰਦੇ ਨੇ ਵੀ ਯਾਟ ਤੇ ਜੱਟ ਸਾਡੇ ਵੱਡੇ ਭਾਈ ਨੇ ਪੰਜਾਬੀ, ਅਸੀਂ ਇਹਨਾਂ ਦੇ ਨਾਲ ਆ। ਹੁੱਕੇ ਉਹਨਾਂ ਦੇ ਵੀ ਉੱਥੇ ਗੜਗੜਾਉਂਦੇ ਨੇ। ਤਾਂ ਹੁਣ ਹਰਿਆਣੇ ਵਾਲੇ ਆਗੂ ਹਿੱਲਣ ਲੱਗ ਗਏ। ਹਰਿਆਣੇ ਦੇ ਵਿੱਚ ਇਹ ਖੇਤੀ ਕਾਨੂੰਨ ਵਾਪਸ ਕਰਾਉਣ ਲਈ ਜਦੋਂ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਪੰਜਾਬੀ ਜਾ ਪਹੁੰਚੇ, ਤਾਂ ਹਰਿਆਣਾ ਦੇ ਇੱਕ MLA ਨੇ ਸੋਮਵੀਰ ਸਾਗਵਾਨ, ਉਹਨੇ ਜਿਹੜਾ ਉਹ ਹਰਿਆਣਾ ਦੇ ਪਸ਼ੂ ਧਨ ਵਿਕਾਸ ਬੋਰਡ ਦੇ ਚੇਅਰਮੈਨ ਦੇ ਉਹਦੇ ਤੋਂ ਅਸਤੀਫਾ ਦਿੱਤਾ। ਆਜ਼ਾਦ ਵਿਧਾਇਕ ਹੈ ਇਹ, ਖੱਟਰ ਦੀ ਸਰਕਾਰ ਨੂੰ ਹਮਾਇਤ ਦੇ ਰਿਹਾ ਸੀ ਇਹ। ਔਰ ਇਹਨੇ ਕਹਿਤਾ ਵੀ ਮੈਂ ਹਮਾਇਤ ਜਿਹੜੀ ਉਹ ਵਾਪਸ ਲੈਣਾ। ਖੱਟਰ ਨੂੰ ਇਹਨੇ ਪੱਤਰ ਭੇਜਤਾ, ਕਹਿੰਦਾ ਕਿਸਾਨਾਂ ਦੀ ਹਮਾਇਤ 'ਚ ਮੈਂ ਤਾਂ ਚੱਲਿਆ ਧਰਨੇ ਤੇ, ਆਹ ਤੇਰੀ ਚੇਅਰਮੈਨ ਸਾਹਿਬ, ਤੇ ਤੇਰੀ ਸਰਕਾਰ 'ਚੋਂ ਮੈਂ ਦਿੱਤਾ ਅਸਤੀਫਾ, ਔਰ ਮੈਂ ਤੇਰੀ ਸਰਕਾਰ 'ਚੋਂ ਬਾਹਰ ਆ ਰਿਹਾ। ਤਾਂ ਇਸ ਤੋਂ ਬਾਅਦ ਜਿਹੜੀ ਜਨਤਾ ਪਾਰਟੀ ਹੈ ਚਟਾਲਿਆਂ ਦੇ ਮੁੰਡੇ ਦੀ, ਉਹਦਾ ਚਾਹੇ ਪਿਓ ਤੇ ਦਾਦਾ ਉਹਨਾਂ ਨੂੰ ਸਜ਼ਾ ਹੋਈ ਆ, ਪਰ ਦਬਾਅ ਉਹਦੇ ਤੇ ਇੰਨਾ ਕੁ ਬਣ ਗਿਆ ਗਿੱਲ ਸਾਹਿਬ, ਜਿਵੇਂ ਪ੍ਰਕਾਸ਼ ਸਿੰਘ ਬਾਦਲ ਨੂੰ ਬਿਨਾਂ ਪੁੱਛੇ ਹਰਸਿਮਰਤ ਤੇ ਸੁਖਬੀਰ ਨੇ ਪੰਜਾਬ ਆ ਕੇ ਬਾਦਲ ਨੂੰ ਦੱਸਿਆ ਵੀ ਅਸੀਂ ਤਾਂ ਬਾਪੂ ਤੋੜ ਵਿਛੋੜਾ ਕਰਿਆ ਹੈ ਭਾਜਪਾ ਨਾਲੋਂ। ਉਹ ਕਹਿੰਦਾ ਵੀ ਕੀ ਹੋ ਗਿਆ? ਕਹਿੰਦੇ ਤੈਨੂੰ ਨਹੀਂ ਪਤਾ, ਆਪਣਾ ਤਾਂ ਦੋਨੇ ਬਾਹਰ ਘੇਰੀ ਬੈਠੇ ਨੇ, ਸੈਲਫੀਆਂ ਲੈ ਪਾਉਂਦੇ ਨੇ ਕਿਸਾਨ, ਉਹ ਸਾਡੇ ਤਾਂ ਨੱਕ 'ਚ ਕੰਮ ਕਰਤਾ। ਜੇ ਹੁਣ ਨਾ ਅਸਤੀਫਾ ਦਿੱਤਾ, ਬਾਪੂ ਤੇਰੇ ਕੋਲੇ ਆਉਣ ਹੀ ਨਹੀਂ ਸੀ ਦੇਣਾ ਇਹਨਾਂ ਨੇ ਦਿੱਲੀ ਤੋਂ। ਉਹੀ ਗੱਲ ਗਿੱਲ ਸਾਹਿਬ ਚਟਾਲਿਆਂ ਦਾ ਮੁੰਡਾ ਜਾ ਕੇ ਕਹਿੰਦਾ, ਉਮਰ ਛੋਟੀ ਜਾ ਉਹਦੀ ਹੈ ਕਿ 30 ਸਾਲਾਂ ਦਾ ਉਹ ਮੁੰਡਾ ਗਾ, ਔਰ ਜਾ ਕੇ ਉਹ ਵੀ ਆਪਦੇ ਪਿਓ ਦਾ ਤੈਨੂੰ ਲੱਗ ਗਿਆ ਕਹਿਣ ਵੀ ਬਾਪੂ ਜੇ ਭਾਰਤੀ ਜਨਤਾ ਪਾਰਟੀ ਨਾਲੋਂ ਨਾਤਾ ਨਾ ਤੋੜਿਆ, ਹੁਣ ਤਾਂ ਤੁਸੀਂ ਉਹ ਤੇ ਕਿਤੇ ਨਾ ਹੋਵੇ ਮੈਂ ਵੀ ਆ ਕੇ ਜੇਲ੍ਹ 'ਚ ਬਹਾ ਦੇ ਅਗਲੀ ਪੀੜ੍ਹੀ। ਸੋ ਇਹ ਹਾਲਤ ਆ ਜਿਹੜੀ ਉਹ ਬਣੀ ਹੋਈ ਆ। ਹਰਿਆਣੇ ਦੀ ਸਰਕਾਰ ਦੀਆਂ ਚੂੜਾਂ ਹਿੱਲੀਆਂ ਹੋਈਆਂ ਨੇ। ਜਨਤਾ ਪਾਰਟੀ ਦੇ ਪ੍ਰਧਾਨ ਨੇ ਵੀ ਕਹਿਤਾ ਵੀ ਅਸੀਂ ਖੇਤੀ ਕਾਨੂੰਨਾਂ ਦੇ ਮਸਲੇ ਦੇ ਉੱਤੇ ਸੋਚ ਰਹੇ ਹਾਂ। ਇੱਕ ਜਿਹੜੀ ਸਭ ਤੋਂ ਵੱਡੀ ਤੇ ਅਹਿਮ ਗੱਲ ਹੈ, ਹਾਲਾਂਕਿ ਮੈਨੂੰ ਇੱਕ ਬਹੁਤ ਵੱਡੀ ਸਾਜ਼ਿਸ਼ ਜਿਹੜੀ ਉਹ ਜਾਪ ਰਹੀ ਹੈ ਕਿ RSS ਦਾ ਜਿਹੜਾ ਕਿਸਾਨ ਬੈਂਕ ਹੈ, RSS ਭਾਰਤੀ ਜਨਤਾ ਪਾਰਟੀ ਦੀ ਮਾਂ ਜੀ ਮੁੱਢ ਹੈ, ਔਰ RSS ਦਾ ਜਿਹੜਾ ਕਿਸਾਨ ਬੈਂਕ ਹੈ ਭਾਰਤੀ ਕਿਸਾਨ ਸੰਘ, ਭਾਰਤੀ ਕਿਸਾਨ ਸੰਘ ਦੀ ਜਿਹੜੀ ਪੰਜਾਬ ਵਾਲੀ ਇਕਾਈ ਹੈ, ਉਹਨਾਂ ਨੇ ਕਹਿਤਾ ਵੀ ਅਸੀਂ ਕਿਸਾਨ ਅੰਦੋਲਨ ਨੂੰ ਸਿਧਾਂਤਕ ਤੇ ਨੈਤਿਕ ਹਮਾਇਤ ਜਿਹੜੀ ਦਿੰਦੇ ਆ। ਉਹ ਕਹਿੰਦੇ ਖੇਤੀ ਕਾਨੂੰਨ ਸਹੀ ਨਹੀਂ ਹੈਗੇ। ਤਾਂ ਇਹ ਹੁਣ ਦੋਨੇ ਗੱਲਾਂ ਹੋ ਸਕਦੀਆਂ ਨੇ, ਇੱਕ ਸਾਜ਼ਿਸ਼ ਵੀ ਹੋ ਸਕਦੀ ਹੈ, ਇੱਕ ਘੁਸਪੈਠ ਵੀ ਹੋ ਸਕਦੀ ਹੈ। ਔਰ ਦੂਸਰੀ ਗੱਲ ਇਹ ਜਿਹੜੀ ਹਕੀਕਤ ਜਾਪ ਰਹੀ ਆ, ਇਹਨਾਂ ਦੀਆਂ ਚੂੜਾਂ ਹਿੱਲੀਆਂ ਨਜ਼ਰ ਆ ਰਹੀਆਂ ਨੇ। ਉਹ ਨਰਿੰਦਰ ਮੋਦੀ ਜੀ ਖੜ ਕੇ ਗਿੱਲ ਸਾਹਿਬ ਇਹ ਤਾਂ ਕਹਿ ਦਿੰਦਾ ਮਨ ਕੀ ਬਾਤ ਦੇ ਵਿੱਚ ਜਾਂ ਸਟੇਜ ਤੋਂ ਵੀ ਮੈਂ ਜਿਹੜਾ ਉਹ ਖੇਤੀ ਕਾਨੂੰਨ ਬੜੇ ਵਧੀਆ ਬਣਾਏ, ਪਰ ਅੰਦਰੋਂ ਹਿੱਲਿਆ ਉਹ ਵੀ ਪਿਆ। ਅੱਗੇ ਚੱਲ ਕੇ ਆਪਾਂ ਗੱਲ ਕਰਦੇ ਹਾਂ ਜੇ ਕਿਸਾਨ ਜਥੇਬੰਦੀਆਂ ਦੀ ਮੀਟਿੰਗ 'ਚ ਕਿਸਾਨਾਂ ਨੇ ਕੀ ਕਿਹਾ, ਉਹਦੇ 'ਚ ਵੀ ਇਹ ਨਜ਼ਰ ਆਇਆ ਵੀ ਹਿੱਲੇ ਪਏ ਨੇ ਇਹ। ਅੱਛਾ, ਖਿਡਾਰੀਆਂ ਨੇ ਕਿਹੜਿਆਂ ਨੇ ਕਿਹਾ ਕਿ ਅਸੀਂ ਇਹ ਤੇਰੇ ਜਿਹੜੇ ਇਨਾਮ ਵਗੈਰਾ ਨੇ ਉਹ ਮੋੜ ਦੇਣੇ ਨੇ? ਇਹ ਗੱਲ ਚੱਲ ਰਹੀ ਹੈ ਕਿ ਪੰਜਾਬ ਦੇ ਖਿਡਾਰੀ ਕਹਿ ਰਹੇ ਨੇ ਕਿ ਆ ਤਮਗੇ ਚੱਕੋ ਆਪਣੇ। ਗਿੱਲ ਸਾਹਿਬ ਕਮਾਲ ਕਰਤੀ, ਕਮਾਲ। ਜਿਵੇਂ ਗਾਇਕ ਆ ਗਏ ਨਾ ਕਿਸਾਨਾਂ ਦੀ ਪਿੱਠ ਦੇ ਉੱਤੇ, ਹੁਣ ਇੰਟਰਨੈਸ਼ਨਲ ਜਿਹੜੇ ਓਲੰਪੀਅਨ ਨੇ ਵੱਡੇ ਵੱਡੇ ਖਿਡਾਰੀ, ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ। ਉਹ ਕਹਿੰਦੇ ਅਸੀਂ ਆਹ ਚੱਕੋ ਸਾਡੇ ਆਪਦੇ ਅਰਜਨ ਅਵਾਰਡ, ਆਹ ਚੱਕੋ ਪਦਮ ਸ਼੍ਰੀ, ਆਹ ਚੱਕੋ ਦਰੋਣਾਚਾਰੀਆ। 5 ਦਸੰਬਰ ਦਾ ਦਿਨ ਨਿਸ਼ਚਿਤ ਕਰਤਾ ਉਹਨਾਂ ਨੇ। ਉਹ ਕਹਿੰਦੇ 5 ਦਸੰਬਰ ਨੂੰ ਅਸੀਂ ਦਿੱਲੀ ਆਵਾਂਗੇ ਔਰ ਆ ਕੇ ਤੁਹਾਡੇ ਜਿਹੜੇ ਨਾਮ ਨੇ ਉਹ ਵਾਪਸ ਕਰਾਂਗੇ। ਇਹ ਕੋਈ ਛੋਟੇ ਮੋਟੇ ਖਿਡਾਰੀ ਨਹੀਂ ਗਿੱਲ ਸਾਹਿਬ, ਮੈਂ ਤੁਹਾਨੂੰ ਨਾਂ ਦੱਸਦਾ। ਪਹਿਲਵਾਨ ਕਰਤਾਰ ਸਿੰਘ ਔਰ ਪਦਮ ਸ਼੍ਰੀ ਨੂੰ ਅਵਾਰਡ ਮਿਲਿਆ। ਪਹਿਲਵਾਨ ਕਰਤਾਰ ਸਿੰਘ ਨੂੰ ਪਦਮ ਸ਼੍ਰੀ ਅਵਾਰਡ ਮਿਲਿਆ। ਉਹ ਕਹਿੰਦਾ ਮੈਂ 5 ਦਸੰਬਰ ਨੂੰ ਆ ਰਿਹਾ ਦਿੱਲੀ, 5 ਦਸੰਬਰ ਤੱਕ ਨਰਿੰਦਰ ਮੋਦੀ ਜੀ ਜਾਂ ਹੱਲ ਕਰ ਦਿਓ, ਨਹੀਂ ਮੈਂ ਪਦਮ ਸ਼੍ਰੀ ਅਵਾਰਡ ਮੋੜਨ ਆ ਰਿਹਾ।
ਅਰਜਨ ਅਵਾਰਡ ਮਿਲਿਆ ਹੋਇਆ ਸੱਜਣ ਸਿੰਘ ਚੀਮਾ ਨੂੰ, ਉਹਨੇ ਵੀ ਕਹਿਤਾ, ਕਹਿੰਦਾ ਮੈਂ ਅਰਜਨ ਅਵਾਰਡ ਲੈ ਕੇ ਆਊਂ, ਆਪਦਾ ਰੱਖ ਲਿਓ। ਗੋਲਡਨ ਗਰਲ ਦੇ ਵਜੋਂ ਜਾਣੀ ਜਾਂਦੀ ਹੈ। ਗੋਲਡਨ ਗਰਲ ਹੈ ਸਾਡੀ ਹਾਕੀ ਓਲੰਪੀਅਨ ਰਾਜਵੀਰ ਕੌਰ, ਓਲੰਪੀਅਨ ਰਹੀ ਹੈ ਹਾਕੀ ਦੀ। ਉਹ ਕਹਿੰਦੀ ਵੀ ਮੈਂ ਵੀ ਤੁਹਾਨੂੰ ਆਪਦਾ ਅਵਾਰਡ ਮੋੜ ਕੇ ਜਾਊਂ। ਆਪਣੀ ਕ੍ਰਿਕਟ ਟੀਮ ਦੇ ਵੀ ਭਾਰਤ ਦੀ ਦੇ ਸਾਬਕਾ ਕੋਚ ਰਹੇ ਨੇ ਪ੍ਰੋਫੈਸਰ ਰਜਿੰਦਰ ਸਿੰਘ, ਉਹ ਕਹਿੰਦਾ ਮੈਂ ਵੀ ਆਊਂ। ਧਿਆਨ ਚੰਦ ਅਵਾਰਡ ਮਿਲਿਆ ਹੋਇਆ ਓਲੰਪੀਅਨ ਗੁਰਮੇਲ ਸਿੰਘ ਨੂੰ, ਉਹਨੇ ਵੀ ਕਹਿਤਾ, ਉਹ ਕਹਿੰਦਾ ਮੈਂ ਵੀ ਕਿਸਾਨ ਦਾ ਪੁੱਤ ਹਾਂ, ਕਿਸਾਨ ਪਰਿਵਾਰਾਂ 'ਚ ਹੋਣ ਕਰਕੇ ਓਲੰਪੀਅਨ ਮੈਂ ਰਿਹਾ, ਪਰ ਅਵਾਰਡ ਤੁਹਾਡੇ ਲੈ ਕੇ ਆਊਂ 5 ਦਸੰਬਰ ਤੱਕ, ਜਾਂ ਤਾਂ ਕਿਸਾਨਾਂ ਦਾ ਮਸਲਾ ਹੱਲ ਕਰ ਦਿਓ, ਨਹੀਂ ਆਪਦੇ ਅਵਾਰਡ ਸਾਂਭ ਲਿਓ, ਤੁਹਾਨੂੰ ਕਰਾ ਕੇ ਜਾਵਾਂਗੇ ਇੱਥੇ। ਇਹ ਜਿਹੜੀ ਇੱਕ ਹੂਕ, ਇੱਕ ਦਰਦ ਜਿਹੜਾ ਪੰਜਾਬ ਦੀ ਕਿਸਾਨੀ ਦੇ ਨਾਲ, ਇੰਟਰਨੈਸ਼ਨਲ ਪਲੇਅਰ ਨੇ ਸਾਰੇ ਕੌਮਾਂਤਰੀ ਜਿਨ੍ਹਾਂ ਨੇ ਜਿਤਾਇਆ, ਜਿਹੜੇ ਆਪਣੇ ਸਮਿਆਂ ਦੇ ਵਿੱਚ ਗਰਾਊਂਡਾਂ ਦੇ ਵਿੱਚ ਪਸੀਨਾ ਬਹਾਉਂਦੇ ਰਹੇ, ਔਰ ਉਸ ਤੋਂ ਬਾਅਦ ਉਹਨਾਂ ਨੂੰ ਅਵਾਰਡ ਮਿਲੇ, ਤੇ ਹੁਣ ਉਹ ਅਵਾਰਡ ਜਿਹੜੇ ਉਹ ਲੈ ਕੇ ਸਰਕਾਰ ਕੋਲ ਜਾਣਗੇ। ਸੋ 5 ਦਸੰਬਰ ਤੱਕ ਜੇ ਹੱਲ ਨਾ ਹੋਇਆ ਤਾਂ ਓਲੰਪੀਅਨ ਕਰਤਾਰ ਸਿੰਘ ਪਹਿਲਵਾਨ ਦੀ ਅਗਵਾਈ ਦੇ ਵਿੱਚ ਸਾਰੇ ਖਿਡਾਰੀ ਨੇ, ਜਿਹੜੇ ਇੰਟਰਨੈਸ਼ਨਲ ਲੈਵਲ ਦੇ ਖਿਡਾਰੀ ਨੇ, ਉਹ ਸਾਰੇ ਆਪਦੇ ਅਰਜਨ ਅਵਾਰਡ, ਓਲੰਪੀਅਨ ਅਵਾਰਡ ਤੇ ਹੋਰ ਅਵਾਰਡ ਨੇ ਜਿਹੜੇ ਉਹ ਲੈ ਕੇ ਦਿੱਲੀ ਜਾਣਗੇ, ਔਰ ਉੱਥੇ ਕੇਂਦਰ ਸਰਕਾਰ ਨੂੰ ਆਪਦੇ ਅਵਾਰਡ ਫੜਾ ਕੇ ਆਉਣਗੇ। ਸੋ ਇੱਕ ਬਹੁਤ ਵੱਡਾ ਕਦਮ ਜਿਹੜਾ ਖਿਡਾਰੀਆਂ ਦਾ ਉਹ ਹੋਵੇਗਾ ਜੀ। ਅੱਛਾ, ਕੱਲ ਦੀ ਮੀਟਿੰਗ ਬਾਰੇ ਦੱਸੋ। ਸਰਜੀਤ ਸਿੰਘ ਫੂਲ ਉਹਨਾਂ ਨਾਲ ਬੜੀ ਖੁੱਲ੍ਹ ਕੇ ਗੱਲ ਹੋਈ, ਉਹਨਾਂ ਨੂੰ ਸਾਰੇ ਸਵਾਲ ਪੁੱਛੇ ਮੈਂ, ਲੱਗਣ ਲੱਗ ਜਾਂਦਾ, ਪਰ ਉਹਨਾਂ ਨੇ ਕੋਈ ਬਾਹਲਾ ਨਹੀਂ ਦੀਪ ਸਿੱਧੂ ਦੇ ਖਿਲਾਫ। ਉਹ ਕਹਿੰਦੇ ਨਹੀਂ, ਇਹ ਨਹੀਂ, ਉਹ ਵੱਧ ਅਧਿਕਾਰਾਂ ਦੀ ਗੱਲ ਕਰਦੇ ਆ, ਅਸੀਂ ਕਿਸਾਨੀ ਮੰਗਾਂ ਦੀ ਗੱਲ ਕਰਦੇ ਆ, ਤੇ ਖਾਲਸਾਈ ਰੰਗ ਤੋਂ ਪਰਾਂ ਨਹੀਂ ਸੀ ਫੂਲ ਹੋਣੀ। ਜੇ ਮੈਂ ਉਹਨਾਂ ਨੂੰ ਕਹਾਂ ਬਈ ਉਹ ਸਾਡੇ ਇਸ ਸੰਘਰਸ਼ ਤੋਂ ਪਰਾਂ ਨੇ, ਨੋ ਲੱਗਣ ਲਾ ਦਿੰਦੇ ਨੇ ਕਈ ਵਾਰ ਪੱਤਰਕਾਰ ਕੇ ਆਹ ਹੋ ਗਿਆ, ਆਹ ਹੋ ਗਿਆ। ਇਹ ਦੱਸਿਓ ਕਿ ਮੀਟਿੰਗ ਦੀ ਕੀ ਗੱਲ ਹੋਈ, ਤੇ ਇੱਕ ਇੱਥੇ ਇਹ ਵੀ ਖਬਰਾਂ ਨੇ ਕਿ RSS ਵਾਲੇ ਵਰਦੀਆਂ ਪਾ ਕੇ, ਜਿਵੇਂ ਪਹਿਲਾਂ ਵੀ ਉਹਨਾਂ ਨੇ ਪੁਲਿਸ ਦੀਆਂ ਵਰਦੀਆਂ ਤੇ BSF ਦੀਆਂ ਪਾ ਕੇ ਜ਼ੁਲਮ ਕੀਤਾ ਹੈ, ਕਿ RSS ਦੇ ਲੋਕ ਵਰਦੀਆਂ ਦੇ ਵਿੱਚ ਜਿਹੜੇ ਨੇ ਉੱਥੇ ਪਹੁੰਚ ਗਏ ਨੇ। ਨਾਲ ਸੁਪਰੀਮ ਕੋਰਟ ਵੱਲੋਂ ਕੁਝ ਰੂਲਿੰਗ ਦੀ ਗੱਲ ਚੱਲ ਰਹੀ ਹੈ। ਕੀ ਲੱਗਦਾ ਤੁਹਾਡੇ ਮਨ 'ਚ ਕਿ ਕੀ ਹੋ ਰਿਹਾ? ਦੇਖੋ ਗਿੱਲ ਸਾਹਿਬ, ਗੱਲ ਆਏ ਆ, ਅੱਜ ਇੱਕ ਬਹੁਤ ਵੱਡੀ ਮੀਟਿੰਗ ਜਿਹੜੀ ਕਿਸਾਨ ਜਥੇਬੰਦੀਆਂ ਦੀ, ਉਹ ਕੇਂਦਰ ਸਰਕਾਰ ਦੇ ਨਾਲ ਹੋਈ। 36 ਕਿਸਾਨ ਆਗੂ ਉਹਦੇ 'ਚ ਹਾਜ਼ਰ ਸੀ, ਔਰ ਪੰਜਾਬ ਵਾਲੇ ਵੀ ਸੀ, ਕੁਛ ਕਿਸਾਨ ਨੁਮਾਇੰਦੇ ਜਿਹੜੇ ਪੰਜਾਬ ਤੋਂ ਬਾਹਰਲੇ ਵੀ ਸੀ। 36 ਕਿਸਾਨ ਜਥੇਬੰਦੀਆਂ ਦੀ ਮੀਟਿੰਗ ਹੋਈ। ਮੀਟਿੰਗ ਦਾ ਅਚਾਨਕ ਸੱਦਾ ਆਇਆ। ਗਿੱਲ ਸਾਹਿਬ, ਰਾਤ ਜਦੋਂ ਤੁਸੀਂ ਗੱਲ ਕਰ ਰਹੇ ਸੀਗੇ ਸਰਜੀਤ ਸਿੰਘ ਫੂਲ ਹੋਰਾਂ ਨਾਲ, ਉਸ ਤੋਂ ਬਾਅਦ ਦੇਖੋ 12 ਵਜੇ ਤੋਂ ਬਾਅਦ ਸੱਦਾ ਆਇਆ। ਕਿੰਨੀ ਤੇਜ਼ੀ ਦੇ ਨਾਲ ਸਰਕਾਰ ਜਿਹੜੀ ਉਹ ਹਿੱਲੀ ਹੋਈ ਹੈ, ਇਹ ਤੋਂ ਨਜ਼ਰ ਆਉਂਦੀ ਹੈ। 12 ਵਜੇ ਦੇ ਲਗਭਗ ਸੱਦਾ ਆਇਆ। ਉਹ ਤੋਂ ਪਹਿਲਾਂ ਫੋਨ ਤੇ ਕਿਹਾ ਸੀ, ਫੋਨ ਤੇ ਥੋੜਾ ਆਗਾਹ ਕਰ ਦਿੱਤਾ ਗਿਆ ਸੀ ਕਿ ਕੱਲ ਨੂੰ ਮੀਟਿੰਗ ਹੋ ਸਕਦੀ ਹੈ। 30 ਨਵੰਬਰ ਨੂੰ ਫੋਨ ਜਿਹੜਾ ਕਿਸਾਨ ਆਗੂਆਂ ਨੂੰ ਆ ਗਿਆ ਸੀ, ਪਰ ਜਿੰਨਾ ਚਿਰ ਲਿਖਤੀ ਸੱਦਾ ਨਹੀਂ ਆਇਆ ਉਹਨਾਂ ਚਿਰ ਮੀਟਿੰਗ ਨਹੀਂ ਮੰਨੀ ਗਈ। ਤਾਂ 12 ਕੁ ਵਜੇ ਦੇ ਲਗਭਗ ਰਾਤ ਲਿਖਤੀ ਸੱਦਾ ਆਇਆ। ਲਿਖਤੀ ਸੱਦੇ ਤੋਂ ਬਾਅਦ ਅੱਜ ਮੀਟਿੰਗ ਹੋਈ। ਮੀਟਿੰਗ ਦੇ ਵਿੱਚ 36 ਕਿਸਾਨ ਨੁਮਾਇੰਦੇ ਨੇ ਜਿਹੜੇ ਉਹ ਗਏ, ਔਰ ਉੱਥੇ ਜਾਂਦਿਆਂ ਨੂੰ ਨਾ ਤਾਂ ਅਮਿਤ ਸ਼ਾਹ ਸੀ ਤੇ ਨਾ ਰਾਜਨਾਥ ਸਿੰਘ ਸੀ। ਕਿਸਾਨ ਆਗੂ ਹੱਕੇ ਬੱਕੇ ਰਹਿ ਗਏ। ਜਿਹੜੇ ਮੇਨ ਨੇ ਉਹ ਤਾਂ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਦੀ ਗੁਜਰਾਤੀ ਜੋੜੀ ਹੈ, ਦੋਨੇ ਉਹ ਨਹੀਂ ਹੈਗੇ। ਤੀਜੇ ਨੰਬਰ ਦਾ ਲੀਡਰ ਹੈ ਰਾਜਨਾਥ ਸਿੰਘ, ਉਹ ਨਹੀਂ ਹੈਗਾ। ਤੇ ਇਹਨਾਂ ਤੋਂ ਬਿਨਾਂ ਇਹਨਾਂ ਨਾਲ ਫਿਰ ਕੀ ਗੱਲ ਕਰਨੀ ਹੈ? ਪਰ ਖੇਤੀਬਾੜੀ ਮੰਤਰੀ ਆ ਕੇ ਬਹਿ ਗਿਆ। ਗਿੱਲ ਸਾਹਿਬ, 3 ਮੰਤਰੀ ਬੈਠੇ, ਪਿਊਸ਼ ਗੋਇਲ ਜਿਹੜਾ ਰੇਲਵੇ ਮੰਤਰੀ ਹੈ, ਖੇਤੀਬਾੜੀ ਮੰਤਰੀ ਨਰਿੰਦਰ ਤੋਮਰ, ਤੇ ਤੀਜਾ ਆਪਣੇ ਪੰਜਾਬ ਵਾਲਾ ਸੋਮ ਪ੍ਰਕਾਸ਼ ਹੁਸ਼ਿਆਰਪੁਰ ਵਾਲਾ, ਉਹ ਤੀਜਾ ਮੰਤਰੀ ਹੈ, ਰਾਜ ਮੰਤਰੀ ਹੈ। ਤਿੰਨੇ ਮੰਤਰੀ ਬਹਿ ਗਏ, ਔਰ ਬਹਿ ਕੇ ਜਦੋਂ ਗੱਲ ਕਰਨ ਲੱਗੇ ਸਰਜੀਤ ਸਿੰਘ ਫੂਲ ਨੇ ਉੱਠ ਕੇ ਕਹਿਤਾ, ਉਹ ਕਹਿੰਦਾ ਜੀ ਖੇਤੀਬਾੜੀ ਮੰਤਰੀ ਨੂੰ ਸਿੱਧੇ ਤੌਰ ਤੇ ਗਿੱਲ ਸਾਹਿਬ ਮੂੰਹ ਦੇ ਉੱਤੇ ਕਿਹਾ ਵੀ ਤੁਹਾਡਾ ਜਿਹੜਾ ਕਰਨੀ ਹੈ, ਤੁਹਾਡੀ ਜਿਹੜੀ ਹਾਵ ਭਾਵ ਨੇ, ਤੁਹਾਡਾ ਗੈਸਚਰ ਆ, ਜਿਹੜਾ ਤੁਹਾਡੀ ਸਰੀਰਕ ਜਿਹੜੀ ਹਿਲਜੁਲ ਹੈ, ਉਹ ਸਾਨੂੰ ਠੀਕ ਨਹੀਂ ਲੱਗਦੀ। ਖੇਤੀਬਾੜੀ ਮੰਤਰੀ ਕਹਿੰਦਾ ਵੀ ਕੀ ਗੱਲ? ਕਹਿੰਦਾ ਜੀ ਐਂ ਲੱਗਦਾ ਸਾਨੂੰ ਵੀ ਤੁਸੀਂ ਖੇਤੀ ਕਾਨੂੰਨਾਂ ਦੇ ਪੱਖ 'ਚ ਹੈ ਨਹੀਂ ਗੇ, ਲੇਕਿਨ ਨਰਿੰਦਰ ਮੋਦੀ ਦੀ ਤੁਹਾਡੇ ਤੇ ਚੂੜੀ ਇੰਨੀ ਚੜ੍ਹੀ ਹੋਈ ਹੈ ਵੀ ਤੁਹਾਨੂੰ ਇੱਥੇ ਬੈਠਣਾ ਪੈ ਰਿਹਾ। ਔਰ ਸਰਜੀਤ ਫੂਲ ਦੱਸ ਰਿਹਾ ਜੀ ਗਿੱਲ ਸਾਹਿਬ ਵੀ ਉਹਨੇ ਐਂ ਨਹੀਂ ਕਿਹਾ ਵੀ ਨਹੀਂ ਜੀ ਮੈਂ ਤਾਂ ਖੇਤੀ ਕਾਨੂੰਨਾਂ ਦੇ ਪੱਖ 'ਚ ਹਾਂ। ਹਾਲਾਂਕਿ ਖੇਤੀਬਾੜੀ ਮੰਤਰੀ ਆ, ਉਹ ਹੱਸ ਪਿਆ, ਹੱਸ ਕੇ ਕਹਿੰਦਾ ਵੀ ਨਹੀਂ ਏਦਾਂ ਦੀ ਗੱਲ ਨਹੀਂ, ਏਦਾਂ ਦੀ ਗੱਲ ਨਹੀਂ। ਉਹ ਕਹਿੰਦੇ ਫਿਰ ਤੂੰ ਐਂ ਕਹਿ ਵੀ ਮੈਂ ਖੇਤੀ ਕਾਨੂੰਨ ਸਹੀ ਨੇ। ਨਹੀਂ ਠੀਕ ਵੀ ਨੇ, ਕੁਛ ਮਸਲੇ ਵੀ ਨੇ। ਸਾਹਿਬ ਉਹਨੇ ਗੱਲ ਗੋਲ ਜਿਹੜੀ ਉਹ ਕੀਤੀ, ਔਰ ਕਿਸਾਨ ਨੁਮਾਇੰਦਿਆਂ ਨਾਲ ਉਹਨਾਂ ਦੀ ਮੀਟਿੰਗ ਹੋਈ। ਪਹਿਲੀ ਮੀਟਿੰਗ ਦੇ ਵਿੱਚ ਉਹਨਾਂ ਨੇ ਕਿਹਾ ਵੀ ਤੁਸੀਂ 36 ਜਾਣੇ ਆਏ ਹੋ, ਤੁਹਾਡੇ 'ਚੋਂ 5 ਜਾਣੇ ਆਇਆ ਕਰੋ। ਉਹ ਕਿਸਾਨਾਂ ਨੇ 2 ਟੁੱਕ ਕਹਿਤਾ ਵੀ 5 ਨਹੀਂ, 3 ਨਹੀਂ, 36 ਹੀ ਆਵਾਂਗੇ। ਮੀਟਿੰਗ ਕਰਨੀ ਹੈ ਕਰੋ, ਨਹੀਂ ਕਰਨੀ ਨਾ ਕਰੋ। ਕਹਿੰਦੇ ਜੀ ਠੀਕ ਹੈ 36 ਆ ਜਾਓ।
ਅਗਲੀ ਗੱਲ ਕਹਿੰਦੇ ਆਪਾਂ ਕਮੇਟੀ ਬਣਾ ਲਈਏ, ਕੁਝ ਕਿਸਾਨ ਨੁਮਾਇੰਦੇ ਲੈ ਲੈਂਦੇ ਆ, ਉਸ ਨੁਮਾਇੰਦੇ ਨੇ ਜਿਹੜੇ ਉਹ ਸਰਕਾਰ ਦੇ ਹੋ ਜਾਣਗੇ। ਕਿਸਾਨਾਂ ਨੇ ਰੱਦ ਕਰਤੀ, ਉਹ ਕਹਿੰਦੇ ਕਮੇਟੀਆਂ ਬਣਾਉਣ ਦਾ ਟਾਈਮ ਲੰਘ ਗਿਆ। ਉਦੋਂ ਕਮੇਟੀਆਂ ਬਣਾਉਂਦੇ ਜਦੋਂ ਅਸੀਂ ਦਿੱਲੀ ਨਹੀਂ ਸੀ ਆਏ, ਅੱਜ ਤੋਂ ਮਹੀਨਾ 2 ਮਹੀਨੇ ਪਹਿਲਾਂ ਸਾਂਝੀਆਂ ਕਮੇਟੀਆਂ ਬਣਾਉਂਦੇ, ਉਦੋਂ ਸੋਚਿਆ ਜਾ ਸਕਦਾ ਸੀ। ਪਰ ਹੁਣ ਸਾਰਾ ਸਮਾਂ ਲੰਘ ਚੁੱਕਿਆ, ਹੁਣ ਤਾਂ ਅਸੀਂ ਦਿੱਲੀ ਆਏ ਬੈਠੇ ਹਾਂ, ਹੁਣ ਨਹੀਂ। ਫਿਰ ਉਹਨਾਂ ਨੇ ਕਿਹਾ ਵੀ ਠੀਕ ਆ, ਆਪਾਂ ਗੱਲ ਚੱਲਦੀ ਰੱਖਾਂਗੇ, ਤੁਸੀਂ ਬਰਾੜੀ ਮੈਦਾਨ ਚਲੇ ਜਾਓ, ਸੜਕਾਂ ਛੱਡ ਦਿਓ। ਕਿਸਾਨਾਂ ਨੇ 2 ਟੁੱਕ ਕਹਿਤਾ ਵੀ ਦਿੱਲੀ ਦੀਆਂ ਸੜਕਾਂ ਅਸੀਂ ਨਹੀਂ ਛੱਡਾਂਗੇ, ਬਰਾੜੀ ਮੈਦਾਨ ਅਸੀਂ ਨਹੀਂ ਜਾਵਾਂਗੇ, ਤੁਸੀਂ ਮਸਲਾ ਦੱਸੋ। ਤਾਂ ਉਹਨਾਂ ਨੇ ਕਿਹਾ ਵੀ ਖੇਤੀ ਕਾਨੂੰਨ ਆ ਜਿਹੜੇ ਉਹ ਅਸੀਂ ਸੋਚਾਂਗੇ, ਮਾਹਰਾਂ ਦੀ ਕਮੇਟੀ ਬਣਾਵਾਂਗੇ। ਕੁੱਲ ਮਿਲਾ ਕੇ ਗੱਲ ਇਹ ਆ ਕਿ ਮੀਟਿੰਗ ਬੇਤਕਾਰ ਰਹੀ, ਕਿਸਾਨ ਮੀਟਿੰਗ ਚੋਂ ਆ ਗਏ। ਐਤਕੀ ਇੱਕ ਹੋਰ ਚੰਗੀ ਗੱਲ ਗਿੱਲ ਸਾਹਿਬ ਹੋਈ ਵੀ ਉਹਨਾਂ ਨੇ ਕਿਸਾਨਾਂ ਨੂੰ ਜਾਂਦਿਆਂ ਨੂੰ ਚਾਹ ਦੇਤੀ, ਕਹਿੰਦੇ ਆਹ ਲਓ ਜੀ ਚਾਹ। ਕਿਸਾਨ ਕਹਿੰਦੇ ਨਹੀਂ ਅਸੀਂ ਨਹੀਂ ਪੀਣੀ ਚਾਹ। ਉਸ ਤੋਂ ਬਾਅਦ ਉਹਨਾਂ ਨੇ ਲੰਚ ਲਾਇਆ, ਰੇਟ ਪਾਈ, ਕਹਿੰਦੇ ਜੀ ਲੰਚ ਲੱਗਿਆ। ਕਿਸਾਨ ਕਹਿੰਦੇ ਅਸੀਂ ਤੁਹਾਡੀ ਬੁਰਕੀ ਨਹੀਂ ਤੋੜਨੀ। ਔਰ ਖੇਤੀਬਾੜੀ ਮੰਤਰੀ ਨੂੰ ਉਹਨਾਂ ਨੇ ਇਹ ਕਿਹਾ ਵੀ ਸਾਡੇ ਬਾਬੇ ਨਾਨਕ ਦਾ ਜਿਹੜਾ ਉਹ ਪ੍ਰਕਾਸ਼ ਪੁਰਬ ਹੈ, ਤੁਸੀਂ ਸਾਡੇ ਨਾਲ ਚੱਲੋ, ਤੁਸੀਂ ਸਾਨੂੰ ਲੰਚ ਕਰਾਉਣੇ ਹੋ, ਅਸੀਂ ਨਹੀਂ ਲੰਚ ਖਾਣਾ, ਤੁਸੀਂ ਸਾਡੇ ਨਾਲ ਚੱਲੋ, ਖੀਰ ਖਵਾਈਏ। ਤੇ ਬਾਬੇ ਨਾਨਕ ਦੇ ਜਿਹੜੇ ਪ੍ਰਕਾਸ਼ ਪੁਰਬ ਦੀ ਕੱਲ੍ਹ ਵਾਲੀ ਬਚੀ ਪਈ ਹੈ, ਤੁਹਾਨੂੰ ਖਵਾਵਾਂਗੇ ਅਸੀਂ ਖੀਰ ਬਦਾਮਾਂ ਵਾਲੀ, ਸਾਡੇ ਨਾਲ ਚੱਲੋ, ਪਰ ਅਸੀਂ ਲੰਚ ਨਹੀਂ ਕਰਾਂਗੇ। ਸੋ ਕਿਸਾਨਾਂ ਨੇ ਨਾ ਉੱਥੇ ਨਾ ਚਾਹ ਪੀਤੀ, ਨਾ ਰੋਟੀ ਖਾਧੀ। ਇਹ ਇੱਕ ਬਹੁਤ ਵੱਡੀ ਜਿਹੜੀ ਗੱਲ ਮੈਨੂੰ ਲੱਗਦੀ ਹੈ ਕਿ ਇਹ ਵੀ ਕੇਂਦਰ ਸਰਕਾਰ ਦੇ ਖਿਲਾਫ ਇੱਕ ਰੋਸ ਦਾ ਪ੍ਰਗਟਾਵਾ। ਲਗਭਗ 4 ਘੰਟੇ ਮੀਟਿੰਗ ਚੱਲੀ ਔਰ 4 ਘੰਟਿਆਂ 'ਚ ਨਾ ਚਾਹ ਪੀਤੀ ਉਹਨਾਂ ਨੇ, ਚਾਹ ਰੱਖੀ ਧਰੀ ਧਰਾਈ ਰਹਿ ਗਈ, ਚਾਹ ਬਣੀ ਬਣਾਈ ਰਹਿ ਗਈ, ਰੋਟੀ ਬਣੀ ਬਣਾਈ ਰਹਿ ਗਈ, ਲੰਚ ਵੀ ਨਹੀਂ ਕੀਤਾ। ਔਰ ਕਿਸਾਨ ਨੁਮਾਇੰਦੇ ਨੇ ਜਿਹੜੇ ਉਹ ਵਾਪਸ ਆਏ, ਉਹਨਾਂ ਨੇ 2 ਟੁੱਕ ਕਹਿ ਕੇ ਆਏ ਵੀ ਅਸੀਂ ਖੇਤੀ ਕਾਨੂੰਨ ਰੱਦ ਕਰਨ ਤੋਰੇ ਤੁਹਾਡੇ ਨਾਲ ਕਿਸੇ ਵਿਸ਼ੇ ਦੇ ਉੱਤੇ ਗੱਲਬਾਤ ਹੈ ਜਿਹੜੀ ਉਹ ਨਹੀਂ ਕਰਾਂਗੇ। ਔਰ ਹੁਣ ਇੱਕ ਦਿਨ ਛੱਡ ਕੇ ਫਿਰ ਮੀਟਿੰਗ ਜਿਹੜੀ ਰੱਖ ਲਈ, 1 ਦਸੰਬਰ ਨੂੰ ਅੱਜ ਮੀਟਿੰਗ ਸੀ, ਹੁਣ 2 ਦਸੰਬਰ ਨੂੰ ਨਹੀਂ ਹੋਊ। ਉਹ 2 ਦਸੰਬਰ ਦਾ ਵਕਫਾ ਪਾ ਕੇ 3 ਦਸੰਬਰ ਨੂੰ ਫਿਰ ਕਿਸਾਨ ਜਥੇਬੰਦੀਆਂ ਨੂੰ ਮੀਟਿੰਗ ਦੇ ਲਈ ਬੁਲਾ ਲਿਆ ਗਿਆ ਹੈਗਾ। ਸੋ 3 ਦਸੰਬਰ ਦੀ ਮੀਟਿੰਗ ਦੇ ਉੱਤੇ ਹੁਣ ਸਭ ਦੀਆਂ ਨਜ਼ਰਾਂ ਨੇ ਜਿਹੜੀਆਂ ਉਹ ਟਿੱਕੀਆਂ ਰਹਿਣਗੀਆਂ। ਪਰ ਇੱਕ ਸਾਜ਼ਿਸ਼ ਜਿਹੜੀ ਉਹਦੇ ਚੋਂ ਨਜ਼ਰ ਆਈ ਉਹ ਇਹ ਸੀ ਗਿੱਲ ਸਾਹਿਬ ਵੀ ਆਪਣੇ 36 ਕਿਸਾਨ ਆਗੂਆਂ ਨਾਲ ਮੀਟਿੰਗ ਕਰਨ ਤੋਂ ਬਾਅਦ ਇੱਕ ਹੋਰ ਮੀਟਿੰਗ ਹੋਈ। ਉਹ ਮੀਟਿੰਗ ਦੇ ਵਿੱਚ ਪੰਜਾਬ ਦਾ ਇੱਕ ਵੀ ਆਗੂ ਨਹੀਂ ਸੀ, ਉਹਦੇ ਵਿੱਚ ਕੁਝ ਹਰਿਆਣੇ ਦੇ ਸੀ ਕਿਸਾਨ ਆਗੂ, ਕੁਝ ਹਿਮਾਚਲ ਦੇ ਸੀ ਕਿਸਾਨ ਆਗੂ, ਕੋਈ ਯੂਪੀ ਦੇ ਸੀ ਕਿਸਾਨ ਆਗੂ। ਔਰ ਉਸ ਮੀਟਿੰਗ ਦੀ ਕੁਝ ਤਸਵੀਰਾਂ ਜ਼ਰੂਰ ਸਾਹਮਣੇ ਆ ਗਈਆਂ ਆਪਣੇ, ਪਰ ਉਹ ਮੀਟਿੰਗ 'ਚ ਕੀ ਹੋਇਆ, ਉਹ ਅਲੱਗ ਕਿਉਂ ਹੋਈ, ਉਹਦੇ 'ਚ ਸਰਕਾਰ ਦਾ ਏਜੰਡਾ ਕੀ ਹੈ, ਇਹ ਸਾਹਮਣੇ ਨਹੀਂ ਆਇਆ। ਪੰਜਾਬ ਵਾਲੇ ਕਿਸਾਨ ਆਗੂ ਵੀ ਇਸ ਮਸਲੇ ਦੇ ਉੱਤੇ ਚਿੰਤਤ ਨਜ਼ਰ ਆ ਰਹੇ ਨੇ ਕਿ ਇਹ ਮਸਲਾ ਹੋ ਕੀ ਰਿਹਾ ਹੈ। ਜਾਂ ਤਾਂ ਉਹ ਇੱਕ ਕੋਈ ਟੀਮ ਤਿਆਰ ਕਰ ਰਹੇ ਆ ਜਾਂ ਫਿਰ ਅਲੱਗ ਕਿਉਂ ਕਰ ਰਹੇ ਨੇ। ਕੱਲ੍ਹ ਤੱਕ ਇਸ ਮਸਲੇ ਦੇ ਉੱਤੇ ਜਿਹੜੀ ਜਾਣਕਾਰੀ ਹੈ ਉਹ ਮਿਲੂਗੀ। ਕੋਸ਼ਿਸ਼ ਕਰਾਂਗੇ ਕਿ ਇਸ ਮਸਲੇ ਦੀ ਤਹਿ ਤੱਕ ਜਾਇਆ ਜਾਵੇ ਵੀ ਕਿ ਆਖਰ ਇਹਨਾਂ ਦਾ ਏਜੰਡਾ ਕੀ ਹੈ। ਧੰਨਵਾਦ ਬਹੁਤ ਬਹੁਤ ਨਵਕਿਰਨ। ਤੇ ਜਦ ਤੁਸੀਂ ਵਾਪਸ ਗਏ ਦੁਬਾਰਾ ਫੇਰ ਉੱਥੋਂ ਗੱਲਬਾਤ ਹੋਏਗੀ। ਆਪਣਾ ਖਿਆਲ ਰੱਖੋ, ਚੜ੍ਹਦੀ ਕਲਾ 'ਚ ਰਹਿਣਾ ਹੈ। ਕੱਲ ਨੂੰ ਫੇਰ ਸਵੇਰੇ ਗੱਲਬਾਤ ਕਰਾਂਗੇ। ਧੰਨਵਾਦ। ਸ਼ੁਕਰੀਆ ਗਿੱਲ ਸਾਹਿਬ, ਤੁਹਾਡਾ ਤੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ। ਨਵਕਿਰਨ ਸਿੰਘ ਪੱਤੀ ਤੋਂ ਅੱਜ ਬਰਨਾਲਿਓਂ ਗੱਲਬਾਤ ਕਰ ਰਹੇ ਸੀ। ਅੱਜ ਇਹ ਪਹੁੰਚੇ ਆ ਆਥਣੇ ਘਰੇ ਤੇ ਕੱਲ ਨੂੰ ਕਹਿੰਦੇ ਮੈਂ ਫੇਰ ਮੁੜ ਜਾਣਾ। ਤੇ ਆਫ ਦੀ ਏਅਰ ਜਦ ਗੱਲ ਕਰ ਰਹੇ ਸੀ ਨਵਕਿਰਨ ਨੂੰ, ਕਹਿੰਦੇ ਬਹੁਤ ਜਿਹੜਾ ਅਦਰੇਵਾ ਹੋਇਆ ਜਦ ਮੈਂ ਸੰਘਰਸ਼ ਤੋਂ ਚੱਲਿਆ, ਇਉਂ ਲੱਗਿਆ ਵੀ ਮੈਂ ਕਿਉਂ ਜਾਣਾ, ਪਰ ਜ਼ਰੂਰੀ ਕੰਮ ਸੀ। ਇਹ ਆ ਮਨ ਦੀ ਜਿਹੜੀ ਚਾਹ, ਇਕੱਠ 'ਚ ਰਹਿਣਾ, ਭਾਈਚਾਰੇ ਲਈ, ਕੌਮ ਲਈ ਗੱਲਬਾਤ ਕਰਨੀ। ਹੁਣੇ ਹੀ ਵਿਦਨ ਮਿੰਟ ਗੱਲਬਾਤ ਕਰਾਂਗੇ ਸਿਟੀ ਆਫ ਸਰੀ ਦੇ ਕੌਂਸਲਰ ਮਨਦੀਪ ਸਿੰਘ ਨਾਗਰਾ ਦੇ ਨਾਲ। ਫਾਈਨਲ ਜਿਹੜੀ ਘਰ ਦੀ ਅਪਰੂਵਲ ਹੈ ਜਿਹੜੀ, ਉਸ ਦੀ ਗੱਲਬਾਤ। ਆਕੂਪੈਂਸੀ ਪਰਮਿਟ ਇੱਕ ਗੱਲ ਹੈ, ਖੈਰ ਹੈ ਉਹ ਰਿਲੈਕਸੇਸ਼ਨ ਹੀ ਸੀ। ਜੇ ਪਹਿਲਾਂ ਕੋਵਿਡ ਤੋਂ ਪਹਿਲਾਂ ਫਾਈਨਲ ਅਪਰੂਵਲ ਹੋਣ ਤੋਂ ਪਹਿਲਾਂ ਅਸੀਂ ਮੂਵ ਇਨ ਹੋ ਜਾਂਦੇ, ਉਹਦੇ ਬਾਰੇ ਆਪਾਂ ਕਈ ਵਾਰ 1550 ਤੇ ਗੱਲ ਕੀਤੀ ਹੈ ਵੀ ਉਹਦੇ 'ਚ ਕੁਝ ਨਾ ਕੁਝ ਤੁਹਾਡੇ ਰਿਸਕ ਵੀ ਨੇ। ਤੁਹਾਡੀ ਮੌਰਗੇਜ ਜਿਹੜੀ ਆ, ਕੰਸਟਰਕਸ਼ਨ ਮੌਰਗੇਜ ਦਾ ਫਾਈਨਲ ਹਲੇ ਅਪਰੂਵਲ ਹੋ ਕੇ ਰੈਜ਼ੀਡੈਂਸ਼ੀਅਲ ਮੌਰਗੇਜ ਨਹੀਂ ਬਣੀ, ਤੁਸੀਂ ਮੂਵ ਹੁੰਦੇ ਹੋ, ਕੁਛ ਅਜਿਹਾ ਹੋ ਜਾਂਦਾ ਹੈ ਜਿਹਦੇ 'ਤੇ ਇੰਸ਼ੋਰੈਂਸ ਕੰਪਨੀਆਂ ਭੱਜ ਸਕਦੀਆਂ ਨੇ। ਪਰ ਹੁਣ ਕੋਵਿਡ ਕਰਕੇ ਇੰਸਪੈਕਟਰ ਮੂਵ ਇਨ ਹੋਏ ਘਰਾਂ ਦੇ ਵਿੱਚ ਵੜਦੇ ਨਹੀਂ ਫਾਈਨਲ ਇੰਸਪੈਕਸ਼ਨ ਕਰਨ। ਇਸ 'ਤੇ ਉਹ ਗੱਲਬਾਤ ਕਰਨਗੇ। ਕੱਲ ਬਜਟ ਜਿਹੜਾ ਅਗਲੇ 2 ਸਾਲਾਂ ਦਾ, ਉਸ ਦੀ ਗੱਲਬਾਤ ਹੋਈ ਹੈ। ਵੱਡੇ ਪ੍ਰੋਜੈਕਟ ਜਿਹੜੇ ਸਰੀ ਦੇ ਨੇ ਉਹਨਾਂ ਦਾ ਬਜਟ ਹੋ ਗਿਆ ਜਾਂ ਨਹੀਂ, ਇਸ 'ਤੇ ਵੀ ਗੱਲਬਾਤ ਹੋਈ। ਸੋ ਮਨਦੀਪ ਸਿੰਘ ਨਾਗਰਾ ਜੀ, ਸਵਾਗਤ, ਸਤਿ ਸ੍ਰੀ ਅਕਾਲ। ਭਾਜੀ ਤੁਹਾਨੂੰ ਤੇ ਤੁਹਾਡੇ ਸਾਰੇ ਲਿਸਨਰਸ ਨੂੰ ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ। ਗੁੱਡ ਮਾਰਨਿੰਗ ਜੀ।
ਪਿਛਲੇ ਮਾਰਚ ਤੋਂ ਆਹੀ ਮਾਰਚ ਤੋਂ ਜਦ ਦੀ ਕੋਵਿਡ ਦੀ ਗੱਲ ਚੱਲੀ, ਆਪਾਂ ਕਈ ਵਾਰ ਮੇਰੇ ਖਿਆਲ 2-3 ਵਾਰ ਇਸ ਵਿਸ਼ੇ ਤੇ ਗੱਲਬਾਤ ਕੀਤੀ ਹੈ ਜੀ। ਇਹ ਜਿਹੜਾ ਹੁਣ ਜਿਹੜਾ ਇੰਸਪੈਕਟਰ ਚੈੱਕ ਨਹੀਂ ਕਰਨ ਜਾਂਦੇ ਜੇ ਮੂਵ ਇਨ ਹੋਇਓ ਜਾਂ ਸਮਾਨ ਪਿਆ ਜਾਂ ਕੁਝ ਵੀ, ਉਹਦਾ ਉਹ ਕਹਿੰਦੇ ਕੀ ਨੇ ਬਈ ਉਹਨਾਂ ਦਾ ਸੇਫਟੀ ਰੀਜ਼ਨ ਕੋਵਿਡ ਕਰਕੇ ਜਾਂ ਤੇ ਤੁਹਾਡਾ ਅਧਿਕਾਰ ਖੇਤਰ ਕੀ ਹੈ ਉਹਨਾਂ ਨੂੰ ਕਹਿਣ ਦਾ ਵੀ ਤੁਸੀਂ ਇੰਸਪੈਕਸ਼ਨ ਕਰੋ ਜਾਂ ਨਾ ਕਰੋ, ਜਾਂ ਉਹ ਖੁਦ ਮੁਖਤਿਆਰੀ ਹੈ? ਜੀ, ਥੋੜਾ ਜਿਹਾ ਮੈਂ ਇਹਦੀ ਪਹਿਲਾਂ ਹਿਸਟਰੀ ਦੱਸਦਾ ਕਿ ਜਿਹੜਾ ਬਾਈ ਲਾਅ ਪਹਿਲਾਂ ਤੋਂ ਹੀ ਇਹ ਕਲੀਅਰ ਹੈ ਕਿ ਤੁਸੀਂ ਆਕੂਪੈਂਸੀ ਪਰਮਿਟ ਤੋਂ ਬਗੈਰ ਬਿਲਕੁਲ ਵੀ ਘਰ ਦੇ ਵਿੱਚ ਐਂਟਰ ਨਹੀਂ ਹੋ ਸਕਦੇ ਜਿੰਨਾ ਚਿਰ ਘਰ ਦਾ ਫਾਈਨਲ ਆਕੂਪੈਂਸੀ ਪਰਮਿਟ ਨਹੀਂ ਮਿਲ ਜਾਂਦਾ। ਉਸ ਤੋਂ ਪਹਿਲਾਂ ਤੁਹਾਡੀ ਫਾਈਨਲ ਪਲੰਬਿੰਗ ਦੀ ਇੰਸਪੈਕਸ਼ਨ ਹੁੰਦੀ, ਫਾਈਨਲ ਇਲੈਕਟ੍ਰਿਕ ਦੀ ਹੁੰਦੀ, ਉਸ ਤੋਂ ਬਾਅਦ ਫਾਈਨਲ ਆਕੂਪੈਂਸੀ ਦਾ ਪਰਮਿਟ ਮਿਲਦਾ। ਫਿਰ ਤੁਸੀਂ ਘਰ ਦੇ ਵਿੱਚ ਆਪਣਾ ਸਮਾਨ ਰੱਖ ਸਕਦੇ, ਫਰਨੀਚਰ ਰੱਖ ਸਕਦੇ ਹਾਂ, ਆਪਣੀਆਂ ਕਿਚਨ ਦੀਆਂ ਸਮਾਨ ਰੱਖ ਸਕਦੇ, ਫਿਰ ਹੀ ਤੁਸੀਂ ਮੂਵ ਹੋ ਸਕਦੇ ਆ। ਸੋ ਉਸ ਤੋਂ ਪਹਿਲੇ ਤੁਸੀਂ ਇਹ ਸਾਰਾ ਕੁਝ ਬਿਲਕੁਲ ਨਹੀਂ ਕਰ ਸਕਦੇ। ਸੋ ਪਰ ਸਿਟੀ ਹਾਲ ਆਲਵੇਜ਼, ਸਾਰੀਆਂ ਮਿਊਨਿਸਪੈਲਿਟੀਜ਼ ਆਲਵੇਜ਼ ਇਸ ਬਾਈਲਾਅ ਦੇ ਨਾਲ ਬਹੁਤ ਰਿਲੈਕਸ ਰਹੀਆਂ ਕਿ ਲੋਕਾਂ ਨੂੰ, ਉਹਨਾਂ ਨੂੰ ਅੰਡਰਸਟੈਂਡ ਕਰਦੇ ਸੀ ਕਿ ਲੋਕਾਂ ਨੂੰ ਰਸ਼ ਹੁੰਦਾ, ਸ਼ਾਇਦ ਪਿੱਛੇ ਘਰ ਉਹ ਰੈਂਟ ਤੇ ਲਿਆ ਹੋਇਆ ਸੀ ਜਾਂ ਜਿਹੜੇ ਪਹਿਲੇ ਘਰ 'ਚ ਰਹਿ ਰਿਹਾ ਉਹ ਘਰ ਦੀ ਸੇਲ ਹੋਈ ਆ, ਸੋ ਉਹਨਾਂ ਨੇ ਮੂਵ ਇਨ ਹੋਣਾ ਹੁੰਦਾ। ਸੋ ਸਾਰੀਆਂ ਸਟਾਫ ਅੰਡਰਸਟੈਂਡ ਕਰਦਾ ਸੀ ਕਿ ਚਲੋ ਮੂਵ ਹੋ ਗਿਆ, 1 ਮਹੀਨੇ ਬਾਅਦ 2 ਮਹੀਨੇ ਬਾਅਦ ਵੀ ਫਾਈਨਲ ਇੰਸਪੈਕਸ਼ਨ ਹੋ ਰਹੀ ਸੀ। ਪਰ ਹੁਣ ਡਿਊਰਿੰਗ ਕੋਵਿਡ ਕੀ ਹੋਇਆ, ਹੁਣ ਜਿਹੜੀਆਂ ਰਿਸਟ੍ਰਿਕਸ਼ਨਸ ਆਈਆਂ, ਜਿਹੜੀਆਂ ਹੈਲਥ ਅਥਾਰਟੀਜ਼ ਤੋਂ ਰਿਸਟ੍ਰਿਕਸ਼ਨ ਆ ਰਹੀਆਂ ਕਿ ਜਿਹੜਾ ਸਿਟੀ ਦਾ ਸਟਾਫ ਆ ਉਹ ਬਿਲਕੁਲ ਵੀ ਸੋਸ਼ਲ ਡਿਸਟੈਂਸ, ਆਪਣਾ ਫਿਜ਼ੀਕਲ ਡਿਸਟੈਂਸ ਬਣਾ ਕੇ ਸਿਟੀ ਹਾਲ ਦੇ ਅੰਦਰ ਵੀ ਤੇ ਸਿਟੀ ਹਾਲ ਦੇ ਬਾਹਰ ਵੀ, ਤਾਂ ਕਿ ਜਿਹੜਾ ਸਿਟੀ ਦਾ ਸਟਾਫ ਆ ਉਹ ਇਸ ਵਾਇਰਸ ਤੋਂ ਬਚਾਇਆ ਜਾ ਸਕੇ। ਇਸ ਕਰਕੇ ਜਿਹੜੀਆਂ ਰਿਸਟ੍ਰਿਕਸ਼ਨਸ ਆਈਆਂ ਉਹ ਇਸ ਕਰਕੇ ਇਹ ਜਸਟ ਫਾਈਨਲ ਆਕੂਪੈਂਸੀ ਘਰਾਂ ਦੇ ਵਿੱਚ ਨਹੀਂ, ਇਹ ਸਿਟੀ ਹਾਲ ਦੇ ਅੰਦਰ ਵੀ ਇਹ ਵਾਲੇ ਸੇਮ ਪ੍ਰੋਟੋਕੋਲਸ ਫੋਲੋ ਕੀਤੇ ਜਾ ਰਹੇ ਆ। ਸੋ ਬਹੁਤ ਜ਼ਿਆਦਾ ਸਟਾਫ ਘਰਾਂ ਤੋਂ ਕੰਮ ਕਰ ਰਿਹਾ ਤਾਂ ਕਿ ਜਿਹੜੀ ਟੌਪ ਪ੍ਰਾਇਓਰਟੀ ਇਸ ਟਾਈਮ ਹੈਗੀ ਉਹ ਹੈਗੀ ਸੇਫਟੀ ਆਪਣੇ ਸਿਟੀਜ਼ਨਸ ਦੀ, ਉਹਨੂੰ ਮੇਨਟੇਨ ਰੱਖਣ ਵਾਸਤੇ ਕੀਤਾ। ਸੋ ਰਿਸਟ੍ਰਿਕਸ਼ਨਸ ਇਹ ਆਈਆਂ ਕਿ ਬਿਲਕੁਲ ਵੀ ਸਿਟੀ ਦੇ ਜਿਹੜੇ ਇੰਸਪੈਕਟਰਸ ਆ ਉਹ ਜਿਹੜੇ ਘਰ ਆਕੂਪਾਈਡ ਆ, ਜਿੱਥੇ ਕਿਸੇ ਨੇ ਆਪਣੀਆਂ ਪਰਸਨਲ ਬਿਲੋਂਗਿੰਗਸ ਰੱਖੀਆਂ ਹੋਈਆਂ, ਜਿੱਥੇ ਉਹ ਜੇ ਨਹੀਂ ਵੀ ਰਹਿ ਰਹੇ ਉੱਥੇ ਆਪਣੀ ਕੁਕਿੰਗ ਕਰ ਰਹੇ ਆ, ਉੱਥੇ ਆਪਣਾ ਖਾਣਾ ਬਣਾ ਰਹੇ ਆ, ਉਸ ਪ੍ਰੈਮਿਸਿਸ ਦੇ ਵਿੱਚ ਸਿਟੀ ਸਟਾਫ ਬਿਲਕੁਲ ਵੀ, ਸਿਟੀ ਦੇ ਇੰਸਪੈਕਟਰਸ ਬਿਲਕੁਲ ਵੀ ਐਂਟਰ ਨਹੀਂ ਹੋ ਸਕਦੇ ਕਿਸੇ ਵੀ ਸਰਕਮਸਟੈਂਸ ਦੇ ਵਿੱਚ, ਕਿਉਂਕਿ ਉਹ ਇੱਕ ਲਿਵਿੰਗ ਸਪੇਸ ਕੰਸੀਡਰ ਕੀਤੀ ਜਾਂਦੀ ਤੇ ਲਿਵਿੰਗ ਸਪੇਸ ਦੇ ਵਿੱਚ ਬਿਲਕੁਲ ਵੀ ਐਂਟਰ ਨਹੀਂ ਕਰ ਸਕਦੇ। ਤੁਸੀਂ ਦੇਖੋ, ਅੰਡਰਸਟੈਂਡ ਕਰਨ ਵਾਲੀ ਗੱਲ ਆ ਕਿ ਜੇ ਆਪਾਂ ਆਪਣੇ ਐਜ਼ ਅ ਫੈਮਿਲੀ ਮੈਂਬਰ ਆਪਾਂ ਆਪਣੇ ਬ੍ਰਦਰ ਦੇ, ਆਪਾਂ ਕਿਸੇ ਰਿਲੇਟਿਵ ਦੇ ਘਰ ਨਹੀਂ ਜਾ ਸਕਦੇ, ਆਪਾਂ ਕਿੱਦਾਂ ਐਕਸਪੈਕਟ ਕਰ ਸਕਦੇ ਕਿ ਸਿਟੀ ਇੰਸਪੈਕਟਰਸ ਸਾਡੇ ਘਰ ਦੇ ਵਿੱਚ ਆ ਕੇ ਇੰਸਪੈਕਸ਼ਨਸ ਕਰਨ, ਰਾਈਟ? ਸੋ ਇਸ ਕਰਕੇ ਇਸ ਟਾਈਮ ਬਹੁਤ ਇਹ ਸੀਰੀਅਸ ਇਸ਼ੂਜ਼ ਆ ਰਹੇ ਆ, ਐਵਰੀ ਡੇ ਨਵੀਆਂ ਪ੍ਰੋਬਲਮਸ ਆ ਰਹੀਆਂ ਕਿ ਜਿੱਥੇ ਲੋਕ ਆਲਰੇਡੀ ਮੂਵ ਹੋਏ ਆ ਬਟ ਡਿਮਾਂਡ ਉਹਨਾਂ ਦੀ ਹੈ ਕਿ ਸਾਡੀ ਮੌਰਗੇਜ ਨਹੀਂ ਕਨਵਰਟ ਹੋ ਰਹੀ, ਸਾਡੀ ਇੰਸ਼ੋਰੈਂਸ ਨਹੀਂ ਕਨਵਰਟ ਹੋ ਰਹੀ, ਸਾਡੀ ਇੰਸਪੈਕਸ਼ਨਸ ਛੇਤੀ ਕਰੋ। ਪਰ ਅਨਫੋਰਚੂਨੇਟਲੀ ਉਹ ਇਲੈਕਟਿਡ ਅਫੀਸ਼ੀਅਲਸ ਦੇ ਪ੍ਰੈਸ਼ਰ ਪਾਇਆ ਤੇ ਜਾਂ ਸੀਨੀਅਰ ਮੈਨੇਜਮੈਂਟ ਦੇ ਪ੍ਰੈਸ਼ਰ ਪਾਇਆ ਤੇ ਵੀ ਉਹ ਜਿਹੜੀਆਂ ਇੰਸਪੈਕਸ਼ਨਸ ਆ ਉਹ ਨਹੀਂ ਹੋ ਸਕਦੀਆਂ, ਕਿਉਂਕਿ ਜਿਹੜੀਆਂ ਇੰਸਟਰਕਸ਼ਨਸ ਆ ਉਹ ਬਹੁਤ ਕਲੀਅਰ ਆ ਕਿ ਕੋਈ ਵੀ ਸਿਟੀ ਦਾ ਸਟਾਫ ਜੇ ਆਕੂਪਾਈਡ ਬਿਲਡਿੰਗ ਹੈਗੀ ਆ ਉਹਦੇ ਵਿੱਚ ਐਂਟਰ ਨਹੀਂ ਹੋ ਸਕਦਾ। ਅੱਛਾ ਜੀ, ਇੱਕ ਦੱਸਿਓ, ਪਹਿਲਾਂ ਵੀ ਜਿਹੜੀ ਰਿਲੈਕਸੇਸ਼ਨ ਦਾ ਇੱਕ ਸ਼ਬਦ ਹੈ ਜਦ ਆਦਤ ਪੈ ਜਾਂਦੀ ਹੈ, ਬਹੁਤ ਕੇਸਾਂ ਦੇ ਵਿੱਚ 5-5 ਮਹੀਨੇ 6-6 ਮਹੀਨੇ ਪਰਿਵਾਰ ਮੂਵ ਇਨ ਹੋ ਜਾਂਦਾ ਹੈ, 7-7 ਮਹੀਨੇ ਬਾਹਰ ਵੇਖਦੇ ਆ ਕਿ ਹਲੇ ਡਰਾਈਵੇ ਨਹੀਂ ਬਣਿਆ, ਸਾਈਡ ਵਾਕ ਨਹੀਂ ਬਣਿਆ, ਫਾਈਨਲ ਜਿਹੜੀ ਅਪਰੂਵਲ ਨਹੀਂ ਹੋਈ। ਉਹ 7 ਮਹੀਨੇ ਜਦ ਰਹਿ ਰਹੇ ਨੇ ਆਕੂਪੈਂਸੀ ਪਰਮਿਟ ਤੋਂ ਬਾਅਦ, ਉਹਨਾਂ ਦਾ ਸਟੇਟਸ ਕੋਈ ਉਸ ਸਮੇਂ ਉਹਨਾਂ ਨੂੰ ਖਤਰਾ ਹੋ ਸਕਦਾ ਹੈ ਰਹਿੰਦਿਆਂ ਨੂੰ? ਜੀ ਬਿਲਕੁਲ, ਇਹ ਮੈਨੂੰ ਲੱਗਦਾ ਇੱਕ ਥੋੜੀ ਜਿਹੀ ਅਵੇਅਰਨੈਸ ਘੱਟ ਹੈਗੀ ਇਸ ਚੀਜ਼ ਨੂੰ ਲੈ ਕੇ ਕਮਿਊਨਿਟੀ ਦੇ ਵਿੱਚ ਕਿ ਆਪਾਂ ਜਦੋਂ ਆਪਣਾ ਨਵਾਂ ਘਰ ਬਣਾਉਣੇ, ਹੁਣ ਤੁਸੀਂ ਦੇਖੋ ਕਿ ਬਹੁਤ ਸਾਰਾ ਕੁਝ ਇੱਥੇ ਲੈਂਡ ਵੀ ਮਹਿੰਗੀ ਹੈ, ਪਲੱਸ ਕੰਸਟਰਕਸ਼ਨ ਕਾਸਟ ਬਹੁਤ ਜ਼ਿਆਦਾ ਹੈ। ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਨਵਾਂ ਘਰ ਬਟ ਕਲੋਜ਼ ਟੂ 2 ਮਿਲੀਅਨ ਤੋਂ ਘੱਟ ਹੁੰਦਾ ਅੱਜ ਕੱਲ੍ਹ ਸਰੀ ਦੇ ਵਿੱਚ। ਤੇ ਹੁਣ ਦੇਖੋ, ਆਪਾਂ ਐਡਾ ਮਿਲੀਅਨਸ ਡਾਲਰ ਦਾ ਰਿਸਕ ਲੈ ਕੇ ਉਹ ਘਰ ਦੇ ਵਿੱਚ ਮੂਵ ਹੋ ਜਾਂਦੇ ਜਿਹੜਾ ਬਿਲਕੁਲ ਵੀ ਤੁਹਾਡਾ ਸਮਾਨ ਕਵਰਡ ਨਹੀਂ ਆ, ਤੁਸੀਂ ਕਵਰਡ ਨਹੀਂ ਆ, ਤੁਹਾਡੀ ਬਿਲਡਿੰਗ ਬਿਲਕੁਲ ਕਵਰਡ ਨਹੀਂ ਹੈ ਇੰਸ਼ੋਰੈਂਸ ਦੇ ਵੱਲੋਂ, ਕਿਉਂਕਿ ਤੁਹਾਡੇ ਕੋਲ ਕੰਸਟਰਕਸ਼ਨ ਮੌਰਗੇਜ ਆ, ਤੁਹਾਡੇ ਕੋਲ ਰੈਜ਼ੀਡੈਂਸ਼ੀਅਲ ਮੌਰਗੇਜ ਨਹੀਂ ਹੈਗੀ, ਤੁਸੀਂ ਮੂਵ ਨਹੀਂ ਹੋ ਸਕਦੇ। ਇੰਸ਼ੋਰੈਂਸ ਕਹਿਣਾ ਚਾਹ ਰਿਹਾ ਸੀ ਮੈਂ, ਨਾਟ ਮੌਰਗੇਜ। ਕੰਸਟਰਕਸ਼ਨ ਇੰਸ਼ੋਰੈਂਸ ਦੇ ਵਿੱਚ ਤੁਸੀਂ ਘਰ ਨੂੰ ਆਕੂਪਾਈ ਨਹੀਂ ਕਰ ਸਕਦੇ। ਤੁਸੀਂ ਜਿੰਨਾ ਚਿਰ
ਆਕੂਪੈਂਸੀ ਪਰਮਿਟ ਨਹੀਂ ਮਿਲਦਾ ਉਹਨਾਂ ਟਾਈਮ ਤੁਸੀਂ ਕੰਸਟਰਕਸ਼ਨ ਇੰਸ਼ੋਰੈਂਸ ਨੂੰ ਚੇਂਜ ਕਰਕੇ ਉਹਨੂੰ ਰੈਜ਼ੀਡੈਂਸ਼ੀਅਲ ਨਹੀਂ ਕਰ ਸਕਦੇ। ਸੋ ਆਕੂਪੈਂਸੀ ਪਰਮਿਟ ਲੈਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਅਦਰਵਾਈਜ਼ ਤੁਸੀਂ ਆਪਣੀ ਲਾਈਫ, ਆਪਣੀ ਫੈਮਿਲੀ ਦੀ ਲਾਈਫ ਪਲੱਸ ਆਪਣੀ ਲਾਈਫ ਦੀ ਜਿਹੜੀ ਸੇਵਿੰਗਸ ਹੈ ਸਾਰੀ, ਉਹ ਤੁਸੀਂ ਰਿਸਕ ਤੇ ਪਾ ਰਹੇ ਆ। ਕਿਉਂਕਿ ਬਹੁਤ ਵਾਰੀ ਮੈਂ ਦੇਖਿਆ ਕਿ 1-1 ਸਾਲ ਲੱਗ ਜਾਂਦਾ ਘਰ ਬਣਾਉਣ ਨੂੰ। ਆਪਣੀਆਂ ਫੈਮਲੀਜ਼ ਕਈ ਵਾਰੀ 1 ਜਾਂ 2 ਵੀਕ ਦੀ ਵੇਟ ਨਹੀਂ ਕਰਨਾ ਚਾਹੁੰਦੇ ਹੁੰਦੇ, ਉਹ ਘਰ ਦੇ ਵਿੱਚ ਮੂਵ ਹੋਣ ਦਾ ਰਸ਼ ਕਰ ਲੈਂਦੇ ਆ। ਅੱਛਾ, ਉਹਦੇ ਨਾਲ ਜਦੋਂ ਹਾਂਜੀ ਇੱਕ ਮੈਂ ਇਹਦੇ ਵਿੱਚ ਫਿਰ ਇਹਦਾ ਮਤਲਬ ਕੋਵਿਡ ਤੋਂ ਬਾਅਦ ਇਹਦੇ ਤੇ ਸਿਟੀ ਨੂੰ ਕੋਈ ਫਰਮ ਬਾਈ ਲਾ ਕਰਨਾ ਪਊ ਸੈਟਅਪ। ਫਿਰ ਕੁਛ ਤੁਸੀਂ ਮੁਸ਼ਕਲਾਂ ਦੇ ਵਿੱਚ ਦੀ ਲੰਘ ਰਹੇ ਹੋ ਜਿਵੇਂ ਹੁਣ? ਨਹੀਂ, ਬਾਇਲਾਸ ਆਲਰੇਡੀ ਹੈਗੇ ਆ ਕਿ ਤੁਸੀਂ ਆਕੂਪੈਂਸੀ ਪਰਮਿਟ ਤੋਂ ਬਗੈਰ ਮੂਵ ਨਹੀਂ ਹੋ ਸਕਦੇ, ਬਟ ਲੋਕ ਆਪਣਾ ਆਪ ਰਿਸਕ ਲੈ ਰਹੇ ਸੀ ਇਹ ਜਾਣਦੇ ਹੋਏ ਵੀ ਕਿ ਉਹਨਾਂ ਦਾ ਜਿਹੜੀ ਪ੍ਰਾਪਰਟੀ, ਉਹਨਾਂ ਦੀ ਜਿਹੜੀ ਨਵੀਂ ਬ੍ਰੈਂਡ ਨਿਊ ਬਿਲਡਿੰਗ ਹੈ ਉਹਦੇ ਵਿੱਚ ਕੁਕਿੰਗ ਕਰ ਰਿਹਾ, ਉਹਦੇ ਵਿੱਚ ਇਲੈਕਟ੍ਰਿਕ ਡਿਵਾਈਸਿਸ ਰੱਖੀਆਂ, ਉਹਨਾਂ ਨੇ ਆਪਣੀਆਂ ਅਪਲਾਇੰਸਿਸ ਰੱਖੀਆਂ। ਗੋਡ ਫੋਰਬਿਡਸ ਕੋਈ ਵੀ ਹੈਪਨ ਹੋ ਜਾਂਦਾ, ਉਹ ਬਿਲਕੁਲ ਵੀ ਉਹਨਾਂ ਦੀ ਜਿਹੜੀ ਲਾਈਫ ਦੀ ਸੇਵਿੰਗਸ ਹੈ ਉਹ ਕੁਛ ਵੀ ਕਵਰ ਨਹੀਂ ਹੈ, ਇਨਕਲੂਡਿੰਗ ਦੇਅਰ ਪਰਸਨਲ ਲਾਈਫਸ, ਉਹਨਾਂ ਦੀਆਂ ਸਾਰੀਆਂ ਬਿਲੋਂਗਿੰਗਸ, ਉਹਨਾਂ ਦਾ ਘਰ ਦਾ ਫਰਨੀਚਰ, ਉਹਨਾਂ ਦਾ ਕਾਰਾਂ, ਕੁਛ ਵੀ ਕਵਰ ਨਹੀਂ ਹੈ। ਸੋ ਆਕੂਪੈਂਸੀ ਤੇ ਫਾਈਨਲ ਜਿਹੜੀ ਅਪਰੂਵਲ ਹੈ ਉਹ ਦੋਨੇ ਇੱਕੋ ਚੀਜ਼ਾਂ ਨੇ, ਜਾਂ ਆਕੂਪੈਂਸੀ ਪਰਮਿਟ ਤੋਂ ਬਾਅਦ ਉਹ ਰਹਿ ਸਕਦੇ ਨੇ? ਕਿਉਂਕਿ ਗੱਲ ਬਾਹਰ ਇਹ ਪ੍ਰਚਲਿਤ ਆ ਵੀ ਆਕੂਪੈਂਸੀ ਪਰਮਿਟ ਮਿਲ ਗਈ, ਫਾਈਨਲ ਅਪਰੂਵਲ ਨਹੀਂ ਤੇ ਮੂਵ ਇਨ ਹੋ ਸਕਦੇ ਆ। ਇਹਨੂੰ ਕਲੀਅਰ ਕਰੋ। ਦੇਖੋ ਫਾਈਨਲ ਅਪਰੂਵਲ ਜਿਹੜੀ ਆਪਾਂ ਬਾਹਰਲੇ ਬੁਲੇਵਰਡਸ ਹੋ ਗਏ, ਬਾਹਰਲੇ ਡਰਾਈਵੇਜ਼ ਹੋ ਗਏ, ਉਹ ਚੀਜ਼ਾਂ ਹੋ ਗਈਆਂ ਨਾ, ਉਹ ਸਾਰਾ ਕੁਝ ਬਿਲਕੁਲ ਆਪਾਂ ਕੰਪਲੀਟ ਕਰ ਲਿਆ। ਪਰ ਜਿਹੜਾ ਆਕੂਪੈਂਸੀ ਪਰਮਿਟ ਲੈਣਾ ਆ ਉਹ ਬਹੁਤ ਜ਼ਰੂਰੀ ਹੈ ਆਪਣੇ ਵਾਸਤੇ ਕਿ ਆਪਾਂ ਬਿਲਡਿੰਗ ਆਕੂਪਾਈ ਕਰਨ ਵਾਸਤੇ। ਸੋ ਮੈਂ ਇਹ ਕਮਿਊਨਿਟੀ ਨੂੰ ਰਿਕੁਐਸਟ ਕਰੂੰਗਾ ਕਿ ਬਹੁਤ ਜ਼ਰੂਰੀ, ਜਦੋਂ ਤੁਸੀਂ ਘਰ ਬਣਾਉਂਦੇ ਆ ਸਾਲ ਦਾ ਟਾਈਮ ਲੱਗ ਜਾਂਦਾ, 8 ਮਹੀਨੇ ਦਾ ਟਾਈਮ ਲੱਗ ਜਾਂਦਾ, 1 ਜਾਂ 2 ਵੀਕ ਹੋਰ ਜੇ ਆਪਾਂ ਲੇਟ ਹੋ ਜਾਂਦੇ ਆ ਉਹਦੇ ਨਾਲ ਕੋਈ ਵੀ ਐਡਾ ਵੱਡਾ ਆਪਾਂ ਨੂੰ ਡਿਫਰੈਂਸ ਨਹੀਂ ਪੈਣਾ ਆਪਣੀ ਲਾਈਫ ਦੇ ਵਿੱਚ। ਤੇ ਜੇ ਆਪਾਂ ਵੱਡੀ ਪਿਕਚਰ ਦੇਖੀਏ, ਹਾਂ ਅਸੀਂ ਅੰਡਰਸਟੈਂਡ ਕਰਦੇ ਕਿ ਕਿਸੇ ਨੇ ਰੈਂਟ ਤੇ ਘਰ ਲਿਆ ਹੁੰਦਾ ਜਾਂ ਕਿਸੇ ਦੀ ਕੋਈ ਕੰਪਲੀਸ਼ਨ ਹੋਈ ਹੁੰਦੀ ਆ ਕਿ ਉਹਨਾਂ ਨੇ ਉੱਥੋਂ ਘਰ ਚੋਂ ਮੂਵ ਆਊਟ, ਬਟ ਉਹ ਸਾਰੀਆਂ ਚੀਜ਼ਾਂ ਨੈਗੋਸ਼ੀਏਟ ਹੋ ਸਕਦੀਆਂ ਹੁੰਦੀਆਂ। ਸੋ ਐਡਾ ਵੱਡਾ $ਮਿਲੀਅਨਸ ਦਾ ਰਿਸਕ ਲੈ ਕੇ ਆਪਾਂ 1 ਜਾਂ 2 ਵੀਕ ਬਚਾਉਣ ਲਈ ਇੰਨਾ ਵੱਡਾ ਰਿਸਕ ਮੈਨੂੰ ਲੱਗਦਾ ਕਿ ਠੀਕ ਨਹੀਂ ਆ। ਸੋ ਮੂਵ ਹੋਣ ਤੋਂ ਪਹਿਲੇ, ਆਪਣਾ ਸਮਾਨ ਰੱਖਣ ਤੋਂ ਪਹਿਲੇ, ਆਪਣਾ ਫਰਨੀਚਰ ਰੱਖਣ ਤੋਂ ਪਹਿਲੇ ਤੁਸੀਂ ਇਹਦੀ ਇੰਸਪੈਕਸ਼ਨ, ਜਿਹੜੀਆਂ ਕਾਲਸ ਆ, ਇਹ ਫਾਈਨਲ ਇੰਸਪੈਕਸ਼ਨਸ ਇਹ ਜ਼ਰੂਰ ਕਰਵਾਓ ਆਪਣੀਆਂ, ਫਿਰ ਉਸ ਤੋਂ ਬਾਅਦ ਮੂਵ ਹੋਵੋ। ਮੈਂ ਬਜਟ ਤੇ ਜਾਣਾ ਚਾਹੁੰਦਾ ਜੀ, ਪਰ ਇੱਕ ਕਾਲਰ ਕੋਈ ਸਵਾਲ ਪੁੱਛਣਾ ਚਾਹੁੰਦੇ। ਸਰਦਾਰ ਦਲਵੀਰ ਸਿੰਘ ਜੀ, ਕੀ ਸਵਾਲ ਹੈ? ਦਲਵੀਰ ਸਿੰਘ ਜੀ, ਦਲਵੀਰ ਸਿੰਘ ਜੀ ਕੀ? ਦਲਵੀਰ ਸਿੰਘ ਜੀ, ਹਾਂਜੀ ਗਿੱਲ ਸਾਹਿਬ ਸਤਿ ਸ਼੍ਰੀ ਅਕਾਲ ਜੀ। ਮੈਂ ਪੁੱਛਣਾ ਸੀ, ਚਲੋ ਹਾਂ ਤਾਂ ਗੱਲ ਇਹਨਾਂ ਦੀ ਨਾਗਰਾ ਸਾਹਿਬ ਦੀ ਅੰਡਰਸਟੈਂਡ ਕਰਦੇ ਆ ਜੀ, ਜਿਹੜੀ ਹੁਣ ਦੇਖੋ ਜਦੋਂ ਆਪਾਂ ਇਲੈਕਸ਼ਨ ਲੜੀ ਸੀ, ਵੋਟਾਂ ਦਾ ਵੀ ਸਾਰਾ ਕੁਛ ਇਹਨਾਂ ਨੂੰ ਪਾਈਆਂ, ਇਹਨਾਂ ਨੇ ਉਦੋਂ ਇੱਕ ਪ੍ਰੋਮਿਸ ਕੀਤਾ ਸੀ ਵੀ ਜਿਹੜਾ ਜਦੋਂ ਤੁਸੀਂ ਪਰਮਿਟ ਨਵੇਂ ਘਰ ਦਾ ਕੋਲ ਲੈਣੇ ਆ ਤਾਂ 6 ਵੀਕਾਂ ਦੇ ਵਿੱਚ ਮਿਲਣਾ ਚਾਹੀਦਾ। ਤੇ ਚਲੋ ਪਹਿਲਾਂ 10 ਵੀਕਾਂ ਚੱਲਦੀਆਂ ਸੀ। ਹੁਣ ਦੇਖੋ ਜੀ, ਅਸੀਂ ਇਹ ਅਪ੍ਰੈਲ ਦੀ ਪਲਾਨ ਜਮ੍ਹਾਂ ਕਰਾਈਏ, ਚਲੋ ਹੁਣ ਇਹਨਾਂ ਨੇ ਈਜ਼ੀਲੀ ਇਹ ਵੀ ਕਹਿ ਦੇਣਾ, ਆਮ ਪੋਲੀਟੀਸ਼ੀਅਨ ਕਹਿ ਦਿੰਦੇ ਆ ਵੀ ਈਜ਼ੀ ਐਸਕੇਪ ਹੁੰਦਾ ਜੀ, ਇੰਡੀਵਿਜੂਅਲ ਕੇਸ ਤੇ ਮੈਂ ਇਸ ਤੇ ਕਮੈਂਟ ਨਹੀਂ ਕਰ ਸਕਦਾ। ਹੁਣ ਅਪ੍ਰੈਲ ਦੀ ਲੈ ਕੇ ਹੁਣ ਤੱਕ ਜੀ 28 ਵੀਕਾਂ ਬਣ ਜਾਂਦੀਆਂ। 15 ਕੁ ਦਿਨ ਪਹਿਲਾਂ ਪਲਾਨ ਚੈੱਕ ਕਰਨੇ, ਹਾਲੇ ਪਲਾਨ ਨੂੰ ਹੱਥ ਲਾਇਆ ਤੇ ਉਹਦੇ ਵਿੱਚ ਗਲਤੀਆਂ ਕੱਢ ਕੇ ਜੀ ਆਹ ਠੀਕ ਕਰਾਓ ਤਾਂ ਉਹ ਕਰਾਓ। ਦੇਖੋ ਇੰਨਾ ਚਿਰ ਕੌਣ ਵੇਟ ਕਰ ਸਕਦਾ? ਮੈਨੂੰ ਦੱਸੋ, ਇਹ ਕੋਈ ਅਸੈਪਟੇਬਲ ਟਾਈਮ ਲਾਈਨ ਹੈਗੀ ਜਿਹੜੀ? 8 ਮਹੀਨੇ ਹੋ ਗਏ ਜੀ। ਹੁਣੇ ਪੁੱਛਦਾ। ਦਿਓਲ ਸਾਹਿਬ ਕੀ ਸਵਾਲ ਆ ਜੀ? ਹਾਂਜੀ ਗਿੱਲ ਸਾਹਿਬ, ਮੇਰੇ ਤਾਂ ਇਦਾਂ ਵੀ ਜਿਹੜਾ ਇਹ ਕਹਿੰਦੇ ਵੀ ਜਿਹੜਾ ਫਾਈਨਲ ਇੰਸਪੈਕਸ਼ਨ ਦਾ ਆ, ਮੈਨੂੰ ਇੱਕ ਗੱਲ ਨਹੀਂ ਸਮਝ ਆਈ ਵੀ ਘਰ ਨੂੰ ਬਣਾਉਣ ਦੇ ਲਈ ਟ੍ਰੇਡਮੈਨ ਆ ਸਕਦੇ ਆ, ਉਹ ਜਿੱਥੋਂ ਸਮਾਨ ਲਿਆਉਣਾ ਸਮਾਨ ਵਾਲੇ ਆ ਸਕਦੇ, ਸਾਰਾ ਲਾਈਕ ਆਪਾਂ ਕਮਿਊਨੀਕੇਟ ਕਰਦੇ ਆ ਇੱਕ ਦੂਜੇ ਨਾਲ, ਬੰਦਿਆਂ ਨਾਲ ਸੇਫਟੀ ਰੱਖ ਕੇ, ਸਾਵਧਾਨ ਰੱਖ ਕੇ। ਈਵਨ ਜਿਹੜੇ ਇਹਨਾਂ ਦੇ ਸਿਟੀ ਸਟਾਫ ਜਿਹੜੇ ਜਾਣ ਤੋਂ ਨਾ ਕਰਦੇ ਆ, ਉਹ ਵੀ ਸਟੋਰਾਂ ਦੇ ਵਿੱਚ ਜਾਂਦੇ ਹੋਗੇ, ਗਰੋਸਰੀ ਕਰਦੇ ਹੋਗੇ, ਸਾਰਾ ਕੁਛ। ਮੇਰੇ ਖਿਆਲ ਦੇ ਨਾਲ ਇੱਕ ਲੋੜੋਂ ਵੱਧ ਕੇ ਇੱਕ ਬਹਾਨਾ ਮੈਨੂੰ ਤਾਂ ਲੱਗ ਰਿਹਾ ਵੀ ਇਹਨਾਂ ਨੂੰ ਉਹਨਾਂ ਦੀ ਕਾਉਂਸਲੇਸ਼ਨ, ਮੰਨ ਲਓ ਕਾਉਂਸਲੇਟ ਜਿੱਦਾਂ ਕਹਿੰਦੇ ਕਾਉਂਸਲਿੰਗ ਕਰਨ ਦੀ ਲੋੜ ਆ ਵੀ ਇਸ ਤਰ੍ਹਾਂ ਨਹੀਂ, ਜੇ ਤੁਸੀਂ ਕਿਸੇ ਨੂੰ ਖੱਜਲ ਖਰਾਬੀ ਹੁੰਦੀ ਆ ਉਹਦੀਆਂ ਇਨਸਪੈਕਸ਼ਨਾਂ ਤੋਂ ਬਾਅਦ, ਉਹਦੀ ਮੰਨ ਲਓ ਮੌਰਗੇਜ ਲੈ ਜਾਂ ਇੰਸ਼ੋਰੈਂਸ ਲੈ, ਉਹ ਕੋਈ ਬਾਹਲਾ ਨੂੰ ਡਰ ਲੱਗਦਾ, ਕੋਈ ਮੰਨ ਲਓ $10-20 ਦਾ ਇੱਥੇ ਕੋ ਆਉਂਦਾ, ਮੰਨ ਲਓ ਜਿਹਦਾ ਕੱਪੜਾ ਝੱਗਾ ਆ ਜਾਂਦਾ ਫੁੱਲ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਕੋਈ ਸੂਟ, ਉਹ ਪਾ ਕੇ ਕਿਸੇ ਨੂੰ ਖੱਜਲ, ਕਿਉਂਕਿ ਇਹ ਕੋਈ ਬਾਹਲਾ ਵਧੀਆ ਬਹਾਨਾ ਨਹੀਂ ਹੈਗਾ। ਕਿਉਂਕਿ ਇੱਕ ਤੁਸੀਂ ਇਕੱਲਾ ਸਿਟੀ ਹਾਲ, ਬਾਕੀ ਸਾਰੀ ਅਸੀਂ ਵੀ ਸਰਵਿਸ ਦੇ ਰਹੇ ਹਾਂ ਇੰਡਸਟਰੀ 'ਚ, ਅਸੀਂ ਸਾਵਧਾਨੀਆਂ ਰੱਖ ਕੇ ਦੇ ਹੀ ਰਹੇ ਹਾਂ। ਉਹ ਏਦਾਂ ਕਿਉਂ ਭੱਜਦੇ ਆ? ਉਹਦੇ ਵਿੱਚ ਲੋਕਾਂ ਨੇ ਰਹਿਣਾ, ਇੰਨੇ ਟ੍ਰੇਡਮੈਨ ਆ ਕੇ ਜਾਂਦੇ, ਇੱਦਾਂ ਤਾਂ ਸਾਰੀ ਇੰਡਸਟਰੀ ਖੜ ਜਾਊਗੀ। ਤੇ ਉਹਨਾਂ ਨੂੰ ਬਾਕੀਆਂ ਦੇ ਨਾਲ ਕਮਿਊਨੀਕੇਟ, ਇੰਡਸਟਰੀ ਬਾਕੀ ਕਿੱਦਾਂ ਚੱਲ ਰਹੀ ਆ ਉਹਨੂੰ ਦੇਖ ਕੇ ਆਪਣਾ ਕੋਈ ਡਿਸੀਜਨ ਆ। ਇਸ ਤਰ੍ਹਾਂ ਨਹੀਂ ਹੈਗਾ ਵੀ ਸਕੂਲ ਚੱਲ ਰਹੇ ਆ, ਸਾਰਾ ਕੁਝ ਚੱਲ ਰਿਹਾ ਤੇ ਫਿਰ ਮੇਰੇ ਖਿਆਲ ਸਾਵਧਾਨੀ ਰੱਖ ਕੇ ਉਹਨਾਂ ਨੂੰ ਸਰਵਿਸ ਦੇਣੀ ਚਾਹੀਦੀ ਹੈ। ਏਦਾਂ ਬਹਾਨਾ ਨਹੀਂ ਲੱਭਣਾ ਚਾਹੀਦਾ ਵੀ ਨਹੀਂ ਅਸੀਂ ਜਾਣਾ ਨਹੀਂ ਗਾ।
ਨਾਗਰਾ ਸਾਹਿਬ ਦੋ ਸਵਾਲ ਨੇ। ਇੱਕ ਤਾਂ ਵੀ 8 ਮਹੀਨੇ ਹੋ ਗਏ, ਸਰਦਾਰ ਦਲਵੀਰ ਸਿੰਘ ਕਹਿੰਦੇ ਅਪ੍ਰੈਲ ਦਾ ਮੈਂ ਅਪਲਾਈ ਕੀਤਾ, ਹਾਲੇ ਤੱਕ ਮੇਰਾ ਪਰਮਿਟ ਨਹੀਂ ਆਇਆ। ਗੁਰਮੁਖ ਸਿੰਘ ਦਿਓਲ ਹੋਣੀ ਕਹਿੰਦੇ ਬਈ ਬਾਕੀ ਸਾਰਾ ਐਸੈਂਸ਼ੀਅਲ ਸਰਵਿਸ ਚੱਲ ਰਹੀਆਂ ਨੇ, ਇਹਨਾਂ ਇੰਸਪੈਕਟਰਾਂ ਨੂੰ ਕੀ ਤੰਗੀ ਹੈ ਇਕੱਲੇ ਕੋਵਿਡ ਤੋਂ, ਬਾਕੀ ਸਾਰਾ ਕੁਝ ਹੋ ਰਿਹਾ ਜੀ। ਹਾਂਜੀ, ਮੈਂ ਪਹਿਲਾਂ ਮਿਸਟਰ ਦਿਓਲ ਦਾ ਜਿਹੜਾ ਆਨਸਰ ਕਰਦਾ ਕਿ ਉਹਨਾਂ ਨੂੰ ਮੈਂ ਕਰੈਕਟ ਕਰਨਾ ਚਾਹੁੰਦਾ, ਡਿਨਾਈ ਨਹੀਂ ਬਿਲਕੁਲ ਵੀ ਕਰ ਰਹੇ ਅਸੀਂ ਸਰਵਿਸ ਨੂੰ। 100% ਡਿਊਰਿੰਗ ਕੋਵਿਡ ਜਦੋਂ ਬਹੁਤ ਜ਼ਿਆਦਾ ਪ੍ਰੈਸ਼ਰ, ਤੁਹਾਨੂੰ ਯਾਦ ਹੋਊਗਾ ਮਾਰਚ ਅਪ੍ਰੈਲ ਦੇ ਵਿੱਚ ਇੰਨਾ ਜ਼ਿਆਦਾ ਪ੍ਰੈਸ਼ਰ ਸੀ ਕਿ ਸਿਟੀ ਆਫ ਸਰੀ ਆਪਣੀਆਂ ਇਨਸਪੈਕਸ਼ਨਸ ਜੇ ਬੰਦ ਕਰ ਦੇਵੇ ਤੇ ਟ੍ਰੇਡਮੈਨ ਕੰਮ ਤੇ ਨਾ ਜਾਣਗੇ, ਜੇ ਟ੍ਰੇਡਮੈਨ ਕੰਮ ਤੇ ਨਾ ਜਾਣਗੇ ਤੇ ਇਹ ਜਿਹੜੇ ਕੇਸਿਸ ਆ ਘਟਣਗੇ। ਪਰ ਫਿਰ ਵੀ ਸਿਟੀ ਨੇ ਇੱਕ ਦਿਨ ਵੀ ਆਪਣੀ ਸਰਵਿਸ ਫਰੋਮ ਮਾਰਚ, ਇੱਕ ਦਿਨ ਵੀ ਕੋਈ ਵੀ ਸਰਵਿਸ ਬੰਦ ਨਹੀਂ ਕੀਤੀ, ਉਹ ਸਾਰਾ ਕੁਝ ਕੰਟੀਨਿਊ ਆ। ਮੈਂ ਇਹ ਬਿਲਕੁਲ ਨਹੀਂ ਇੱਥੇ ਅੱਜ ਕਹਿਣਾ ਆ ਕਿ ਅਸੀਂ ਸਰਵਿਸ ਨਹੀਂ ਦੇ ਰਹੇ, ਮੈਂ ਇਹ ਕਹਿਣਾ ਰਿਹਾ ਕਿ ਤੁਸੀਂ ਘਰ ਦੇ ਵਿੱਚ ਮੂਵ ਹੋਣ ਤੋਂ ਪਹਿਲੇ ਆਪਣੀ ਜਿਹੜੀ ਇਨਸਪੈਕਸ਼ਨ ਹੈ ਉਹ ਜ਼ਰੂਰ ਕਰਵਾ ਲਓ। ਅਸੀਂ ਬਿਲਕੁਲ ਵੀ ਨਹੀਂ ਇਹ ਕਹਿ ਰਹੇ ਕਿ ਇਨਸਪੈਕਸ਼ਨ ਨਹੀਂ ਕਰਾਂਗੇ। ਇਹ ਮੈਂ ਥੋੜਾ ਜਿਹਾ ਮਿਸਟਰ ਦਿਓਲ ਨੂੰ ਕਰੈਕਟ ਕਰਨਾ ਚਾਹੁੰਦਾ ਕਿ ਅਸੀਂ ਸਰਵਿਸ ਬਿਲਕੁਲ ਵੀ ਡਿਨਾਈ ਨਹੀਂ ਕਰ ਰਹੇ। ਪਿਛਲੇ ਮਾਰਚ ਤੋਂ ਕੋਈ ਵੀ ਸਰਵਿਸ ਇੱਦਾਂ ਦੀ ਨਹੀਂ ਹੈਗੀ ਜਿਹੜੀ ਡਿਨਾਈ ਹੋਈ ਆ। ਜਸਟ ਆਪਾਂ ਨੂੰ ਹੁਣ ਕੰਮ ਕਰਨ ਦਾ ਥੋੜਾ ਜਿਹਾ ਤਰੀਕਾ ਬਿਲਕੁਲ ਆਪਾਂ ਨੂੰ ਚੇਂਜ ਕਰਨਾ ਪੈਣਾ। ਪਹਿਲੇ ਜਿਹੜੇ ਆ ਘਰ ਆਕਿਊਪਾਈਡ ਹੁੰਦੇ ਸੀ, ਉਹਨਾਂ ਦੇ ਵਿੱਚ ਇੰਸਪੈਕਟਰਸ ਜਾ ਕੇ ਆਪਣੇ ਉੱਥੇ ਆਪਣੀ ਕੁਕਿੰਗ ਚੱਲ ਰਹੀ ਹੁੰਦੀ ਸੀ, ਆਪਣੇ ਬੱਚੇ ਹੁੰਦੇ ਸੀ, ਪੇਰੈਂਟਸ ਹੁੰਦੇ ਸੀ, ਆਪਾਂ ਸਾਰੇ ਘਰਾਂ ਦੇ ਵਿੱਚ ਹੁੰਦੇ ਸੀ। ਇਨਫੈਕਟ ਕਦੀ ਤੇ ਆਪਾਂ ਸਾਰਿਆਂ ਨੂੰ ਪਤਾ ਕੰਸਟਰਕਸ਼ਨ ਇੰਡਸਟਰੀ ਦੇ ਨਾਲ ਰਿਲੇਟਡ ਆ ਕਿ ਕਿਸੇ ਬੈਡਰੂਮ ਦੇ ਵਿੱਚ ਲੌਕ ਲੱਗਾ, ਉੱਥੇ ਗ੍ਰੈਂਡ ਪੇਰੈਂਟਸ ਹੋ ਰਹੇ, ਪਰ ਫਿਰ ਵੀ ਇੰਸਪੈਕਟਰਸ ਜਾ ਕੇ ਇੰਸਪੈਕਸ਼ਨ ਕਰ ਰਹੇ ਸੀਗੇ। ਪਰ ਹੁਣ ਬਿਲਕੁਲ ਵੀ ਡਿਨਾਈ ਨਹੀਂ ਕਰ ਰਹੇ। ਹੁਣ ਇਹ ਕਹਿ ਰਹੇ ਆ ਕਿ ਹੁਣ ਘਰ ਬਿਲਕੁਲ ਵੇਕੈਂਟ ਆਕਿਊਪਾਈ ਕਰਨ ਤੋਂ ਪਹਿਲੇ ਤੁਸੀਂ ਉਹਦੀ ਜਿਹੜੀ ਇਨਸਪੈਕਸ਼ਨ ਹੈ ਉਹ ਕਰਵਾ ਲਓ। ਅਦਰਵਾਈਜ਼ ਜਿਹੜੇ ਇੰਸ਼ੋਰੈਂਸ ਰਿਲੇਟਡ ਮੈਟਰਸ ਹੈਗੇ ਆ ਜਾਂ ਤੁਹਾਡੀ ਮੋਰਗੇਜ ਕੰਸਟਰਕਸ਼ਨ ਰਿਲੇਟਡ ਮੈਟਰਸ ਆ, ਉਹਨਾਂ ਦੇ ਨਾਲ ਕਮਿਊਨਿਟੀ ਨੂੰ ਪ੍ਰੋਬਲਮਸ ਆ ਰਹੀ ਹੈ। ਅੱਛਾ ਜੀ, ਸੋ ਮੇਰਾ ਮੋਟਿਵ ਇਹ ਸੀਗਾ ਮੈਸੇਜ। ਪਰਮਿਟ ਨੂੰ 8 ਮਹੀਨੇ ਕਿਉਂ ਲੱਗ ਰਹੇ ਨੇ ਜੀ? ਜੀ ਦੇਖੋ, ਇਸ ਟਾਈਮ ਜਿਹੜਾ ਸਿਟੀ ਆਫ ਸਰੀ ਦੀ ਵੈਬਸਾਈਟ ਤੇ ਵੀ ਹੈਗਾ ਕਿ ਬਿਲਕੁਲ ਅਸੀਂ ਜਦੋਂ ਪਹਿਲਾਂ ਡਿਊਰਿੰਗ ਇਲੈਕਸ਼ਨ 25 ਵੀਕਸ ਦਾ ਟਾਈਮ ਸੀਗਾ। ਹੁਣ ਅੱਜ ਦੇ ਟਾਈਮ ਦੇ ਵਿੱਚ 10 ਵੀਕਸ ਦੇ ਵਿੱਚ ਸਿੰਗਲ ਫੈਮਿਲੀ ਦੇ ਪਰਮਿਟ ਇਸ਼ੂ ਹੋ ਰਹੇ ਨੇ। ਮੈਂ ਬਹੁਤ ਪਰਸਨਲੀ ਇੱਥੇ ਕਲੋਜ਼ ਆਈ ਰੱਖਦਾ, 10 ਵੀਕਸ ਦੇ ਵਿੱਚ ਪਰਮਿਟ ਰਿਲੀਜ਼ ਹੋ ਰਹੇ ਨੇ। ਜੇ ਕੋਈ ਇੰਡੀਵਿਜੂਅਲ ਪਰਮਿਟ ਨਹੀਂ ਰਿਲੀਜ਼ ਹੋਇਆ, ਬਿਲਕੁਲ 100% ਮੈਂ ਉਹਦੇ ਤੇ ਕੰਮ ਕਰਕੇ, ਜੇ ਤੁਸੀਂ ਕਹੋਗੇ ਕੋਈ ਇਦਾਂ ਦਾ ਕੋਈ ਪਰਮਿਟ ਹੈਗਾ, ਮੈਂ ਤੁਹਾਡੇ ਰੇਡੀਓ ਤੇ ਆ ਕੇ ਜਾਂ ਜੇ ਕੋਈ ਐਪਲੀਕੈਂਟਸ ਹੈਗੇ, ਮੈਂ ਉਹਨਾਂ ਦੀ ਫਾਈਲ ਤੇ ਕੰਮ ਕਰਕੇ ਦੱਸ ਸਕਦਾ ਕਿ ਕਿਉਂ 8 ਮਹੀਨੇ ਲੱਗੇ, ਉਹਦੀ ਕੀ ਰੀਜ਼ਨਸ ਹੈਗੀਆਂ। ਅਦਰਵਾਈਜ਼ ਜਿਹੜੇ ਰੈਗੂਲਰ ਪਰਮਿਟਸ ਆ ਉਹ 10 ਵੀਕ ਦੇ ਵਿੱਚ ਰਿਲੀਜ਼ ਹੋ ਰਹੇ ਨੇ। ਸਰੀ ਦੇ ਵੱਡੇ ਪ੍ਰੋਜੈਕਟ ਜੀ, ਇੱਕ ਕਬੱਡੀ ਗਰਾਊਂਡ ਬਣਨਾ ਰੋਨਾ ਦੀ ਜਗ੍ਹਾ ਤੇ ਨਿਊਟਨ ਦੇ ਲਈ, ਜਿਹਦੇ ਲਈ ਬਹੁਤ ਕੰਮ ਕੀਤਾ ਤੁਸੀਂ, ਵਧਾਈ ਦੇ ਪਾਤਰ ਹੋ। ਮੇਅਰ ਉਹਨਾਂ ਨੇ ਰਲ ਕੇ, ਉਹਦੇ ਕੱਲ ਬਜਟ ਦਾ ਦਿਨ ਸੀ ਜੀ। ਕਿਹੜੇ ਕੌਂਸਲਰ ਨੇ ਇਹਨਾਂ ਪ੍ਰੋਜੈਕਟਸ ਦੇ ਹੱਕ 'ਚ ਗੱਲ ਕੀਤੀ ਤੇ ਕਿਹੜੇ ਨੇ ਇਹਦੇ ਅਗੇਂਸਟ ਕੀਤੀ? ਤੇ ਬਜਟ ਦੇ ਬਾਰੇ ਦੱਸੋ ਕਿ ਇਹਨਾਂ ਇਨਫਰਾਸਟ੍ਰਕਚਰ ਲਈ ਬਜਟ ਸੈੱਟ ਹੋ ਗਿਆ ਜੀ? ਜੀ ਹਾਂਜੀ, ਕੱਲ ਫਾਈਨੈਂਸ ਕਮੇਟੀ ਦੀ ਮੀਟਿੰਗ ਸੀਗੀ। ਹੁਣ ਇਹ ਜਿਹੜਾ ਬਜਟ ਆ ਕਾਉਂਸਲ ਕੋਲ ਜਾਊਗਾ। ਸੋ ਉਸ ਤੋਂ ਬਾਅਦ ਜਦੋਂ ਕਾਉਂਸਲ ਅਪਰੂਵ ਕਰੂਗੀ ਫਿਰ ਇਹ ਬਜਟ ਅਡਾਪਟ ਹੋਊਗਾ। ਸੋ ਕੱਲ ਦਾ ਜਿਹੜਾ ਬਜਟ ਸੀਗਾ ਉਹਦੇ ਵਿੱਚ ਜਿਹੜੇ 16 ਵੱਡੇ ਪ੍ਰੋਜੈਕਟ ਸਿਟੀ ਆਫ ਸਰੀ ਨੇ ਪ੍ਰਪੋਜ਼ ਕੀਤੇ ਸੀਗੇ, ਉਹਨਾਂ ਦੀ ਲਿਸਟ ਦਿੱਤੀ ਸੀ। ਉਹਦੇ ਵਿੱਚ ਸਭ ਤੋਂ ਵੱਡਾ ਪ੍ਰੋਜੈਕਟ, ਤੇ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਦੱਸਦੇ ਨੂੰ, ਕਿ ਜਿਹੜਾ $90 ਮਿਲੀਅਨ ਇਨਕਲੂਡਿੰਗ ਲੈਂਡ ਐਂਡ ਕੰਸਟਰਕਸ਼ਨ ਕਾਸਟ ਜਿਹੜੀ ਆ ਆਪਣੀ ਨਿਊਟਨ ਰੈਕ ਸੈਂਟਰ ਵਾਸਤੇ, ਉਹ ਇਸ ਬਜਟ ਦੇ ਵਿੱਚ ਸੀਗੀ। ਉਸ ਤੋਂ ਬਿਨਾਂ 2 ਆਈਸ ਰਿੰਕਸ ਕਲੋਵਰਡੇਲ ਦੇ ਵਿੱਚ, ਕਬੱਡੀ ਦੀ ਸੌਕਰ ਫੀਲਡਸ ਹੈਗੀਆਂ ਉਹਦੇ ਵਿੱਚ ਨਿਊਟਨ ਐਥਲੈਟਿਕ ਪਾਰਕ ਦੇ ਵਿੱਚ ਵਾਕਿੰਗ ਟਰੈਕ ਹੈਗਾ, ਅਨਵਿਨ ਪਾਰਕ ਦੇ ਵਿੱਚ ਵਾਕਿੰਗ ਟਰੈਕ ਹੈਗਾ। ਸੋ ਇਦਾਂ ਦੇ ਜਿਹੜੇ ਪ੍ਰੋਜੈਕਟਸ 16 ਡਿਫਰੈਂਟ ਪ੍ਰੋਜੈਕਟ ਸੀਗੇ ਤੇ ਉਹਦੇ ਵਿੱਚ ਇਹ ਮੈਨੂੰ ਲੱਗਦਾ ਕਿ ਹਿਸਟੋਰਿਕ ਬਜਟ ਸੀਗਾ। ਇੰਨੇ ਜ਼ਿਆਦਾ ਅਮੈਨਿਟੀਜ਼ ਕਮਿਊਨਿਟੀ ਵਾਸਤੇ ਮੈਨੂੰ ਲੱਗਦਾ ਕਿ ਪਹਿਲਾਂ ਕਿਸੇ ਬਜਟ ਦੇ ਵਿੱਚ ਨਹੀਂ ਆਈਆਂ ਹੋਣਗੀਆਂ, ਤੇ ਸਾਨੂੰ ਜ਼ਰੂਰਤ ਵੀ ਬਹੁਤ ਸੀਗੀ ਕਿਉਂਕਿ ਕੋਵਿਡ ਚੋਂ ਅਸੀਂ ਨਿਕਲ ਰਹੇ ਹਾਂ ਹੁਣ ਹੌਲੀ ਤੇ ਮੈਨੂੰ ਆਸ ਹੈ ਕਿ ਜਲਦੀ ਨਿਕਲ ਜਾਵਾਂਗੇ। ਡਿਊਰਿੰਗ ਕੰਸਟਰਕਸ਼ਨ ਸੇ ਜੌਬ ਕ੍ਰੀਏਟਸ ਹੋਣਗੀਆਂ। ਉਸ ਤੋਂ ਬਾਅਦ ਜਦੋਂ ਇਹ ਬਣ ਗਏ ਫਿਰ ਆਪਣੀ ਕਮਿਊਨਿਟੀ, ਆਪਣੇ ਯੂਥ ਨੂੰ ਇਹ ਬੈਨੀਫਿਟਸ ਕਰਨਗੇ। ਸੋ ਦੋਨੋਂ ਕੰਮ ਆਪਣੇ ਹੋਣਗੇ ਕਿਉਂਕਿ ਹੁਣ ਜੌਬਸ ਦੀ ਵੀ ਬਹੁਤ ਜ਼ਰੂਰਤ ਪੈਣੀ ਹੈ ਅਗਲੇ ਆਉਣ ਵਾਲੇ 2-3-4 ਸਾਲ ਦੇ ਵਿੱਚ ਆਪਾਂ ਨੂੰ ਮੇਕ ਸ਼ੋਰ ਕਰਨਾ ਪੈਣਾ ਕਿ ਆਪਣੀ ਇਕਨੋਮੀ ਟਰੈਕ ਤੇ ਰਵੇ, ਆਪਣੀ ਲੋਕਲ ਜਿਹੜੀਆਂ ਜੌਬਸ ਹੈ ਜ਼ਿਆਦਾ ਕ੍ਰੀਏਟ ਹੋਣ। ਸੋ ਇਹ ਕੱਲ ਬਜਟ ਪਾਸ ਹੋ ਗਿਆ। ਇਹਦੇ ਵਿੱਚ ਸੇਫ ਸਰੀ ਕੋਲੀਸ਼ਨ, ਮੇਅਰ ਡਗ ਮੈਕੈਲਨ ਤੇ ਸਾਡੀ ਸਾਰੀ ਟੀਮ ਨੇ ਬਜਟ ਦੇ ਫੇਵਰ ਦੇ ਵਿੱਚ ਵੋਟ ਪਾਈ ਤੇ ਬਾਕੀ ਜਿਹੜੇ 4 ਕਾਉਂਸਲਰਸ ਹੈਗੇ ਆ ਉਹਨਾਂ ਨੇ ਇਸ ਬਜਟ ਦੇ ਅਗੇਂਸਟ ਵੋਟ ਪਾਈ, ਜਿਹਦੇ ਵਿੱਚ ਜੈਕ ਹੁੰਦਲ,
ਉਸ ਤੋਂ ਬਾਅਦ ਬ੍ਰੈਂਡਾ ਹਾਂਜੀ, ਲੌਕ, ਬਾਕੀ- ਪੈਡੀਗ੍ਰੂ ਤੇ ਐਨਿਸ, ਲਿੰਡਾ ਐਨਿਸ, ਹਾਂਜੀ ਉਹਨਾਂ ਨੇ ਜੀ। ਇਹ ਪ੍ਰੋਜੈਕਟਸ ਦੇ ਅਗੇਂਸਟ ਵੋਟ ਪਾਈ ਹੈ। ਵੈਲ, ਉਹਨਾਂ ਨੇ ਬਜਟ ਦੇ ਅਗੇਂਸਟ ਵੋਟ ਪਾਈ ਹੈ। ਉਹਨਾਂ ਦਾ ਇਸ ਸਪੈਸੀਫਿਕਲੀ ਇਹ ਪ੍ਰੋਜੈਕਟਸ ਦੇ ਅਗੇਂਸਟ ਸੀ ਜਾਂ ਉਹਨਾਂ ਨੂੰ ਕੀ ਨਹੀਂ ਸੀ, ਉਹਦਾ ਆਨਸਰ ਉਹ ਦੇ ਸਕਦੇ। ਬਟ ਜਿਹੜਾ ਵੋਟ ਕਾਊਂਟ ਸੀਗਾ ਉਹ 5 and 4 ਸੀਗਾ। ਸੇਫ ਸਰੀ ਕੋਲੀਸ਼ਨ ਦੇ ਸਾਰੇ 4 ਕਾਉਂਸਲਰਸ ਤੇ ਮੇਅਰ ਡਗ ਕੈਲਮ ਨੇ ਦੇ ਫੇਵਰ ਚ ਵੋਟ ਪਾਈ। ਜੀ, ਧੰਨਵਾਦ ਤੁਹਾਡੇ ਸਮੇਂ ਲਈ, ਸ਼ਾਮਲ ਹੋਣ ਲਈ। ਫਿਰ ਕਿਸੇ ਦਿਨ ਤੁਹਾਨੂੰ ਸੱਦਾ ਦੇਵਾਂਗੇ ਤੇ ਲੋਕਾਂ ਦੇ ਕੁਝ ਹੋਰ ਵੀ ਸਵਾਲ ਨੇ ਜਿਹੜੇ ਪੁੱਛਣਾ ਚਾਹਣਗੇ। ਧੰਨਵਾਦ। ਥੈਂਕ ਯੂ ਭਾਜੀ, ਥੈਂਕ ਯੂ ਸੋ ਮਚ। ਸ਼ਾਮਦੀਪ ਸਿੰਘ ਨਾਗਰਾ ਗੱਲਬਾਤ ਕਰ ਰਹੇ ਸੀ। ਵਪਾਰਕ ਸੰਦੇਸ਼ਾਂ ਤੋਂ ਬਾਅਦ ਗੱਲਬਾਤ ਸ਼ੁਰੂ ਹੋਏਗੀ ਕੈਨੇਡੀਅਨ ਤੇ ਕਰਜ਼ੇ ਦੀ। ਮੌਰਗੇਜ ਦੀ ਉਹ ਗੱਲ ਕਰ ਰਹੇ ਸੀ। ਮੌਰਗੇਜ ਦਾ ਕਰਜ਼ਾ ਕਿੱਥੇ ਚਲੇ ਗਿਆ, ਇਸ ਤੇ ਆ ਕੇ ਗੱਲਬਾਤ ਕਰਦਾ। ਹੁਣ ਮੈਂ ਗੱਲ ਕਰਨੀ ਹੈ ਕੈਨੇਡੀਅਨ ਲੋਕਾਂ ਤੇ ਕਰਜ਼ੇ ਦੀ। ਫਾਈਨੈਂਸ਼ੀਅਲ ਪੋਸਟ ਨੇ ਅੱਜ ਇੱਕ ਖਬਰ ਦਿੱਤੀ ਹੈ। ਉਦੋਂ ਪਹਿਲਾਂ ਦੱਸਾਂ, ਇੱਕ ਡਿਸਪੋਜ਼ੇਬਲ ਇਨਕਮ ਕਹਿੰਦੇ ਆ। ਡਿਸਪੋਜ਼ੇਬਲ ਇਨਕਮ ਕੀ ਹੈ? ਉਹ ਡਾਲਰ ਜਿਹੜੇ ਟੈਕਸ ਦੇਣ ਤੋਂ ਬਾਅਦ ਸਾਡੇ ਕੋਲ ਬਚਦੇ ਨੇ, ਉਹਨਾਂ ਨੂੰ ਡਿਸਪੋਜ਼ੇਬਲ ਇਨਕਮ ਕਹਿੰਦੇ ਆ। ਬਹੁਤ ਹਾਈਐਸਟ ਰੇਸ਼ੋ ਦੇ ਵਿੱਚ ਆਪਾਂ $1 ਦੇ ਪਿੱਛੇ $2.25 ਲੋਨ ਆ ਕੈਨੇਡੀਅਨਸ ਤੇ। ਇਹ ਲੋਨ ਮੌਰਗੇਜ ਤੋਂ ਬਿਨਾਂ ਦਾ ਲੋਨ ਹੈ, ਮੌਰਗੇਜ ਨਹੀਂ ਇਹਦੇ 'ਚ ਹੈ। ਇਹ ਜਿਹਦੇ ਤੇ ਕਾਰ, ਉਸ ਤੋਂ ਬਾਅਦ ਕ੍ਰੈਡਿਟ ਕਾਰਡ, ਹੋਰ ਲੋਨ, ਇਹ ਬਹੁਤ ਲੋਨ ਦੀ ਰੇਸ਼ੋ 1.77 ਹੈ। ਪਰ ਜਿਹੜਾ ਅੱਜ ਫਾਈਨੈਂਸ਼ੀਅਲ ਪੋਸਟ ਨੇ ਖਬਰ ਦਿੱਤੀ ਹੈ, ਫਾਈਨੈਂਸ਼ੀਅਲ ਪੋਸਟ ਦੀ ਖਬਰ ਇਹ ਹੈ ਕਿ ਐਵਰੇਜ ਨਵੀਂ ਮੌਰਗੇਜ ਕੈਨੇਡੀਅਨਸ ਲੋਕਾਂ ਤੇ $3 ਲੱਖ ਤੇ ਚਲੇ ਗਈ। ਪਿਛਲੇ ਇਹ 20 ਸਾਲਾਂ ਦੀ ਉਹ ਕਹਾਣੀ ਆ। ਤੁਸੀਂ ਇਹ ਦੇਖ ਲਓ ਵੀ ਇੰਨੇ ਡਾਲਰਾਂ 'ਚ $3 ਲੱਖ ਦੇ ਵਿੱਚ ਜਿਹੜਾ 1,60,70,000, 1.5 ਲੱਖ 2000 ਦੀ ਜੇ ਗੱਲ ਕਰਾਂ ਮੈਂ, 2002 ਦੀ ਰਾਦਰ, 2002 ਦੇ ਵਿੱਚ 60/120 ਦਾ ਰੈਂਚਰ ਜਿਹੜਾ ਨਿਊਟਨ ਦੇ ਵਿੱਚ, ਉਹ 1,50,000, 1,55,000, 60 ਤੱਕ ਆਉਂਦਾ ਰਿਹਾ। ਤੇ ਉਹਦੇ ਤੇ ਕੰਸਟਰਕਸ਼ਨ ਕਾਸਟ 2.5 ਲੱਖ, $4 ਲੱਖ ਦੇ ਵਿੱਚ 3 ਸਟੋਰੀ ਜਦ ਘਰ ਬਣਨੇ ਸ਼ੁਰੂ ਹੋਏ, ਉਹ ਬਣਦੇ ਰਹੇ ਨੇ। ਜਿਹੜਾ ਅੱਜ 2 ਮਿਲੀਅਨ ਤੇ ਹੈ, ਤੇ ਘਰ ਦੇ ਉੱਪਰ ਜਿਹੜੀ ਮੌਰਗੇਜ ਹੈ ਉਹ 3 ਲੱਖ ਐਵਰੇਜ ਹੋ ਗਈ ਹੈ ਕੈਨੇਡਾ ਦੇ ਵਿੱਚ। ਮਤਲਬ ਕਿ ਜਿਵੇਂ ਸਰੀ ਦੇ ਵਿੱਚ ਸਾਡੇ ਕੋਲ $1 ਮਿਲੀਅਨ ਦੀ ਹੈ, ਐਟਲਾਂਟਿਕ ਦੇ ਵਿੱਚ ਕਿਤੇ ਜਿਹੜੀ ਹੈ ਉਹ 2-2.5 ਲੱਖ ਦੀ ਹੋਊ, ਘਰ 4.5-4 ਲੱਖ ਤੋਂ ਘੱਟ ਕਿਤੇ ਨਹੀਂ। ਸੋ ਇਹ 3 ਲੱਖ ਦੀ ਇਨਕਮ ਜਿਹੜੀ ਹੈ ਕੈਨੇਡੀਅਨਸ ਦੀ, ਜੇ ਉਹਦਾ ਹੁਣ ਤੁਸੀਂ ਆਪਣਾ ਆਪ ਤਜਰਬਾ ਦਿਓਗੇ ਕਿ ਪਿਛਲੇ 20 ਸਾਲਾਂ ਦੇ ਵਿੱਚ ਇਨਕਮ ਤੁਹਾਡੇ ਹਾਊਸ ਹੋਲਡ ਦੀ ਕਿੰਨੀ ਵਧੀ ਹੈ। $8 ਤੋਂ $10-11 ਮਿਨੀਮਮ ਵੇਜਸ ਹੋ ਗਏ, ਵੱਧ ਤੋਂ ਵੱਧ ਜੇ $4 ਵੀ ਵਧੇ ਤਾਂ ਦਿਹਾੜੀ ਦਾ $30 ਤੇ $150, $500-600। ਤੇ ਲੋਨ ਆ ਜਿਹੜਾ ਉਹ ਕਿੱਥੇ ਜਾ ਵੜਿਆ? ਇਹਦਾ ਸੁਨੇਹਾ ਕੀ ਹੈ? ਹੁਣ ਬਕਲ ਅਪ ਕਿਵੇਂ ਕੀਤਾ ਜਾਵੇ, ਸੀਟ ਬੈਲਟਾਂ ਕਿਵੇਂ ਬੰਨੀਆਂ ਜਾਣ, ਕਿੱਧਰ ਨੂੰ ਚੱਲੇ ਹਾਂ ਅਸੀਂ? ਅੱਜ ਕੌਂਡੋਮੀਨੀਅਮ ਜੇ ਕੋਈ ਲੈਣਾ 600, 650, 700 ਸਕੁਅਰ ਫੁੱਟ ਦਾ, ਮਤਲਬ 4 ਸਾਲ ਪੁਰਾਣਾ, 5 ਸਾਲ ਪੁਰਾਣਾ, ਇੱਕ ਬੈਡਰੂਮ ਦਾ 3.5 ਲੱਖ ਦਾ ਮਿਲ ਰਿਹਾ ਸਰੀ 'ਚ। ਔਰ ਕੈਸ਼ ਡੀਲਸ ਹੁਣ ਸਬਜੈਕਟ ਆਫਰ ਨਹੀਂ ਜਾ ਰਹੇ ਪੁਰਾਣੀ ਪ੍ਰਾਪਰਟੀ ਤੇ ਰੈਂਚਰਾਂ ਤੇ ਕਿਤੇ ਵੀ। ਜਿਹੜੀ ਮਿਲੀਅਨ 11 ਲੱਖ ਦੀ ਕੋਈ ਆਫਰ ਹੈ ਉਹਦੇ ਤੇ ਕੋਈ ਸਬਜੈਕਟ ਨਹੀਂ, ਉਹ ਤਾਂ ਕੰਸੀਡਰ ਹੀ ਕੈਸ਼ ਆਫਰ ਕਰਦੇ ਆ। ਕੈਸ਼ ਦੇ ਵਿੱਚ ਫਿਰ ਇਹ ਵੇਖਿਆ ਜਾਊਗਾ ਵੀ ਕਿਹਦੀ ਕੀਮਤ ਵੱਧ ਹੈ, ਕੌਣ ਵੱਧ ਦੇ ਰਿਹਾ। ਸੋ ਇਹਦਾ ਸੁਨੇਹਾ ਕੀ ਹੈ? ਕੀ ਤਜਰਬਾ ਤੁਹਾਡਾ ਪਿਛਲੇ 20 ਸਾਲਾਂ ਦਾ, ਜੇ 2000 ਤੋਂ 2020 ਦਾ 2 ਦਹਾਕਿਆਂ ਦਾ ਲਾਓ, ਇਸ ਨੂੰ ਤੁਸੀਂ ਕਿਵੇਂ ਲੈਂਦੇ ਹੋ? ਇਹ ਜਿਹੜਾ ਕਰਜ਼ਾ $1 ਡਿਸਪੋਜ਼ੇਬਲ ਇਨਕਮ ਤੇ $2.25, $1.77 ਕਰਜ਼ੇ ਚੋਂ ਲੋਕਾਂ ਦੇ ਉੱਪਰ ਜਿਹੜਾ ਖਰਚਾ ਵਧਿਆ, ਟੋਟਲ ਜਿਹੜਾ $2 ਟ੍ਰਿਲੀਅਨ ਦਾ ਜਿਹੜਾ ਲੋਕਾਂ ਦਾ ਡੈਟ, ਜਿਹੜਾ ਕਰਜ਼ਾ ਹੋ ਗਿਆ $2 ਖਰਬ ਕੈਨੇਡੀਅਨਸ। 3.5% ਇਸ ਥਰਡ ਕੁਆਰਟਰ ਦੇ ਵਿੱਚ ਗਿਆ। $2 ਟ੍ਰਿਲੀਅਨ ਦੀ ਜਿਹੜੀ ਹਾਊਸਿੰਗ ਮਾਰਕੀਟ ਤੇ ਜਿਹੜਾ ਇਹ ਮੌਰਗੇਜ ਦਾ ਡੈਟ ਹੈ। ਐਕੁਆਫੈਕਸ ਕੈਨੇਡਾ ਨੇ ਇਹ ਲੇਟੈਸਟ ਰਿਪੋਰਟ ਦਿੱਤੀ ਹੈ।
ਮੌਰਗੇਜ ਬੈਲੈਂਸ ਆ ਜਿਹੜਾ 6.5% ਪਿਛਲੇ ਸਾਲ ਤੋਂ ਲੈ ਕੇ ਜਿਹੜਾ 6.6 to 8.6 ਤੱਕ ਹੋ ਗਿਆ। $3 ਲੱਖ ਜਿਹੜਾ ਐਵਰੇਜ ਜਿਹੜਾ ਕੈਨੇਡੀਅਨ ਤੇ ਮੌਰਗੇਜ ਦਾ ਜਿਹੜਾ ਉਹ ਲੋਨ ਹੈ। ਆਟੋ ਲੋਨ ਜਿਹੜਾ ਉਹ 12% ਪਿਛਲੇ ਸਾਲ ਨਾਲੋਂ ਵਧਿਆ। ਕਾਰਨ ਕੀ ਹੈ ਕਿ ਕੋਈ ਵੀ ਗੱਡੀ ਮਿਲਦੀਆਂ ਤਾਂ 10,000 ਦੀਆਂ ਵੀ ਨੇ, ਪਰ ਕੋਈ ਵੀ ਗੱਡੀ ਤੁਸੀਂ ਸੜਕ ਤੇ ਵੇਖੋ ਉਹ 50,000 ਤੋਂ ਘੱਟ ਡਾਲਰ ਵਾਲੀ ਗੱਡੀ ਨਹੀਂ ਤੁਹਾਨੂੰ ਦਿਖਦੀ। ਆਲੇ ਦੁਆਲੇ ਨਿਗਾਹ ਮਾਰਿਓ। ਉਹਦਾ ਕਾਰਨ ਇਹ ਹੈ ਕਿ ਲੀਜ਼ ਰੇਟ, ਫਾਈਨੈਂਸ ਰੇਟ 0.2% ਜੀ 1% ਜੀ। ਤੇ ਕਿੱਥੇ ਜਦ ਆਪਾਂ ਜ਼ਿੰਦਗੀ ਸ਼ੁਰੂ ਕਰਦੇ ਹਾਂ 500 700 $1,000 ਦੀ ਇੱਕ ਕਾਰ ਲੈ ਕੇ ਆਪਾਂ ਜ਼ਿੰਦਗੀ ਸ਼ੁਰੂ ਕਰਦੇ ਹਾਂ। ਐਵਰੇਜ ਇੱਕ ਕੈਨੇਡੀਅਨ ਤੇ ਹੁਣ $75,000 ਦਾ ਜਿਹੜਾ ਲੋਨ ਹੈ, ਕਰਜ਼ਾ ਜਿਹੜਾ ਕਰਜ਼ਾ $75,000 ਜਿਹੜਾ ਇੱਕ ਜਣੇ ਤੇ ਹੈ। ਸੋ ਘਰ ਦੇ ਵਿੱਚ ਜੇ 5-6 ਜਣੇ ਨੇ ਤਾਂ ਉਹੀ 3 ਲੱਖ ਦੀ ਮੌਰਗੇਜ, ਕਾਰਾਂ ਤੇ ਜੇ ਤੇ ਉਹ। ਇਹਨੂੰ ਤੁਸੀਂ ਹੁਣ ਜ਼ਿੰਦਗੀ ਦੇ ਵਿੱਚ ਹੁਣ ਕਰਜ਼ਾ ਜਿਹੜਾ ਇਹ ਮੈਂ ਦੱਸ ਰਿਹਾ ਇਹ ਕੈਨੇਡੀਅਨਸ ਤੇ ਹੈ। ਕੈਨੇਡੀਅਨਸ ਕੌਣ ਨੇ? ਤੁਸੀਂ, ਮੈਂ, ਸਾਰੇ। ਇਹਨੂੰ ਕਿਵੇਂ ਫਿਰ ਇਹਦੇ ਥਰੂ ਕਿਵੇਂ ਜਾ ਰਹੇ ਹੋ? ਕੋਈ ਜ਼ਿੰਦਗੀ ਦੇ ਵਿੱਚੋਂ ਕੋਈ ਝਾਤ ਪਾ ਸਕਦਾ ਵੀ ਪਿਛਲੇ 20 ਸਾਲਾਂ 'ਚ ਅਸੀਂ ਇਸ ਨੂੰ ਨਜਿੱਠਿਆ ਕਿਵੇਂ? ਇਹਦਾ ਮਤਲਬ ਇਹ ਤੋਂ ਇੱਕ ਤਾਂ ਗੱਲ ਇਹ ਹੋ ਗਈ ਵੀ ਚੈੱਕ ਟੂ ਚੈੱਕ ਜਿਊਨੇ ਆ 1 ਤੋਂ 30 ਤੱਕ, ਜਿਹੜਾ ਕਿ ਸਾਡੇ ਬਹੁਤ ਘੱਟ ਸੀ। ਸਾਡੇ ਸਿਸਟਮ ਦੇ ਵਿੱਚ ਅਸੀਂ ਸੇਵਿੰਗਸ ਵਾਲੇ ਬੰਦੇ 10-15% ਸੇਵਿੰਗਸ ਰੱਖਣ ਵਾਲੇ ਬੰਦੇ, ਜੇ $2,000 ਹੈ ਕਮਾਈ ਤਾਂ $300-350 ਅਸੀਂ ਸਾਂਭ ਲੈਂਦੇ। ਹੁਣ ਮੈਨੂੰ ਤਾਂ ਨਹੀਂ ਲੱਗਦੀ ਕਿਤੇ ਬੱਚਤ ਖਾਤਾ ਖੋਲ੍ਹਿਆ ਤਾਂ ਹੋਊ ਵੀ ਉਹਦੇ 'ਚ ਕੁਛ ਪਿਆ ਹੋਊਗਾ। ਹੁਣ ਇਹ ਜਿਹੜਾ ਇੱਕ ਰੇਸ ਆ, ਮੈਂ ਤਾਂ ਇਸ ਨੂੰ ਰੇਸ ਇਹ ਕਹਿਣਾ, ਆਪਣਾ ਭਾਈਚਾਰਾ ਨਹੀਂ, ਬਾਕੀ ਵੀ ਹੁਣ ਕੈਨੇਡੀਅਨ ਅਸੀਂ ਤਾਂ 5-6 ਲੱਖ ਹਾਂ, 3.5 ਕਰੋੜ ਦੇ ਵਿੱਚੋਂ ਬਾਕੀ ਲੋਕ ਵੀ ਨੇ। ਉਹਨਾਂ ਤੇ ਇਹ ਜਿਹੜਾ ਕਰਜ਼ੇ ਦੀ ਪੰਡ ਐਡੀ ਭਾਰੀ ਹੋ ਗਈ ਵੀ 75,000 ਤੱਕ, 3 ਲੱਖ ਐਵਰੇਜ ਮੌਰਗੇਜ, $1 ਤੇ ਡਿਸਪੋਜ਼ੇਬਲ ਇਨਕਮ ਤੋਂ ਲੈ ਕੇ $2.25 ਉੱਤੇ ਡੈਟ, $1 ਪਿੱਛੇ। ਇਹ ਕਿੰਨਾ ਚਿਰ ਚੱਲੂ? ਉਧਰੋਂ ਸਰਕਾਰ ਆ ਜਿਹੜੀ ਉਹ $trillions ਦੇ ਬਜਟ ਤੇ ਘਾਟੇ 'ਚ ਜਾ ਰਹੀ ਹੈ। ਟਰੂਡੋ ਹੋਣੀ ਕਹਿ ਰਹੇ ਨੇ ਹਿਸਟੋਰਿਕ ਜਿਹੜਾ ਇੱਕ ਅੱਜ ਸਟਿਮੂਲਸ ਪਲਾਨ ਆਉਣ ਵਾਲੇ 3 ਸਾਲਾਂ 'ਚ $100 ਬਿਲੀਅਨ, ਕਹਿੰਦਾ ਮੈਂ $100 ਅਰਬ ਆਉਣ ਵਾਲੇ 3 ਸਾਲਾਂ 'ਚ ਦੇਣਾ, ਜਿਹੜਾ ਇਹ ਕੋਵਿਡ ਕਰਕੇ। ਨਾਲ ਵੀ ਹੁਣ ਕੋਵਿਡ ਦੇ ਗੱਫੇ ਜਿਹੜੇ ਆ ਰਹੇ ਨੇ 60-70% ਜਿਹੜੇ ਤੁਹਾਡਾ ਪੇ ਰੋਲ ਤੇ, 65 ਤੋਂ 70% ਲੀਜ਼ ਤੇ, ਜਿਹੜੇ ਸਰਵ ਦੇ ਵਿੱਚ 2-2 ਹਜ਼ਾਰ ਆਏ ਨੇ ਉਹ ਤਾਂ ਤੁਹਾਨੂੰ ਪਤਾ ਹੀ ਹੈ ਮਾਰਚ ਤੋਂ ਲੈ ਕੇ ਸਤੰਬਰ ਅਕਤੂਬਰ ਤੱਕ ਉਹ ਆਏ ਨੇ। ਫਿਰ ਉਸ ਤੋਂ ਬਾਅਦ ਹੁਣ ਜਿਹੜਾ ਬੇਰੁਜ਼ਗਾਰੀ ਭੱਤਾ ਸ਼ੁਰੂ ਹੋ ਗਿਆ। ਸੋ ਇਹ ਸਾਰਾ ਕੁਝ ਹੁੰਦੇ ਹੋਏ ਉਸ ਤੋਂ ਬਾਅਦ ਨਿੱਜੀ ਕਰਜ਼ਾ ਫੇਰ ਐਡੀ ਪੰਡ ਭਾਰੀ ਹੈ। ਕੀ ਸੋਚਦੇ ਹੋ? ਕੀ ਤੁਹਾਡੇ ਮਨ ਦੇ ਵਿੱਚ ਆ ਕਿ ਇਹ ਜਿਹੜਾ ਪਿਛਲੇ 2 ਦਹਾਕਿਆਂ ਦੇ ਵਿੱਚ 2-2 ਲੱਖ ਤੋਂ 1.5 ਲੱਖ ਦੇ ਘਰ ਤੋਂ, ਜਿਹੜਾ ਕਿ ਅੱਜ ਉਸ ਦੀ ਸਟੂਡੀਓ ਵੀ ਨਹੀਂ ਆਉਂਦਾ, 2 ਲੱਖ ਵਾਲੀ ਚੀਜ਼ ਅੱਜ 12 ਲੱਖ ਦੀ ਹੋ ਗਈ। ਇਹ 10 ਲੱਖ ਜਿਹੜਾ ਮਹਿੰਗਾ ਹੋਇਆ, ਉਹ 10 ਲੱਖ ਦੀ ਕਮਾਈ ਤਾਂ ਵਧੀ ਨਹੀਂ। ਕਿਵੇਂ ਸਰਵਾਈਵ ਕਰਦੇ ਆ ਲੋਕ? ਕਿਵੇਂ ਇਹਦੇ ਵਿੱਚ ਦੀ ਲੰਘਦੇ ਆ? 604 204 0600 604 204 0600 ਔਨ 에ਅਰ ਨੰਬਰ। ਸੋ ਫਾਈਨੈਂਸ਼ੀਅਲ ਪੋਸਟ ਦੀ ਤੁਹਾਨੂੰ ਖਬਰ ਮੈਂ ਸੁਣਾ ਕੇ ਹਟਿਆ ਕਿ ਜਿਹੜਾ ਇਹ ਅੰਕੜੇ ਨੇ। ਹੁਣ ਆਪਾਂ ਕੱਟਦੇ ਸਾਰੇ ਇਹਦੇ ਰਾਹੀਂ ਹੋਈ ਆ, ਤੁਸੀਂ ਵੀ ਮੈਂ ਵੀ ਇਹਦੇ ਵਿੱਚ ਦੀ ਹੋਈ ਆ। ਇਹ ਜਿਹੜੀ ਰੇਸ ਹੈ ਸਾਡੀ, ਕੋਈ ਇਹ ਵੀ ਆ ਕੇ ਦੱਸ ਸਕਦਾ ਵੀ ਮੈਂ ਇਹ ਰੇਸ ਤੋਂ ਬਾਹਰ ਹਾਂ, ਵੀ ਮੈਂ ਇਹ ਚੱਕਰ 'ਚ ਨਹੀਂ ਪਿਆ। ਜਿਹੜੇ 20 ਸਾਲ ਪਹਿਲਾਂ ਘਰ 2-2.5 ਲੱਖ ਦਾ ਲਿਆ ਸੀ ਉਹਨੂੰ ਹੀ ਸਾਫ਼ ਸਫਾਈਆ ਕਰਕੇ ਰੱਖ ਰਹੇ ਹਾਂ, ਕਾਰ 8-10 ਹਜ਼ਾਰ ਵਾਲੀ ਚਲਾ ਰਹੇ ਹਾਂ, ਤੇ ਜ਼ਿੰਦਗੀ 'ਚ ਬੱਲੇ ਬੱਲੇ ਆ। ਕੋਈ ਇਹੋ ਜਿਹਾ ਵੀ, ਬਾਕੀਆਂ ਦਾ ਤਾਂ ਆਪਾਂ ਇਨ ਜਨਰਲ ਮੈਂ ਗੱਲ ਕਰ ਹੀ ਦਿੱਤੀ, ਕੋਈ ਇਹੋ ਜਿਹਾ ਮਾਪਦੰਡ ਵਾਲਾ ਫੋਨ ਕਰਕੇ ਦੱਸ ਸਕਦਾ ਲਿਸਨਰ ਕਿ ਨਾ ਅਸੀਂ ਇਹ 3 ਲੱਖ ਵਾਲੇ ਕਰਜ਼ੇ 'ਚ ਨਹੀਂ ਹੈ, ਘਰ ਫਰੀ ਹੈ, 8-10 ਹਜ਼ਾਰ ਦੀ ਕਾਰ ਫਰੀ ਹੈ,
ਬਸ ਚੜ੍ਹੇ ਮਹੀਨੇ ਜਿਹੜਾ ਗੱਡੀ ਦੀ ਇੰਸ਼ੋਰੈਂਸ, ਗੈਸ, ਉਹਦੇ ਬਾਅਦ ਬਿੱਲ ਬੱਤੀਆਂ, ਇਹੀ ਖਰਚਾ ਤੇ ਰੋਟੀ ਪਾਣੀ ਦਾ, ਤੇ ਧੱਲੇ ਦੀਆਂ ਲਾਉਣੇ ਆ। 8 ਘੰਟੇ ਸਿਰਫ ਕੰਮ ਕਰਦੇ ਆ ਤੇ 5 ਦਿਨ ਤੇ 12 ਐਤਵਾਰ ਦੀ ਛੁੱਟੀ ਹੈ। ਸਰਾਣੇ ਬਾਂਹ, ਨਾ ਕੋਈ ਬਿਮਾਰੀ, ਨਾ ਕੋਈ ਠਮਾਰੀ, ਨਾ ਕੋਈ ਬਲੱਡ ਪ੍ਰੈਸ਼ਰ, ਨਾ ਕੋਈ ਕੋਲੈਸਟਰੋਲ, ਕੁਛ ਨਹੀਂ। ਕੋਈ ਇਹੋ ਜਿਹਾ ਵੀ ਬੂਟਾ ਜਿਹੜਾ ਹਰਾ ਹੈ, ਕੋਈ ਦੱਸੂ ਆ ਕੇ ਤਜਰਬੇ ਦੇ ਵਿੱਚੋਂ ਵੀ ਇਹ ਮਨ ਫਿਰ ਸਮਝਾਇਆ ਤਾਂ ਕਿਵੇਂ ਸਮਝਾਇਆ। ਦੇਖੋ ਕੁਝ ਕੁ ਤਾਂ ਚੀਜ਼ਾਂ ਇਹ ਨੇ ਜਿਹੜੇ ਫੈਮਿਲੀ ਸਾਈਜ਼ ਤੇ ਹੋ ਗਈਆਂ, ਬੰਦੇ ਦੀ ਮਜਬੂਰੀ ਉਹ ਹੋ ਗਈ। ਪਹਿਲਾਂ ਉਹ 2 ਸੀ, 2-3 ਬੱਚੇ ਹੋ ਗਏ, 5 ਹੋ ਗਏ, ਪਿੱਛੋਂ ਮਾਪੇ ਆ ਗਏ, 2 ਇੱਕ ਨਾਲ ਭੈਣ ਭਾਈ ਆ ਗਿਆ, 8 ਹੋ ਗਏ, ਤੇ ਉਹ ਮਜਬੂਰੀ ਉਹ ਹੋ ਗਈ ਬਈ ਯਾਰ ਹੁਣ ਕੀ ਕੀਤਾ ਜਾਵੇ। ਹੁਣ ਬੇਸਮੈਂਟ ਵਾਲਾ ਘਰ ਲਈਏ, ਹੁਣ 4 ਬੈਡਰੂਮ ਵਾਲਾ ਘਰ ਲਈਏ। ਜਵਾਕ ਜਵਾਨ ਹੋ ਗਏ, ਉਹ ਕਹਿੰਦੇ ਵੀ ਸਾਨੂੰ ਸਾਡਾ ਕਮਰਾ ਚਾਹੀਦਾ। ਹੁਣ ਤਾਂ ਬੰਕ ਬੈੱਡ ਜਿਹੜੇ ਉੱਪਰ ਥੱਲੇ ਵਾਲੇ ਬੈੱਡਾਂ 'ਚ ਵੀ ਸੌਂਦੇ ਨਹੀਂ, ਆਪਣਾ ਆਪਣਾ ਚਾਹੀਦਾ। ਸੋ ਇਹ ਇੱਕ ਜਿਹੜਾ ਫਾਈਨੈਂਸ਼ੀਅਲ ਪੋਸਟ ਦਾ ਸਰਵੇਖਣ ਤੁਹਾਡੇ ਮੈਂ ਸਨਮੁਖ ਕੀਤਾ। ਜੇ ਇਸ ਵਿਸ਼ੇ ਤੇ ਤੁਸੀਂ ਕੋਈ ਗੱਲ ਕਰਨੀ ਚਾਹੋ ਕਰ ਸਕਦੇ ਹੋ। ਹੈ ਤਾਂ ਕਰਜ਼ੇ ਦੀ ਗੱਲ ਹੈ, ਜਿਹੜੀ ਔਖੀ ਗੱਲ ਹੋਵੇ ਉਹ ਕਰਨੀ ਔਖੀ ਹੈ। ਤੇ ਨਾਲ ਹੀ ਸਿੱਖ ਸੰਘਰਸ਼ ਜਿਹੜਾ ਕਿਸਾਨੀ ਸੰਘਰਸ਼ ਜਿਹੜਾ ਚੱਲ ਰਿਹਾ ਹੈ, ਉਹਦੇ ਨਾਲ ਬਾਹਰਲੀ ਜਿੱਥੇ ਅਸੀਂ ਬੈਠੇ ਹਾਂ, ਇਹ ਵੀ ਮੈਂ ਗੱਲ ਕਰਨੀ ਚਾਹੁੰਦਾ। ਉਹਦੀ ਸਾਂਝ ਇੱਕ ਬਹੁਤ ਵੱਡਾ ਜਿਹੜਾ ਸ਼ੁਭ ਸ਼ਗਨ ਹੈ। ਇਸ ਵਾਰ ਪਹਿਲੀ ਵਾਰ ਤਾਂ ਹੀ ਕਿਉਂਕਿ 84 ਤੋਂ 95 ਦੇ ਸਮੇਂ ਦੇ ਵਿੱਚ ਦੱਸਣਾ ਪੈਂਦਾ ਸੀ ਗੁਰਦੁਆਰਾ ਸਾਹਿਬ, ਤੇ ਪੇਪਰਾਂ 'ਚ ਕੋਈ ਪੜ੍ਹਦਾ ਨਹੀਂ ਸੀ, ਸੋਸ਼ਲ ਮੀਡੀਆ ਨਹੀਂ ਸੀ। ਇਸ ਵਾਰ ਇਸ ਕਿਸਾਨੀ ਸੰਘਰਸ਼ ਦੇ ਵਿੱਚ ਜਿਹੜੇ ਇੱਥੇ ਦੇ ਜੰਪਲ ਸਾਡੇ ਧੀ ਪੁੱਤ ਨੇ, ਉਹ ਬਹੁਤ ਐਕਟਿਵ ਹੋਏ ਨੇ। ਇੰਸਟਾ ਤੇ, ਫੇਸਬੁੱਕ ਤੇ, ਵਟਸਐਪ ਤੇ, ਉਹ ਇੰਨਾ ਕੁ ਤਿੱਖਾ ਹੋਏ ਨੇ, ਟਵਿੱਟਰ ਤੇ। ਮਤਲਬ ਕੱਲ੍ਹ ਦੇ ਜਿਹੜਾ 72 ਤੇ ਸਕਾਟ ਤੇ ਇੱਕ ਵਿਦਰੋਹ ਹੋਇਆ ਜਿਹਦੇ 4 ਖੂੰਜੇ ਮੱਲੇ ਹੋਏ ਸੀ, ਤੇ ਉਹਦੇ ਵਿੱਚ ਜੇ ਦੇਖੀਏ ਇੱਥੇ ਦੇ ਜੰਪਲ ਜਵਾਕ ਜਿਹੜੇ ਨੇ 60 ਤੋਂ 70% ਸੀ ਮਾਪਿਆਂ ਦੇ ਨਾਲ। ਉਹਨਾਂ ਦਾ ਹੀ ਸੁਨੇਹਾ ਹੈ ਕੱਲ੍ਹ ਦੀ ਰੈਲੀ ਦਾ ਵੀ 12 ਵਜੇ 12:30 ਵਜੇ ਇਕੱਠੇ ਹੋਣਾ ਸਟ੍ਰਾਬਰੀ ਹਿੱਲ, ਤੇ ਫਿਰ ਜਾਣਾ ਹੈ ਡਾਊਨਟਾਊਨ ਭਾਰਤ ਦੇ ਸਫਾਰਤਖਾਨੇ ਤੱਕ ਕਾਰ ਰੈਲੀ ਕਰਨੀ। ਇਹ ਦੋਨੇ ਵਿਸ਼ੇ, ਪਹਿਲੇ ਵਿਸ਼ੇ ਤੇ ਵੀ ਦੂਜੇ ਵਿਸ਼ੇ ਤੇ ਵੀ, ਜਿਹੜਾ ਆਪਣੇ ਜਵਾਕਾਂ ਦਾ ਇੱਥੇ ਦਾ 15 ਕੁ ਦਿਨ ਪਹਿਲਾਂ ਇਹ ਸੀ ਯਾਰ ਇਹਨਾਂ ਨੂੰ ਕਿਵੇਂ ਸਮਝਾਈਏ, ਇੱਥੇ ਵਾਲਿਆਂ ਨੂੰ ਕਿਵੇਂ ਦੱਸੀਏ, ਇਹਨਾਂ ਨੂੰ ਪਤਾ ਨਹੀਂ ਲੱਗ ਰਿਹਾ। ਫਿਰ ਉਹਨਾਂ ਦਾ ਮਨ ਜਿਹੜਾ ਜ਼ਿਆਦਾ ਭਾਵੁਕ ਹੁੰਦਾ ਜਦ ਉਹ ਆਪਣੇ ਦਾਦੇ ਦਾਦੀ, ਨਾਨੇ ਨਾਨੀਆਂ ਦੇ ਉਮਰ ਦੇ ਬਜ਼ੁਰਗਾਂ ਨੂੰ ਉੱਥੇ ਬੈਠੇ, ਥੜਿਆਂ 'ਤੇ ਬੈਠੇ, ਕਰਬਾਂ 'ਤੇ ਬੈਠੇ, ਹੱਥਾਂ ਦੇ ਵਿੱਚ ਪ੍ਰਸ਼ਾਦੇ ਫੜਿਆ, ਜਾਂ ਨਹਾ ਰਹੇ, ਜਾਂ ਕੰਬਲਾਂ 'ਚ ਸੁੱਤੇ ਪਏ, ਤੇ ਉਹ ਚੀਜ਼ਾਂ ਉਹਨਾਂ ਦੇ ਮਨ ਨੂੰ ਬਹੁਤ ਜ਼ਿਆਦਾ ਭਾਵੁਕ ਕਰ ਰਹੀਆਂ। ਯਾਰ ਬਈ ਇਹ ਤਾਂ ਸਾਡੇ, ਹੁਣ ਉਹਨਾਂ ਨੂੰ ਗਾਂ ਸਮਝਾਉਣ ਦੀ ਗੱਲ ਕਿ ਕੀ ਉਹ ਕਹਿੰਦੇ ਸਾਨੂੰ ਸਭ ਪਤਾ, ਅਸੀਂ ਸਮਝ ਗਏ ਆਪੇ ਹੀ, ਸਾਨੂੰ ਬਿਲਕੁਲ ਪਤਾ ਕੀ ਹੋ ਰਿਹਾ, ਮੋਦੀ ਕੀ ਕਰ ਰਿਹਾ, ਪੰਜਾਬ ਦੇ ਜੰਮਿਆਂ ਨੂੰ ਕੀ ਮੁਸ਼ਕਿਲਾਂ ਨੇ, ਉਹ ਸਾਰੇ ਕਹਿੰਦੇ ਸਾਨੂੰ ਪਤਾ ਇਸ ਚੀਜ਼ ਦਾ। ਤਾਂ ਹੀ ਜਿਹੜਾ ਸੋਸ਼ਲ ਮੀਡੀਆ ਦੇ ਉੱਪਰ ਉਹ ਹਰ ਮਿੰਟ ਰਹਿੰਦੇ ਆ, ਔਰ ਹਰ ਮਿੰਟ ਉਹਨਾਂ ਨੂੰ ਪਤਾ ਲੱਗਦਾ ਰਹਿੰਦਾ ਆਹ ਹੋ ਗਿਆ, ਫੋਟੋਆਂ, ਪਿਕਚਰਾਂ, ਵੀਡੀਓ, ਵਿਦਨ ਮਿੰਟ ਨਵੀਂ ਆ ਰਹੀ, ਕਦੇ ਇੱਧਰੋਂ ਆ ਗਈ, ਕਦੇ ਆਹ ਹੋ ਗਿਆ। ਕੰਗਣਾ ਰਣੌਤ ਵਾਲੇ ਕੇਸ ਦੇ ਵਿੱਚ ਉਹ ਸਾਰੇ ਅਪਸੈਟ ਨੇ, ਕਹਿੰਦੇ ਇਹ ਬਦਮਾਸ਼ੀ ਕਰਦੀ ਹੈ, ਇਹ ਗਲਤ ਬੋਲਦੀ ਹੈ, ਸਾਡੇ ਬਜ਼ੁਰਗਾਂ ਨੂੰ ਗਲਤ ਬੋਲੀ, ਮਾਵਾਂ ਨੂੰ ਖਾਸ ਤੌਰ 'ਤੇ। ਬੀਬੀ ਜਿਹੜੀ ਬਰਨਾਲੇ ਵਾਲੀ ਸੀ, ਉਹ ਬਰਨਾਲੇ ਵਾਲੀ ਬੀਬੀ ਨੇ ਜਦ ਕਿਹਾ ਪੁੱਤ ਬਈ ਅਸੀਂ ਤਾਂ ਦੋਨੇ ਹੀ ਆ, ਮੈਂ ਆ ਤਾਂ ਤੇਰਾ ਬਾਪੂ ਜੀ ਆ, ਜਵਾਕ ਚੱਲਾ ਹੈ ਨਹੀਂ, ਤੁਸੀਂ ਉਹ ਸਾਡੇ ਜਵਾਕ ਚੱਲੇ ਹੋ, ਪਹਿਲਾਂ ਜਦ ਸਭ ਤੋਂ ਸ਼ਹੀਦੀ ਲਓ। ਉਹ ਚੀਜ਼ ਬੜੀ ਭਾਵੁਕ ਜਵਾਕਾਂ ਨੂੰ ਕਰ ਰਹੀ ਹੈ, ਉਸ ਨੂੰ ਉਹ ਵਾਇਰਲ ਕਰ ਰਹੇ ਨੇ, ਉਹ ਅੱਗੇ ਜਾ ਰਹੀ ਹੈ ਸਾਰੇ। ਤੇ ਸੋ ਇਹ ਇੱਕ ਵਿਸ਼ਾ ਜਿਹੜਾ ਜਿਹ 'ਚ ਸਾਡੀ ਇੱਥੇ ਦੀ ਜੰਪਲ ਜਵਾਕ ਜੱਲਾ, ਜਿਨ੍ਹਾਂ ਨੂੰ ਅਸੀਂ ਜੋੜ ਕੇ ਰੱਖਿਆ, ਜਿਹੜੇ ਜਾਂਦੇ ਰਹੇ, ਜਿਹੜੇ ਉੱਥੇ ਪਹੁੰਚਦੇ ਰਹੇ, ਉਹਨਾਂ ਨੂੰ ਆਪਣੇ ਖੇਤਾਂ ਦਾ ਪਤਾ, ਆਪਣੀਆਂ ਮੋਟਰਾਂ ਦਾ ਪਤਾ, ਉਹਨਾਂ ਦੇ ਇਹ ਵੀ ਮਨ 'ਚ ਆ ਵੀ ਇਹ ਸਾਡਾ ਖੋਹ ਲੈਣਗੇ, ਉਹ ਬਹੁਤ ਇਸ ਵਾਰ ਐਕਟਿਵ ਹੋਏ ਨੇ। 604 204 0600 ਕੋਈ ਤੁਸੀਂ ਗੱਲਬਾਤ ਕਰਨੀ ਚਾਹੋ। ਸਰ ਗੁਰਮੁਖ ਸਿੰਘ ਦਿਓਲ ਜੀ, ਲਾਈਨ ਨੰਬਰ 1।
ਹਾਂਜੀ ਦੋਸਤੋ ਦੇਖੋ, ਜਿਹੜਾ ਤੁਸੀਂ ਇੱਥੇ ਕੈਨੇਡੀਅਨ ਕਰਜ਼ਿਆਂ ਦੀ ਗੱਲ ਕੀਤੀ, ਇਹ 'ਚ ਦੇਖੋ ਸਭ ਦਾ ਆਪਣਾ ਆਪਣਾ ਵੱਖਰਾ ਵੱਖਰਾ ਐਕਸਪੀਰੀਅੰਸ ਆ ਤੇ ਪਰਿਵਾਰਾਂ ਦੇ ਹਿਸਾਬ ਨਾਲ, ਕਿਉਂਕਿ ਬੰਦਾ ਕਿੰਨੀ ਕੁ ਦੇਰ ਦਾ ਆ, ਜਦੋਂ ਘਰ-ਬਾਰ ਲੈਣਾ ਇੱਥੇ ਪੈਂਦਾ ਹੀ ਆ, ਉਹਦੇ ਪਿੱਛੋਂ ਜੇ ਕੁਛ ਨਹੀਂ ਲੈ ਗਿਆ ਉੱਥੇ ਓਬਵੀਅਸਲੀ ਉਹਨੂੰ ਕਰਜ਼ਿਆਂ ਵਿੱਚੋਂ ਹੀ ਲੈਣਾ ਪੈਣਾ ਆ। 3-5 ਸਾਲ ਜਾਂ 10 ਸਾਲ, ਤੇ ਮੈਨੂੰ ਨਹੀਂ ਲੱਗਦਾ ਵੀ ਚਲੋ ਆਪਣੀ ਜ਼ਿੰਦਗੀ ਨੂੰ ਜ਼ਰੂਰ ਅਸੀਂ ਵੀ ਕੋਸ਼ਿਸ਼ ਕੀਤੀ ਹੈ ਵੀ ਸੌਖਾ ਰੱਖੀਏ, ਪਰ ਇਹਦਾ ਨਹੀਂ ਹੈਗਾ ਵੀ ਕਰਜ਼ੇ ਨਹੀਂ ਹੈਗੇ, ਕਿਉਂਕਿ ਕਰਜ਼ੇ ਤਾਂ ਓਬਵੀਅਸਲੀ ਜੇ ਹੁਣ ਟਰਕਿੰਗ 'ਚ ਜਾਂ ਤੁਸੀਂ ਕੋਈ ਕਾਰੋਬਾਰ ਉੱਦਾਂ ਦਾ ਕਰਦੇ ਆ, ਤੁਹਾਨੂੰ ਉਹ ਕਰਜ਼ਾ ਲੈਣਾ ਹੀ ਪੈਣਾ। ਜੀ ਜੀ। ਇਦਾਂ ਆ ਵੀ ਉਹ ਇਦਾਂ ਨਹੀਂ ਹੈਗਾ ਵੀ ਸਿਰ ਤੇ ਬੋਝ ਬਣ ਕੇ ਨਹੀਂ ਵੀ 1 ਦੇ 2, 2 ਦੇ 4, 4 ਦੇ 8 ਵੀ ਦਿਨ ਰਾਤ ਹੀ ਲੱਗੇ ਰਹੀਏ, ਉਸ ਚੀਜ਼ 'ਚ ਥੋੜ੍ਹਾ ਜਿਹਾ ਮਾਈਨਸ ਕੀਤਾ ਆ। ਠੀਕ ਆ ਵੀ ਜਿੱਥੇ 5 ਦਿਨ 3 ਦਿਨ ਹੋ ਗਏ ਤਾਂ ਦੁਨੀਆ ਦੇ ਨਾਲ ਹੀ ਆ, ਅਕਾਲ ਪੁਰਖ ਨੇ ਜਿੱਥੇ ਦਾਣਾ ਪਾਣੀ ਲਿਖਿਆ ਆ ਵੀ ਉਹ ਉਹਨੇ ਸਾਰੀ ਦੁਨੀਆ ਨੂੰ ਦੇਣਾ, ਸਾਨੂੰ ਵੀ ਦਊਗਾ, ਐਡਾ ਕੋਈ ਮਸਲਾ ਨਹੀਂ। ਅੱਗੇ ਜ਼ਰੂਰ ਮਟੀਰੀਅਲਿਸਟ ਦੌੜ ਦੇ ਵਿੱਚ ਹੋਵੇ, ਚਲੋ ਉਹ ਹਰ ਇੱਕ ਦਾ ਆਪਣਾ ਆਪਣਾ ਐਕਸਪੀਰੀਅੰਸ, ਆਪਾਂ ਕਿਸੇ ਦੇ ਉੱਤੇ ਕਿੰਤੂ ਪ੍ਰੰਤੂ ਨਹੀਂ ਕਰਦੇ ਨਾ। ਤੇ ਜਿਹੜਾ ਦੂਜਾ ਵਿਸ਼ਾ ਆ ਉਹਦੇ ਵਿੱਚ 1-2 ਨੁਕਤੇ ਦੇਖਣ ਵਾਲੇ ਆ। ਹੁਣ ਕਿਸਾਨੀ ਨਾਲ ਜੁੜਿਆ ਇਹਦੀ ਇੱਕ ਤਾਂ ਆਪਾਂ ਨੂੰ ਇਹ ਲੱਗਦਾ ਵੀ ਜਦੋਂ ਆਪਣੀ ਇੱਥੋਂ ਹੁਣ ਜਿਹੜੀ ਤੁਸੀਂ ਆਪਣੇ ਇੱਥੇ ਜੂ ਦੀ ਇੱਥੇ ਦੇ ਹੁਣ ਪੋਲੀਟੀਸ਼ੀਅਨ ਜਿੱਦਾਂ ਜਸਟਿਨ ਟਰੂਡੋ ਹੋਣੀ ਆ ਜਾਂ ਆਪਣੇ ਔਰਲ ਟੂਰ ਹੋਣੀ ਆ, ਸਾਰੇ ਇਹਨਾਂ ਨੇ ਦੁਨੀਆ ਭਰ ਦੇ ਸਿਆਸਤਦਾਨ ਇੰਡੀਆ ਦੀ ਸਿਆਸਤ ਦੇ ਵਿੱਚ ਜੋ ਹਿਊਮਨ ਰਾਈਟ ਦੇ ਹਿਸਾਬ ਦੇ ਨਾਲ ਇਸ਼ੂ ਕਰ ਰਹੇ ਆ, ਉਹਦੇ ਵਿੱਚ ਹੁਣ ਆਪਾਂ ਨੂੰ ਇੱਕ ਖਿਆਲ ਰੱਖਣ ਦੀ ਲੋੜ ਹੈ। ਉਹ 'ਚ ਇਕੱਲੀ ਬੀਜੇਪੀ ਨਹੀਂ ਵਿਰੋਧ ਕਰ ਰਹੀ, ਤਕਰੀਬਨ ਇੰਡੀਅਨ ਸਟੇਟ ਦਾ ਪੂਰਾ ਜਿਹੜਾ ਰਾਸ਼ਟਰਵਾਦੀ ਮਾਨਸਿਕਤਾ ਵਾਲੀ ਸਿਆਸਤ ਉਹ ਸਾਰੀ ਹੀ ਵਿਰੋਧ ਕਰਨ ਤੇ ਆ ਗਈ ਆ। ਉਹਦੇ ਵਿੱਚ ਰੀਸੈਂਟਲੀ ਨਵੀਂ ਧਾਰਨਾ ਆਈ ਆ ਆਮ ਆਦਮੀ ਪਾਰਟੀ ਦਾ, ਜਿਹੜਾ ਉਹ ਰਾਘਵ ਜਿਹੜਾ ਮੁੰਡਾ ਜੰਗ ਜਿਹਾ ਆ, ਇੱਥੋਂ ਉਹ ਪੈਸੇ ਸਾਡੇ ਕੋਲੋਂ ਬਟੋਰ ਕੇ ਪੂਰੇ ਲੈ ਜਾਂਦੇ ਰਹੇ ਆ। ਉਹਨੇ ਸਪੈਸ਼ਲੀ ਟਵੀਟ ਕਰਕੇ ਲਿਖਿਆ ਵੀ ਜਸਟਿਨ ਟਰੂਡੋ ਨੂੰ ਵੀ ਸਾਡਾ ਇੰਟਰਨਲ ਮਸਲਾ ਆ ਸਾਡੀ ਭਾਰਤੀ ਸਟੇਟ ਦਾ, ਵੀ ਤੁਸੀਂ ਕੌਣ ਹੁੰਦੇ ਆ ਸਾਨੂੰ ਸਲਾਹਾਂ ਦੇਣ ਵਾਲੇ ਜਾਂ ਕਿੱਦਾਂ ਨਾ। ਮੇਰਾ ਕਹਿਣ ਤੋਂ ਭਾਵ ਆ ਵੀ ਇਹ ਮਸਲਾ ਆਉਣ ਵਾਲੇ ਅਸੀਂ ਬਹੁਤ ਲਾਪੇ ਨੇ ਕਰਨ ਕਈ ਵਾਰੀ, ਨਹੀਂ ਜੀ ਇਹ ਧੱਕੇ ਨਾਲ ਹੀ, ਜਾਂ ਹਿੰਦੂ ਸਿੱਖ ਮਸਲਾ ਵੀ ਹੈ ਨਹੀਂ ਇਹ ਬਣਾ ਦਿੰਦੇ ਆ, ਨਹੀਂ ਜੀ ਇਹ ਭਾਰਤ ਅਸੀਂ ਕੋਈ ਕਿਸਾਨ ਨਹੀਂ ਹੈਗੇ, ਅਸੀਂ ਹੁਣ ਪੰਜਾਬੀ ਨਹੀਂ ਹੈਗੇ, ਸਿੱਖ ਨਹੀਂ ਹੈਗੇ, ਅਸੀਂ ਉਹ ਭੁੱਲ ਜਾਂਦੇ ਆ ਵੀ ਅਸੀਂ ਜਿਹੜੀ ਵਿਆਖਿਆ ਕਰਨ ਨੂੰ ਫਿਰਦੇ ਆ ਉਹ ਵਿਆਖਿਆ ਉਹਨਾਂ ਦੀ ਜਿਹੜੀ ਹੈਗੀ ਸਿਧਾਂਤਕ ਵਿਆਖਿਆ ਉਹ ਉਹਨਾਂ ਨੇ ਉਹਦੇ ਰਾਹੀਂ ਹੀ ਸਾਨੂੰ ਦੇਖਣਾ। ਸਾਨੂੰ ਇਹ ਯਾਦ ਰੱਖਣਾ ਪੈਣਾ ਵੀ ਪੰਜਾਬ ਜਿਹੜਾ ਆ ਉਹ ਨਾ ਹਿੰਦੂ ਨਾ ਮੁਸਲਮਾਨ, ਪ੍ਰੋਫੈਸਰ ਪੂਰਨ ਸਿੰਘ ਹੋਣਾ ਦੇ ਕਹਿਣ ਵਾਂਗ ਉਹ ਬਸਦਾ ਗੁਰਾਂ ਦੇ ਨਾਂ ਤੇ ਹੀ ਆ। ਉੱਥੋਂ ਜਦੋਂ ਵੀ ਤੁਸੀਂ ਦਿੱਲੀ ਜਾਣਾ, ਦੁਨੀਆ ਭਰ 'ਚ ਜਾਣਾ, ਉਹ ਤੁਹਾਨੂੰ ਪੱਗਾਂ ਵਾਲੇ ਜਕਾਰਿਆਂ ਵਾਲੀ ਦੁਨੀਆ ਜਾਣਦੀ ਆ। ਉੱਥੇ ਕਿਸੇ ਨੇ ਕੋਈ ਕਾਮਰੇਡ ਹਿੰਦੂ ਸਿੱਖ ਮੁਸਲਮਾਨ ਕਰਕੇ ਨਹੀਂ ਜਾਣਦੀ ਹੈਗੀ। ਤੇ ਉੱਥੇ ਕਿਸਾਨੀ ਜਿਹੜਾ ਸਾਡਾ ਮਸਲਾ ਉਹ ਕੇਵਲ ਆਰਥਿਕ ਮਸਲਾ ਨਹੀਂ ਹੈਗਾ, ਸਾਨੂੰ ਇਹ ਵੀ ਪਤਾ ਹੋਣਾ ਚਾਹੀਦਾ। ਉਹ ਸਾਡਾ, ਅਸੀਂ ਧਰਮ ਤੋਂ ਦੂਰ ਜਾ ਕੇ ਜੇ ਕਿਸਾਨੀ ਦੀ ਵਿਆਖਿਆ ਕਰਾਂਗੇ ਉਹ ਆਪਣੇ ਆਪ ਵਿੱਚ ਇਹ ਗਲਤ ਆ। ਉਹ ਸਾਡੀ ਰੂਹ ਦੇ ਨਾਲ ਜੁੜਿਆ ਵਿਸ਼ਾ, ਉਹਦੇ ਵਿੱਚੋਂ ਹੀ ਸਾਡੀ ਸੱਭਿਅਤਾ ਪੈਦਾ ਹੁੰਦੀ, ਉਹ 'ਚ ਸਾਡੀਆਂ ਕਦਰਾਂ ਕੀਮਤਾਂ, ਸਾਡਾ ਮਨ, ਸਾਰਾ ਕੁਛ ਉਹਦੇ। ਜੇ ਆਰਥਿਕ ਮਸਲਾ ਹੁੰਦਾ ਫਿਰ ਤਾਂ ਉਹ ਹੁੰਦੇ ਕੁਛ ਆਰਥਿਕ ਮਸਲੇ, ਜਿਹੜਾ ਇੱਥੇ ਅਸੀਂ ਆਰਥਿਕ ਮਸਲਿਆਂ ਵਾਲੇ ਆਹ ਵੱਟ ਲਿਆ, ਵੇਚ ਲਿਆ, ਇੱਥੋਂ ਚੱਲ 2 ਇੱਧਰੋਂ ਲਾਟਾਂ ਕੱਢ ਲਈਆਂ, ਉੱਧਰੋਂ, ਇਹ ਆਰਥਿਕ ਮਸਲੇ ਵਾਲੀ ਮਾਨਸਿਕਤਾ ਹੁੰਦੀ ਆ। ਤੇ ਮੇਰੇ ਕਹਿਣ ਤੋਂ ਭਾਵ ਆ ਵੀ ਉਹ ਵਧੀਆ ਚੀਜ਼ ਇਹ ਜਿਹੜੀ ਅਸੀਂ ਕਿਤਾਬਾਂ ਰਾਹੀਂ ਜਾਂ ਟਾਕ ਸ਼ੋਆਂ ਰਾਹੀਂ ਜਾਂ ਆਪਾਂ ਪਹਿਲਾਂ ਜ਼ੋਰ ਲਾ ਕੇ ਨਹੀਂ ਕਰ ਸਕਦੇ। ਇੱਕ ਸੰਘਰਸ਼ ਨੇ ਇਹ ਨਵਾਂ ਰੂਪ ਦਿੱਤਾ। ਇੱਕ ਮੈਂ ਮੁੰਡੇ ਦੀ ਵੀਡੀਓ ਦੇਖੀ, ਉੱਥੇ ਰੋਟੀਆਂ ਲੱਗਾ ਚੱਲਣਾ, ਉਹ ਕਹਿੰਦਾ ਪਹਿਲਾਂ ਮੈਂ ਕੈਨੇਡਾ ਜਾਣਾ ਹੈਗਾ, ਕਹਿੰਦਾ ਹੁਣ ਨਹੀਂ ਕੈਨੇਡਾ ਕਨੂਡਾ ਜਾਂਦਾ, ਕਹਿੰਦਾ ਇੱਥੇ ਰਹੂੰਗਾ। ਇਹ ਅਸਲ 'ਚ ਜਿਹੜਾ ਤੁਸੀਂ ਆਪਾਂ ਕਾਲੇ ਦੌਰ ਤੇ ਸੁਨਹਿਰੀ ਦੌਰ ਦੀ ਗੱਲ ਕਰਦੇ ਹੁੰਦੇ ਨਾ, ਕਾਲਾ ਦੌਰ ਉਦੋਂ ਹੁੰਦਾ ਸਟੇਟ ਦਾ ਜਦੋਂ ਤੁਸੀਂ ਖੁਦਕੁਸ਼ੀਆਂ ਦੇ ਰਾਹ ਪਏ ਹੁੰਦੇ, ਜਦੋਂ ਤੁਹਾਨੂੰ ਪਤਾ ਹੈ ਕੋਈ, ਜਦੋਂ ਪ੍ਰਭਾਵ ਦੇ। ਅਸਲ ਜੇ ਸੁਨਹਿਰੀ ਦੌਰ ਮੁੜ ਕੇ ਸ਼ੁਰੂ ਹੋਇਆ ਜੋ ਪਹਿਲਾਂ ਸੀਗਾ, ਇਹਨੇ ਸਾਡੀਆਂ ਉਹ ਸਮੱਸਿਆਵਾਂ ਦਾ ਹੱਲ ਦੇਣਾ। ਉੱਥੇ ਬਿੱਲ ਦਾ ਜੋ ਮਰਜ਼ੀ ਰਿਜ਼ਲਟ ਨਿਕਲੇ ਉਹਨਾਂ ਕੋਈ ਫਰਕ ਨਹੀਂ ਪੈਣਾ, ਪਰ ਇਹ ਘੱਟੋ ਘੱਟ ਪੰਜਾਬ ਨੂੰ ਆਪਣੀ ਮੂਲ ਆਪਣੀ ਚੀਜ਼ਾਂ ਦਾ ਪਤਾ ਲੱਗਣਾ। ਸਾਡੀ ਇੱਥੇ ਦੀ ਜਨਰੇਸ਼ਨ ਨੇ ਵੀ ਹੁਣ ਉਹਨਾਂ ਰਾਹੀਂ ਆਪ ਹੀ ਹੋਣਾ ਵੀ ਇਹ ਮਸਲੇ ਹੈ ਕੀ ਅਸਲ ਦੇ ਵਿੱਚ। ਜਿਹੜਾ ਸਟੇਟ ਦਾ ਪੰਜਾਬ ਦਾ ਮਸਲਾ ਇਹ ਵੀ ਨਾਲੋਂ ਨਾਲ ਹੀ ਇਹਦੇ ਵਿੱਚ ਮੇਰੇ ਕਹਿਣ ਦਾ ਚੱਲ ਰਿਹਾ, ਇਕੱਲਾ ਕਿਸਾਨੀ ਦਾ ਮਸਲਾ ਨਹੀਂ ਹੈਗਾ। ਅਦਰਵਾਈਜ਼ ਹੋਰ ਵੀ ਬੈਠੇ ਆ ਸਾਰੇ, ਉਹ ਕਿਉਂ ਨਹੀਂ ਨਿਕਲੇ? ਉਹਨਾਂ ਨੂੰ ਵੀ ਪਤਾ ਵੀ ਪੰਜਾਬ ਹੀ ਚੈਲੰਜ ਕਰੂਗਾ ਜਾਂ ਕਰਨਾ, ਕਿਉਂ ਪੰਜਾਬ ਹੀ ਕਿਉਂ। ਤੇ ਮੇਰੇ ਖਿਆਲ ਨਾਲ ਵੀ ਖਾਸ ਕਰਕੇ ਰਾਜਨੀਤਿਕ ਪਾਰਟੀਆਂ ਜਿੰਨੀਆਂ ਵੀ ਆ, ਤੇ ਖਾਸ ਕਰਕੇ ਇਹਦੀ ਵਿਆਖਿਆ ਕਰਨ ਵਾਲਿਆਂ ਦਾ ਖਾਸ ਧਿਆਨ ਦੇਣ ਦੀ ਲੋੜ ਹੈ। ਜਿਹੜੇ ਧੱਕੇ ਨਾਲ ਹੀ ਇੱਕ ਇੱਥੇ ਹੋਸ ਨੇ ਉਹਨੂੰ ਹਿੰਦੂ ਸਿੱਖ ਮਸਲਾ ਕਹਿੰਦਾ, ਹਿੰਦੂ ਸਿੱਖ ਏਕਤਾ ਆ, ਇਹ 'ਚ ਹਿੰਦੂ ਸਿੱਖ ਏਕਤਾ ਦਾ ਮਸਲਾ ਹੀ ਕੋਈ ਨਹੀਂ। ਇਹ ਤਾਂ ਪੰਜਾਬ ਸਾਰਾ ਹੀ ਮਤਲਬ ਇੱਕ ਜਿਹੜਾ ਸਾਡਾ ਗੁਰਾਂ ਨੇ ਸੱਭਿਆਚਾਰ ਦਿੱਤਾ ਉਹਨੂੰ ਸਾਰੇ ਹੀ ਮੰਨਦੇ। ਉਹ 'ਚ ਹਿੰਦੂ ਸਿੱਖ ਇਕੱਲੇ ਥੋੜ੍ਹੋ, ਜਿਹੜਾ ਵੀ ਉੱਥੇ ਜਿਉਂਦਾ ਹੈ ਉਹ ਗੁਰਾਂ ਨੂੰ ਮੰਨ ਲਓ ਉਸੇ ਮਾਨਸਿਕਤਾ ਵਿੱਚ, ਉਸ ਮਿੱਟੀ ਵਿੱਚ ਜਿਉਂਦਾ ਆ। ਬਿਲਕੁਲ ਠੀਕ ਹੈ, ਥੈਂਕ ਯੂ ਦਿਓਲ ਸਾਹਿਬ। ਸੋ ਪੁਸ਼ਪਿੰਦਰ ਸਿੰਘ। ਹਾਂਜੀ ਬਾਈ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਬਾਈ ਜੀ 2-4 ਗੱਲਾਂ ਨਾ ਸਾਨੂੰ ਵੀ ਕਲੀਅਰ ਹੋਣੀਆਂ ਚਾਹੀਦੀਆਂ। ਪਹਿਲੀ ਗੱਲ, ਅਸੀਂ ਪੰਜਾਬ ਬੈਠੇ ਬੰਦੇ ਨੂੰ ਬਾਈ ਜੀ ਤੁਹਾਡਾ ਫੋਨ ਪੁਸ਼ਪਿੰਦਰ ਸਿੰਘ ਜੀ ਕੱਟਿਆ ਗਿਆ। ਗੋਬਿੰਦਰ ਸਿੰਘ ਲਾਈਨ ਨੰਬਰ 3 ਜੀ। ਗਿੱਲ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਗੜਾ ਸਾਹਿਬ। ਹਾਂਜੀ ਗਿੱਲ ਸਾਹਿਬ, ਜਿਹੜੀ ਪਹਿਲਾਂ ਆਪਾਂ ਕਰਜ਼ੇ ਵਾਲੀ ਗੱਲ ਕਰ ਲਈਏ, ਦੇਖੋ ਗਾਂਹ ਵਧਣ ਲਈ ਕਰਜ਼ਾ ਲੈਣਾ ਹੀ ਪੈਂਦਾ ਆ, ਤੇ ਉਹ ਤੋਂ ਬਗੈਰ ਸਰਦਾ ਨਹੀਂ। ਪਰ ਜਦੋਂ ਦੇਖਿਆ ਜਾਵੇ ਨਾ ਸਾਰੇ ਕਰਜ਼ੇ ਨੂੰ ਕੰਸੋਲੀਡੇਟ ਕਰਕੇ ਦੇਖੋ, ਸਾਰਾ ਕਿਤੇ ਐਡ ਕਰ ਲਓ ਵੀ ਆਹ ਮੇਰਾ
ਮੌਰਗੇਜ ਆ ਕਾਰ ਦਾ ਆ, ਮੇਰੇ ਫਲਾਣੀ ਚੀਜ਼ ਦਾ, ਮੇਰੀ ਲਾਈਨ ਆਫ ਕ੍ਰੈਡਿਟ, ਫਿਰ ਤੁਸੀਂ ਥੋੜੇ ਜਿਹਾ ਸਕੇਅਰਡ ਹੋ ਜਾਂਦੇ, ਪਤਾ ਲੱਗ ਜਾਂਦਾ ਵੀ ਬਹੁਤ ਬਿਗ ਹੈ ਅਮਾਊਂਟ। ਇਹ ਜ਼ਰੂਰ ਸਾਰਿਆਂ ਨੂੰ ਇਹ ਚੀਜ਼ ਨੂੰ ਚੈੱਕ ਕਰਨਾ ਚਾਹੀਦਾ, ਪਰ ਅਸੀਂ ਕਿਸੇ ਨੂੰ ਸਲਾਹ ਤਾਂ ਕੀ ਦੇ ਸਕਦੇ, ਲੱਖ ਤੱਕ ਤੇ ਅਸੀਂ ਵੀ ਕਰਜ਼ੇ 'ਚ ਹੀ ਹਾਂ ਸਾਰੇ, ਇਹ ਮੋਸਟਲੀ ਪਰ ਫਿਰ ਵੀ ਚਲੋ ਇਸ ਚੀਜ਼ ਦਾ ਕਰਜ਼ੇ ਤੇ ਖਿਆਲ ਰੱਖਣਾ ਚਾਹੀਦਾ ਜੀ। ਹਾਂਜੀ, ਹੁਣ ਕਰ ਲਈ ਜੀ ਕਿਸਾਨ ਸੰਘਰਸ਼ ਦੀ ਗੱਲ ਜੀ। ਗਿੱਲ ਸਾਹਿਬ ਦੇਖੋ, ਕਿਸਾਨਾਂ ਨੇ ਪਹਿਲਾਂ ਕਿੰਨੇ ਚਿਰ 2 ਮਹੀਨੇ ਪਿੰਡਾਂ 'ਚ ਉੱਥੇ ਮੋਰਚੇ ਲਾਏ ਸੜਕਾਂ ਤੇ ਰੇਲਵੇ ਟਰੈਕਾਂ ਤੇ, ਤੇ ਹਿੰਦੁਸਤਾਨ ਦੀ ਸਰਕਾਰ ਦੇ ਕੰਨ ਤੇ ਜੂੰ ਨਹੀਂ ਸਰਕੀ। ਫਿਰ ਇਹ ਕਹਿੰਦੇ ਰਹੇ ਵੀ ਅਸੀਂ ਦਿੱਲੀ ਜਾਵਾਂਗੇ, ਜਾਂ 2 ਮੀਟਿੰਗਾਂ ਕੀਤੀਆਂ, ਉਹ ਵੀ ਮੀਟਿੰਗਾਂ ਜਿੱਦਾਂ ਇੱਕ ਕਿਸਮ ਦਾ ਕਿਸਾਨਾਂ ਨੂੰ ਠਿੱਠ ਕਰਨ ਲਈ ਕੀਤੀਆਂ। ਜਦੋਂ ਫਿਰ ਅੰਤ ਹੁਣ ਤੁਰ ਪਏ ਤੇ ਉੱਥੇ ਪਹੁੰਚ ਗਏ ਜੀ। ਹੁਣ ਕਹਿਣ ਲੱਗ ਪਏ ਜੀ ਖਾਲਿਸਤਾਨੀ ਹੈ। ਮੈਨੂੰ ਇਹ ਸਰਕਾਰਾਂ ਦੀ ਸਮਝ ਨਹੀਂ ਲੱਗਦੀ, ਤੇ ਕੁਝ ਹੋਸਟ ਵੀ ਹੈਗੇ ਜਿਹੜੇ ਕਹਿੰਦੇ ਤਾਂ ਕਦੀ ਕਹਿੰਦੇ ਮੁੱਠੀ ਭਰ ਖਾਲਿਸਤਾਨੀ ਰਹਿ ਗਏ, ਤੇ ਕਦੀ ਹੁਣ ਜਦੋਂ ਵਹੀਰਾਂ ਘੱਟ ਕੇ ਸਾਰਾ ਪਾਸਾ ਹੀ ਦਿਖਣ ਲੱਗ ਪਿਆ, ਤੇ ਹੁਣ ਵੀ ਖਾਲਿਸਤਾਨੀ ਕਹਿੰਦੇ ਵੀ ਦੱਸੋ ਮੁੱਠੀ ਭਰ ਵਾਲਾ ਸੱਚ ਹੈ ਕਿ ਇਹ ਸੱਚ ਹੈ। ਤੇ ਬਾਕੀ ਜਿਹੜਾ ਤੁਸੀਂ ਦੱਸਿਆ ਨਾ ਜਿੱਥੇ ਨੌਜਵਾਨਾਂ ਦੀ ਗੱਲ ਹੈ, ਕਿ ਸਭ ਕੱਲ ਮੈਂ ਸ਼ਾਮੀ ਜਦੋਂ ਘਰ ਆਇਆ ਤੇ ਬੇਟਾ ਮੇਰਾ ਰੈਡੀ ਮੈਨੂੰ ਕਹਿੰਦਾ ਚਲੋ ਆਪਾਂ ਉੱਥੇ 72 ਤੋਂ ਜਾਣਾ। ਮੈਂ ਕੀ ਆ ਉੱਥੇ? ਕਹਿੰਦਾ ਜਿੱਦਾਂ ਮੈਂ ਕਿੱਥੇ ਦੱਸਿਆ, ਕਹਿੰਦਾ ਜਿੱਥੇ ਆਪਾਂ ਕਨਕਸ ਵਾਲੇ ਜਾਂਦੇ ਹੁੰਦੇ। ਕਹਿੰਦਾ ਮੈਂ ਇੱਕ ਵਾਰੀ ਗੇੜਾ ਮਾਰਿਆ। ਮੈਂ ਕਿਹਾ ਗੱਲ ਕੀ ਉੱਥੇ? ਕਹਿੰਦਾ ਉਹ ਮੈਨੂੰ ਨਹੀਂ ਸੀ ਪਤਾ, ਸੌਰੀ ਮੈਂ ਇਸ ਨੂੰ ਸੌਰੀ ਵਾਲਾ ਜਦ ਕਿ ਸਾਨੂੰ ਇਹ ਪਤਾ ਹੋਣਾ ਚਾਹੀਦਾ। ਤੇ ਫਿਰ ਉਹ ਮੈਨੂੰ ਦੱਸਣਾ, ਮੈਂ ਕਿਹਾ ਕੋਈ ਹੋਰ ਵੀ ਕਰਦੇ? ਕਹਿੰਦਾ UBC ਪੜ੍ਹਦਾ ਬੇਟਾ। ਕਹਿੰਦਾ ਸਾਡੇ UBC ਸਟੂਡੈਂਟਸ ਦਾ ਗਰੁੱਪ ਹੈ, ਅਸੀਂ ਸਾਰੇ ਜਾਣੇ ਟਵੀਟ ਤੇ ਇੰਸਟਾਗ੍ਰਾਮ ਤੇ ਨਾਲ ਦੀ ਨਾਲ ਪੋਸਟ ਪਾਉਂਦੇ। ਮੈਂ ਕਿਹਾ ਤੂੰ ਪਾਇਆ? ਮੈਨੂੰ ਕੱਢ ਕੇ ਦਿਖਾਉਣ ਲੱਗ ਪਿਆ। ਫਿਰ ਮੈਨੂੰ ਆਪਣੇ ਮਨ 'ਚ ਖੁਸ਼ੀ ਹੋਏਗੀ। ਮੈਂ ਕਿਹਾ ਚਲੋ ਅਸੀਂ ਵੀ ਸੰਘਰਸ਼ ਚੱਲਦੇ ਸੀ, ਚੰਗਾ ਹੈ ਜੇ ਕੋਈ ਬੱਚਾ ਵੀ ਨਾਲ ਤੁਰਦਾ। ਤੇ ਅੱਜ ਜਿਹੜੀ ਅੱਜ ਕਾਰ ਰੈਲੀ ਹੈ, ਸਾਰਿਆਂ ਨੂੰ ਸੱਦਾ ਜੀ। ਜਿਹੜੀ ਕਾਰ ਰੈਲੀ ਜਿਹੜੀ ਉਹਦੇ ਵਿੱਚ ਅੱਜ ਨਹੀਂ ਹੈ ਜੀ, ਕਾਰ ਕੱਲ੍ਹ ਹੈ ਜੀ। ਹਾਂਜੀ ਕੱਲ੍ਹ। ਤੇ ਉਹਦੇ ਤੇ ਜਿੰਨੇ ਵੱਧ ਤੋਂ ਵੱਧ ਆ ਸਕਦੇ ਆ ਪਹੁੰਚਣ। ਬਾਕੀ ਜਿਹੜੇ ਆਪਣੇ ਬਾਹਰਲੇ ਲੀਡਰ ਸੱਜਣ ਸਾਹਿਬ ਜਾਂ ਜਿੰਨੇ ਵੀ ਇੱਥੋਂ ਦੇ ਲੋਕਲ ਲੀਡਰਾਂ ਨੇ ਜਿਹੜੇ ਹਾਂ ਦਾ ਨਾਅਰਾ ਮਾਰਿਆ, ਇਹਨਾਂ ਸਾਰਿਆਂ ਦਾ ਧੰਨਵਾਦ ਜੀ। ਸਾਹਿਬ ਪੁਸ਼ਪਿੰਦਰ ਸਿੰਘ ਜੀ, ਕੀ ਕਹਿਣਾ ਚਾਹੁੰਦੇ ਹੋ? ਮੇਰੇ ਕੋਲ ਥੋੜਾ ਜਿਹਾ ਸਮਾਂ। ਹਾਂਜੀ ਬਾਈ, ਮੈਂ ਇਹੀ ਕਹਿਣਾ ਚਾਹੁੰਦਾ ਆ, ਅਸ਼ਮੇਧ ਜੱਗ ਵੇਲੇ ਬੜਾ ਇੱਥੋਂ ਇਹਨਾਂ ਦੇ ਇੰਦਰਪ੍ਰਸਥ ਤੋਂ ਘੋੜੇ ਛੱਡੇ ਜਾਂਦੇ ਰਹੇ ਆ, ਚਾਹੇ ਉਹਦੇ ਆਪਦੇ ਪੁੱਤਾਂ ਨਹੀਂ ਘੇਰੇ ਪੰਜਾਬ 'ਚ ਹੀ ਸੀ। ਪੰਜਾਬ ਨੇ ਕਦੇ ਅਸ਼ਮੇਧ ਦਾ ਘੋੜਾ ਨਹੀਂ ਲੰਘਣ ਦਿੱਤਾ। ਇਹ ਘੋੜੇ ਦੀ ਨੱਥ ਅਸੀਂ ਫੜਨੀ ਸੀ, ਇਹ ਫੜ ਲਈ ਆ। ਹੁਣ ਸਿੰਪਲ ਕਹਾਣੀ ਇੰਨੀ ਆ ਵੀ ਭਾਈ ਸਲਾਹ ਤਾਂ ਕੋਈ ਪਿੰਡ 'ਚ ਸਕਾ ਚਾਚਾ ਤਾਇਆ ਨਹੀਂ ਲੈਂਦਾ ਹੁੰਦਾ, ਜਿਹੜਾ ਸ਼ਹਿਰ ਰਹਿਣ ਲੱਗ ਜੇ ਉਹਦੀ। ਆਪਾਂ ਫੇਰ ਕੈਨੇਡਾ ਬੈਠੇ ਆ। ਸਿੰਪਲ ਗੱਲ ਆ, ਪਿੰਡ 'ਚ ਹੈਲਪ ਕਰਨੀ ਆ, ਆਪਦੇ ਪਰਿਵਾਰਾਂ ਨੂੰ ਤੇਲ ਪਾਣੀ ਦਾ ਖਰਚਾ ਦੇ ਦਿਓ। ਬਾਕੀ ਆਨਲਾਈਨ ਸਟੇਟ ਦੇ ਖਿਲਾਫ ਅੜੋ। ਟਰੈਕਟਰ ਟੂ ਟਵਿੱਟਰ, ਫੌਜ ਵੇਕਵਾਇਦ, ਆਪਣਾ ਦੂਜਾ ਭਗਤੋਂ ਕੀ ਧੁਲਾਈ ਸੈਂਟਰ, ਇਹ 3-4 ਫੇਸਬੁੱਕ ਗਰੁੱਪ ਹੀ ਬਣਾਏ ਆ। ਕੱਲ ਦੀਆਂ ਮੈਂ 450 ਟਵੀਟ ਇੱਕ ਦਿਨ 'ਚ ਕੱਲ ਮੈਂ ਕੀਤੇ ਆ, ਤੇ ਬਾਕੀ ਵੀ ਲੱਗੇ ਹੋਏ ਆ। ਮੈਂ ਕਿਹਾ ਵੀ IT ਸੈੱਲ ਨੂੰ ਫੇਲ ਕਰਕੇ ਰੱਖ ਦੋ, ਹੋਰ ਤੁਸੀਂ ਕੱਖ ਨਹੀਂ ਕਰ ਸਕਦੇ ਇੱਥੇ ਬੈਠੇ। ਤੇ ਦੂਜਾ ਆਪਦਾ ਬੜਕ ਕਾਇਮ ਰੱਖੋ। ਹੁਣ ਘੋੜੇ ਦੀ ਲਗਾਮ ਸਾਡੇ ਹੱਥ ਹੈ, ਛੱਡਣੀ ਨਹੀਂ ਹੈਗੀ। ਬਸ ਇੰਨਾ ਹੀ ਪੱਕਾ ਕਰ ਲਓ। ਬਾਕੀ ਦਲੀਲਾਂ ਉੱਥੇ ਜਿਹੜੇ ਬੈਠੇ ਨੇ ਉਹਨਾਂ ਨੂੰ ਬਹੁਤ ਕੁਛ ਆਉਂਦਾ। ਉਹਨਾਂ ਨੇ ਰੂਸ ਤੱਕ ਦਾ ਸਾਰਾ ਕੁਛ ਪੜ੍ਹਿਆ ਹੋਇਆ। ਸਾਡੇ ਵਾਲਿਆਂ ਨੇ ਜਿਹੜੇ ਬਾਣੀ ਪੜ੍ਹਦੇ ਨੇ, ਉਦੋਂ ਪਤਾ ਲੱਗਦਾ ਜਦੋਂ ਫਲਸਫਾ ਕੱਢ ਕੇ ਨਾ ਦੁਨੀਆ ਦਾ ਕਾਰੂ ਰਾਜੇ ਤੱਕ ਸਾਰਾ ਮੂਹਰੇ ਰੱਖ ਦਿੰਦੇ ਆ। ਰਵਿੰਦਰ ਸਿੰਘ ਜੀ ਧੰਨਵਾਦ। ਸਰ ਦਲਜੀਤ ਸਿੰਘ ਜੀ, ਸਿਰਫ 30 ਸੈਕਿੰਡ ਨੇ ਜੀ। ਲਾਈਨ ਨੰਬਰ 3। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਆਈ ਨੋ 30 ਸੈਕਿੰਡ ਹੈ ਜੀ, ਸਮਾਂ ਤੁਹਾਡੇ ਕੋਲ ਬਹੁਤ ਥੋੜਾ ਆ ਜੀ। ਔਰ ਮੈਂ ਤਾਂ ਸਿਰਫ ਇੰਨਾ ਹੀ ਕਹਿਣਾ ਸੀਗਾ ਜੀ, ਸਾਰਾ ਕੁਝ ਬਹੁਤ ਵਧੀਆ ਚੱਲ ਰਿਹਾ, ਔਰ ਇਹਦੇ ਵਿੱਚ ਹੁਣ ਇੱਕ ਪੰਜਾਬ ਦਾ ਹੋ ਕੇ ਨਹੀਂ, ਮਤਲਬ ਸਾਰੇ ਇੰਡੀਆ ਤੋਂ ਕਿਸਾਨ ਆਏ ਨੇ, ਸਾਰਿਆਂ ਦਾ ਹੀ ਮੁੱਦਾ ਇਹ। ਔਰ ਬਹੁਤ ਸਾਰੀਆਂ ਗੱਲਾਂ 'ਚ ਹੋ ਚੁੱਕਾ। ਇੱਕ ਨਵੀਂ ਗੱਲ ਇਹਦੇ ਵਿੱਚ ਅੱਜ ਕੱਲ੍ਹ ਬਹੁਤ ਪ੍ਰਚਲਿਤ ਹੋਈ ਹੈ ਜੀ। ਕੱਲ੍ਹ ਇੱਕ ਪੱਤਰਕਾਰ ਸਾਹਿਬ ਵੀ ਆਏ ਸੀ, ਉਹ ਵੀ ਕਹਿੰਦਾ ਸੀਗਾ ਜੀ ਅਸੀਂ ਥੱਲਿਓਂ ਦੀ ਅਸੀਂ ਹਰੀਆਂ ਪੱਗਾਂ ਦੇ ਥੱਲੇ ਕਹਿੰਦੇ ਜੀ ਲਾਲ ਬੰਨੀਆਂ ਹੈ ਇਹਨਾਂ ਨੇ। ਜੀ ਸਮਾਂ ਇੰਨਾ ਕਿ ਦਲਜੀਤ ਸਿੰਘ ਜੀ ਮੇਰੇ ਕੋਲ, ਤੇ ਕੱਲ ਨੂੰ 9 ਵਜੇ ਫੇਰ ਵਾਪਸ ਆਉਣਾ ਤੁਹਾਡੀ ਸੇਵਾ ਦੇ ਵਿੱਚ। ਧੰਨਵਾਦ ਸਾਰਿਆਂ ਦਾ।